ਚਲੋ ਇਸ ਤੋਂ ਪਹਿਲਾਂ ਤੁਸੀਂ ਮੈਨੂੰ ਕੋਈ ਕੁਐਸਚਨ ਪੁੱਛੋ, ਪਹਿਲਾਂ ਮੈਂ ਹੀ ਪੁੱਛਦਾ ਵੀ ਤੁਹਾਨੂੰ ਇਹ ਆਈਡੀਆ ਆਇਆ ਕਿੱਥੋਂ ਵੀ ਆਪਾਂ ਟੀਚਰ ਦੀ ਛੋਟੀ ਇੰਟਰਵਿਊ ਲੈ ਕੇ ਇੰਜ ਕੁਝ ਕਰੀਏ ਸਟਾਰਟ? ਸਰ ਐਕਚੁਅਲੀ ਸਰ ਅੱਜ ਇਹਦਾ ਕੱਲ ਕ੍ਰੈਡਿਟ ਕਿਉਂਕਿ ਮੈਂ ਤਾਂ ਭਈਆ ਨੂੰ ਹੀ ਜਾਏਗਾ ਸਾਰਾ, ਕਿਉਂਕਿ ਉਹਨਾਂ ਦਾ ਹੀ ਆਈਡੀਆ ਸੀ। ਉਹਨਾਂ ਨੇ ਪਿਚ ਕੀਤਾ ਕਲੱਬ ਦੇ ਵਿੱਚ, ਫਿਰ ਅਸੀਂ ਡਿਸਕਸ਼ਨ ਕੀਤੀ ਤੇ ਉਹਨਾਂ ਨੇ ਕਿਹਾ ਕਿ ਮਤਲਬ ਅੱਛਾ ਹੋਏਗਾ ਜੇ ਸਾਰੇ ਸਟੂਡੈਂਟ ਜੋ ਹੋਣਗੇ ਆਪਣੇ ਟੀਚਰਸ ਨੂੰ ਕਲਾਸਰੂਮ ਤੋਂ ਅੱਗੇ ਵੀ ਜਾਣ ਪਾਣਗੇ, ਤੇ ਫਿਰ ਉਹਨਾਂ ਦੀ ਆਪਸ ਦੀ ਵੀ ਮਤਲਬ ਸਟੱਡੀ ਇਨਵਾਇਰਨਮੈਂਟ ਜਿਹੜਾ ਹੋਏਗਾ ਕਲਾਸ ਵਿੱਚ ਉਹ ਵੀ ਬੈਟਰ ਹੋ ਪਾਏਗਾ, ਕਿਉਂਕਿ स्टूडेंट्स और अच्छी तरह जान पाएंगे अपने टीचर्स को। बिल्कुल बाकी मैं तो भैया दस और ये एक्चुअल में बहुत ही अच्छा कॉन्सेप्ट है जिससे हम किसी एक इंसान के बारे में बहुत अच्छे से जान सकते हैं, उनके एक्सपीरियंसेस से सीख सकते हैं। सो आई थॉट कि व्हाई नॉट वी डू सच थिंग, क्योंकि हम कर सकते हैं ये चीज अपने क्लब के थ्रू। सो ये आइडिया आया और हमने सोचा कि ओके लेट्स डू इट विद आवर टीचर्स, क्योंकि टीचर्स के साथ ना हमारा बॉन्ड सिर्फ एक एकेडमिक्स तक रह गया सर, क्योंकि क्लास में उससे ज्यादा हम नहीं जा पाते। लेकिन एक टीचर के पास बहुत कुछ होता है अपने स्टूडेंट्स को देने के लिए, बहुत कुछ होता है अपने एक्सपीरियंसेस से लाइफ के, और बहुत सारी चीजें होती हैं सीखने वाली। सो इस वजह से ये आइडिया आया और हमने एग्जीक्यूट किया इसे। ਵਧੀਆ ਜੀ, ਹੋਪਫੁਲੀ ਤੁਹਾਨੂੰ ਵੀ ਮੇਰੇ ਤੋਂ ਤੇ ਮੈਨੂੰ ਵੀ ਤੁਹਾਡੇ ਤੋਂ ਸਿੱਖਣ ਨੂੰ ਬਹੁਤ ਕੁਝ ਮਿਲੂਗਾ। ਥੈਂਕ ਯੂ ਜੀ ਬੁਲਾਉਣ ਲਈ। थैंक यू सर। थैंक यू सर। सबसे पहले तो ने जो स्टूडेंट्स अभी तक आपसे पढ़े नहीं है और आपको फर्स्ट टाइम देख रहे हैं, तो आप उनके लिए अपना एक छोटा सा इंट्रोडक्शन दे दें, थोड़ा अपने बारे में बता दें। जो मेरा नाम चरणजीत सिंह है, ठीक है, ਤੇ ਮੇਰੀ ਇੱਥੇ ਜੋ ਮੈਂ ਪੰਜਾਬੀ ਯੂਨੀਵਰਸਿਟੀ ਨਾਲ ਅਰਾਊਂਡ 2006 ਤੋਂ ਜੁੜਿਆ ਹੋਇਆ, ਗੈਸਟ ਲੈਕਚਰਰ ਸੀ। ਫਿਰ 2011 ਚ ਮੇਰੀ ਯੂਕੋ ਸੀ, ਜਦੋਂ ਆਪਣਾ ਇੰਜੀਨੀਅਰਿੰਗ ਕਾਲਜ ਦਾ ਨਾਮ ਯੂਕੋ ਸੀ, ਉਦੋਂ ਮੇਰੀ ਇੱਥੇ ਸਿਲੈਕਸ਼ਨ ਹੋਈ, ਠੀਕ ਹੈ, ਉਦੋਂ ਐਡੌਕ ਤੇ ਸੀ। ਦੈਨ ਉਸਦੇ ਨਾਲ ਹੀ ਪੈਰਲਲੀ ਮੇਰੀ ਸਿਲੈਕਸ਼ਨ ਹੋ ਗਈ ਸੀ ਪੰਜਾਬ ਮੰਡੀ ਬੋਰਡ ਦੇ ਵਿੱਚ ਰਾਜਪੁਰੇ। ਫਿਰ ਮੈਂ ਉੱਥੇ ਚਲ ਗਿਆ ਕਿਉਂਕਿ ਉੱਥੇ ਪਰਮਾਨੈਂਟ ਪੋਸਟ ਸੀ, ਇੱਥੇ ਐਡੌਕ ਤੇ ਸੀ, ਉੱਥੇ ਟ੍ਰਾਂਸਫਰ ਹੋ ਗਿਆ। ਉੱਥੇ ਮੇਰੇ ਕੋਲ ਕੁਝ ਟਾਈਮ ਹੁੰਦਾ ਸੀ ਫ੍ਰੀ। ਇਨ ਦਾ ਮੀਨ ਟਾਈਮ ਮੈਂ ਥੋੜਾ ਸਟੱਡੀ ਕੀਤੀ, ਮੇਰਾ ਨੈਟ ਕਲੀਅਰ ਹੋ ਗਿਆ, UGC ਨੈਟ ਕਲੀਅਰ ਹੋ ਗਿਆ ਕੰਪਿਊਟਰ ਐਪਲੀਕੇਸ਼ਨਸ ਦੇ ਵਿੱਚ। ਤੇ 2013 ਦੇ ਵਿੱਚ ਜਦੋਂ ਦੁਬਾਰਾ ਇੰਟਰਵਿਊ ਸੀ ਯੂਨੀਵਰਸਿਟੀ 'ਚ ਆਪਣੇ ਕੰਪਿਊਟਰ ਸਾਇੰਸ ਡਿਪਾਰਟਮੈਂਟ ਦੇ ਲਈ, ਉਦੋਂ ਮੇਰੀ ਫਿਰ ਇੱਥੇ ਪਰਮਾਨੈਂਟ ਸਿਲੈਕਸ਼ਨ ਹੋ ਗਈ 2013 ਦੇ ਵਿੱਚ, ਠੀਕ ਹੈ। ਤੇ ਜੋ ਮੇਰਾ ਮੇਨਲੀ ਮੇਰੇ ਸਬਜੈਕਟਸ ਰਹੇ ਆ ਸਟੂਡੈਂਟ ਨੂੰ ਪ੍ਰੋਗਰਾਮਿੰਗ ਵਾਲੇ ਹੀ ਰਹੇ ਆ, C ਹੋ ਗਈ, C++ ਹੋ ਗਈ, ਜਾਵਾ, ਡੇਟਾ ਸਟਰਕਚਰ, ਵਿਜ਼ੂਅਲ ਪ੍ਰੋਗਰਾਮਿੰਗ, ਠੀਕ ਹੈ। ਤੇ ਕਲਾਸ ਦੇ ਵਿੱਚ ਵੀ ਮੇਰਾ ਇਨਵਾਇਰਨਮੈਂਟ ਫਰੈਂਡਲੀ ਟਾਈਪ ਹੀ ਹੁੰਦਾ ਹੈ, ਕੋਈ ਇੰਜ ਨਹੀਂ ਹੁੰਦਾ ਵੀ ਬਹੁਤ ਸਖਤ ਨਹੀਂ ਹੁੰਦਾ ਹੈ। ਸ਼ਾਇਦ ਤੁਹਾਨੂੰ ਸਟੂਡੈਂਟਸ ਤੋਂ ਮੇਰੀ ਫੀਡਬੈਕ ਮਿਲੀ ਹੋਈ ਹੋਣੀ ਜਿਹੜੇ ਮੇਰੇ ਤੋਂ ਪੜ੍ਹੇ ਆ, ਬਸ ਇੰਨੀ ਕੀ ਹੈ ਜਰਨੀ। ਬਾਕੀ ਤੋਂ ਪਹਿਲਾਂ 2006 ਤੋਂ ਪਹਿਲਾਂ ਵੀ ਮੇਰਾ ਟੀਚਿੰਗ ਦੇ ਵਿੱਚ ਹੀ ਸੀ। ਪਹਿਲਾਂ ਗਵਰਨਮੈਂਟ ਕਾਲਜ ਸਕੂਲ ਹੈ ਇੱਥੇ ਤ੍ਰਿਪੜੀ ਗਵਰਨਮੈਂਟ ਦਾ, ਉੱਥੇ ਮੇਰੀ ਸਿਲੈਕਸ਼ਨ ਹੋਈ ਸੀ। ਫਿਰ ਉਸ ਤੋਂ ਬਾਅਦ ਯੂਨੀਵਰਸਿਟੀ 'ਚ ਚਾਂਸ ਮਿਲਿਆ। ਇਸ ਤਰੀਕੇ ਚੱਲਦਾ ਹੈ। 2001 ਤੋਂ ਮੈਂ ਪਾਸ ਆਊਟ ਹੈ, 2001 ਦੇ ਵਿੱਚ ਬੀਟੈਕ ਦਾ ਫਿਰੋਜ਼ਪੁਰ ਤੋਂ, ਸ਼ਹੀਦ ਭਗਤ ਸਿੰਘ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਤੋਂ, ਫਿਰੋਜ਼ਪੁਰ ਤੋਂ ਉਦੋਂ ਪਾਸ ਆਊਟ। ਉਸ ਤੋਂ ਬਾਅਦ ਮੈਂ ਟੀਚਿੰਗ ਲਾਈਨ ਦੇ ਵਿੱਚ ਹੀ ਹਾਂ। ਤੇ ਸ਼ਾਇਦ ਇਹ ਕਹਿਣਾ ਮੈਂ ਵੀ ਤੁਹਾਨੂੰ ਕਹਿਣਾ ਚਾਹੂੰਗਾ ਵੀ ਇਹ ਜਦੋਂ ਮੈਂ ਬੀਟੈਕ ਕਰ ਰਿਹਾ ਸੀ ਉਦੋਂ ਮੇਰੀ ਲੀਸਟ ਪ੍ਰੈਫਰੈਂਸ ਸੀ ਵੀ ਟੀਚਿੰਗ 'ਚ ਮੈਂ ਜਾਣਾ। ਪਰ ਜਦੋਂ ਲਾਸਟ ਈਅਰ ਤੱਕ ਆ ਗਿਆ ਉਦੋਂ ਮੇਰੀ ਇਹ ਇੱਕ ਬਹੁਤ ਵਧੀਆ ਸ਼ੌਂਕ ਬਣ ਗਿਆ। ਹੁਣ 20 ਸਾਲ ਹੋ ਗਏ ਮੈਨੂੰ ਪੜ੍ਹਾਉਂਦੇ, ਹਲੇ ਵੀ ਮੈਨੂੰ ਉਨਾ ਹੀ ਸ਼ੌਂਕ ਹੈ ਪੜ੍ਹਾਉਣ ਦਾ ਜਿੰਨਾ ਸ਼ਾਇਦ 20 ਸਾਲ ਪਹਿਲਾਂ ਸੀ। ਇਸੇ ਲਈ ਸ਼ਾਇਦ ਤੁਹਾਨੂੰ ਪਤਾ ਵੀ ਹੋਣਾ ਮੈਂ ਚੈਨਲ ਵੀ ਸਟਾਰਟ ਕੀਤਾ ਸਟੂਡੈਂਟਸ ਲਈ ਸਪੈਸ਼ਲ। ਕੋਵਿਡ ਦੇ ਟਾਈਮ ਦੇ ਵਿੱਚ ਛੋਟੇ ਵੀਡੀਓਜ਼ ਬਣਾ ਕੇ ਸੈਂਡ ਕਰਦੇ ਹਾਂ ਆਪਣੇ ਪ੍ਰੋਗਰਾਮਿੰਗ ਲੈਂਗੁਏਜਸ ਦੇ, ਤਾਂ ਜੋ ਬੱਚੇ ਥੋੜੇ ਜਿਹੇ ਜ਼ਿਆਦਾ ਫਰੈਂਡਲੀ ਹੋ ਸਕਣ ਪ੍ਰੋਗਰਾਮਿੰਗ ਲੈਂਗੁਏਜ ਦੇ ਬਹੁਤ ਹੀ ਈਜ਼ੀ ਵੇ ਦੇ ਨਾਲ। ਜੇ ਤੁਸੀਂ ਨਹੀਂ ਦੇਖਿਆ ਤਾਂ ਟਰਾਈ ਜ਼ਰੂਰ ਕਰਿਓ ਉਸ ਨੂੰ ਵੀ। श्योर सर, डेफिनेटली उन स्टूडेंट्स के लिए जो आपको फर्स्ट टाइम सुन रहे हैं, सर का चैनल जरूर ट्राई करना। और मैंने देखी हैं वो वीडियोस, दे आर टू गुड। सो सर मतलब आपने अपनी बीटेक कंप्लीट की तो उस टाइम पे आजकल तो जैसे टेक्नोलॉजी बहुत ज्यादा है, तो कुछ भी जैसे टीचर्स के हमारे स्टडीज लैपटॉप्स पे फोन्स पे होती हैं। तो उस टाइम पे टेक्नोलॉजी नहीं होती थी, तो आपके टाइम पे आप अपनी बीटेक की जो पूरी जर्नी है उसमें से कुछ ऐसे इंसिडेंट्स या फिर कुछ ऐसी चीज जो आप उस टाइम को और आज को कंपेयर करके बताना चाहोगे? ਜਿਸ ਹਿਸਾਬ ਨਾਲ ਤੁਸੀਂ ਕਿਹਾ ਮੈਨੂੰ ਐਵੇਂ ਲੱਗਣ ਲੱਗ ਗਿਆ ਮੈਂ 70 ਕੁ ਸਾਲ ਦਾ ਆਇਆ, ਵੀ ਬਹੁਤ ਜਨਰੇਸ਼ਨਸ ਦਾ ਗੈਪ ਪੈ ਗਿਆ। ਨਹੀਂ ਵੈਸੇ ਅਸਲ 'ਚ 20-25 ਸਾਲਾਂ 'ਚ ਜਿੰਨੀ ਤੇਜ਼ੀ ਨਾਲ ਟੈਕਨੋਲੋਜੀ ਚੇਂਜ ਹੋਈ ਹੈ, ਜਿਵੇਂ ਆਪਾਂ ਪੇਰੈਂਟਸ ਕਹਿੰਦੇ ਸੀ ਵੀ ਉਹਨਾਂ ਦੇ ਫਾਦਰ ਕਹਿੰਦੇ ਹੁੰਦੇ ਸੀ, ਯਾਨੀ ਕਿ ਆਪਣੇ ਦਾਦਾ ਜੀ ਵੀ ਇੰਝ ਹੁੰਦਾ ਸੀ ਉਹਨਾਂ ਦੇ ਟਾਈਮ 'ਚ,
ਉਹ ਆਪਾਂ ਨੂੰ ਹੁਣ ਉਹ ਐਗਜ਼ਾਮਪਲ ਲੈਣ ਦੀ ਜ਼ਰੂਰਤ ਨਹੀਂ, ਸਾਡੇ ਸਾਹਮਣੇ ਹੀ ਚੇਂਜ ਹੋ ਰਹੀਆਂ ਸਾਰੀਆਂ ਚੀਜ਼ਾਂ। ਜਦੋਂ ਮੈਂ ਬੀਟੈਕ ਚ 97 ਦੇ ਵਿੱਚ ਆਇਆ, 1997 ਦੇ ਵਿੱਚ ਇਨ ਸੀ, ਪੀਟੀਯੂ ਦਾ ਪਹਿਲਾ ਬੈਚ ਸੀ ਸਾਡਾ, ਠੀਕ ਹੈ। ਤੇ ਉਦੋਂ ਕੰਪਿਊਟਰ ਮੇਰੇ ਖਿਆਲ ਨਾਲ ਸਾਡੀ ਸਾਰੀ ਕਲਾਸ ਦੇ ਵਿੱਚ ਇੱਕ ਬੱਚੇ ਕੋਲ ਹੀ ਸੀ, ਜਿਹੜਾ ਉਹਦੇ ਕੋਲ ਪਰਸਨਲ ਲੈਪਟਾਪ ਸੀ। ਜੇ ਕਿਸੇ ਸਟੂਡੈਂਟ ਕੋਲ ਸੀ, ਮੋਬਾਈਲ ਤਾਂ ਸ਼ਾਇਦ ਇੱਕ ਕੋਲ ਵੀ ਨਹੀਂ ਸੀ। ਜੋ ਲੈਪਟਾਪ ਸੀ ਉਹ ਇੱਕ ਸਟੂਡੈਂਟ ਕੋਲ ਸੀ, ਕਰਨਵੀਰ ਸਿੰਘ ਗਾਂਧੀ, ਹੱਲੇ ਵੀ ਉਹਦਾ ਨਾਮ ਯਾਦ ਹੈ, ਠੀਕ ਹੈ। ਉਹਦੇ ਕੋਲ ਹੀ ਹੁੰਦਾ ਸੀ, ਕੇਵਲ ਕਾਨਪੁਰ ਤੋਂ ਸੀ ਉਹ ਮੁੰਡਾ। ਤੇ ਬਾਕੀ ਜਿਹੜਾ ਸਾਨੂੰ ਕੰਪਿਊਟਰ ਯੂਜ਼ ਕਰਨਾ ਹੈ, ਲਾਈਕ +1 +2 ਚ ਅਸੀਂ ਥੋੜਾ ਜਿਹਾ ਕੀਤਾ ਸੀ ਬੇਸਿਕ ਲੈਂਗੁਏਜ, ਤੇ ਬੀਟੈਕ ਦੇ ਵਿੱਚ ਜਾ ਕੇ ਹੀ ਜਦੋਂ ਅਸੀਂ ਫਸਟ ਈਅਰ ਜਾਂ ਸੈਕੰਡ ਈਅਰ ਚ ਸੀ, ਉਦੋਂ ਹੀ ਅਸੀਂ ਕੰਪਿਊਟਰ ਨੂੰ, ਜੇ ਆਪਾਂ ਕਹੀਏ, ਸਹੀ ਤਰੀਕੇ ਨਾਲ ਯੂਜ਼ ਕਰਨਾ ਸਟਾਰਟ ਕੀਤਾ ਸੀ। ਉਹ ਵੀ ਸਟੂਡੈਂਟਸ ਨੇ। ਮੇਰਾ ਸ਼ੁਰੂ ਦੇ ਵਿੱਚ ਮੇਰਾ ਇੰਟਰਸਟ ਪ੍ਰੋਗਰਾਮਿੰਗ, ਕਿਉਂਕਿ ਜਦੋਂ ਸਟੂਡੈਂਟ ਆਉਂਦਾ ਹੈ ਬੀਟੈਕ ਦੇ ਵਿੱਚ, ਤੁਹਾਨੂੰ ਵੀ ਪਤਾ ਹੈ, ਹੁਣ ਤੁਹਾਡੇ ਨਾਲ ਤਾਂ ਜ਼ਿਆਦਾ ਹੈ ਵੀ +1 +2 ਚੋਂ ਜਿਹੜੇ ਅੱਧੇ ਕਰਕੇ ਹੀ ਆਉਂਦੇ ਆ ਕੰਪਿਊਟਰ, ਉਹਨਾਂ ਲਈ ਕਾਫੀ ਫੈਮਿਲੀਅਰ ਹੁੰਦਾ ਹੈ। ਜੋ ਆਮ ਬੰਦਾ ਜਿਸਨੇ ਕੰਪਿਊਟਰ ਨਹੀਂ ਦੇਖਿਆ, ਉਸਦੇ ਲਈ ਕੰਪਿਊਟਰ ਦੀ ਪਿਕਚਰ ਕੁਝ ਹੋਰ ਹੈ। ਉਸਦੇ ਲਈ ਕੰਪਿਊਟਰ ਦੀ ਪਿਕਚਰ ਹੈ ਵੀ ਕੰਪਿਊਟਰ ਦੇ ਅੱਗੇ ਬੈਠੇ, ਫੋਟੋਆਂ ਚੱਲ ਪਈਆਂ, ਮੂਵੀ ਚੱਲ ਪਏ, ਗਾਣੇ ਚੱਲ ਪਏ, ਠੀਕ ਹੈ। ਤੇ ਜਦੋਂ ਆਪਾਂ ਬੀਟੈਕ ਚ ਕਰਦੇ ਆ, ਆਪਾਂ ਨੂੰ ਇੱਕ ਬਲੂ ਸਕਰੀਨ ਉੱਪਰ ਕਰ ਦਿੰਦੇ ਆ ਟਰਬੋ ਸੀ ਦੀ, ਵੀ ਇਹਦੇ ਤੇ ਪ੍ਰੋਗਰਾਮਿੰਗ ਕਰ ਲਓ ਤੁਸੀਂ, ਹੈ ਨਾ। ਉਦੋਂ ਮਤਲਬ ਇੱਕ ਸੋਚਦਾ ਵੀ ਇਹ ਕੀ ਕੰਪਿਊਟਰ, ਇਹੀ ਕੰਪਿਊਟਰ ਹੈ। ਉਦੋਂ ਸਾਡੇ ਨਾਲ ਤਾਂ ਐਸੀ ਇੰਸੀਡੈਂਟ ਸੀ ਵੀ ਸਾਨੂੰ ਉਦੋਂ ਜਦੋਂ ਪਹਿਲੀ ਵਾਰ ਸਾਨੂੰ ਉਦੋਂ ਪਤਾ ਲੱਗਿਆ ਵੀ ਕੰਪਿਊਟਰ ਨੂੰ ਐਵੇਂ ਵੀ ਯੂਜ਼ ਕਰਨਾ ਹੈ। ਮਤਲਬ ਕਿ ਅਸਲ 'ਚ ਜੋ ਇਹ ਮੈਂ ਇੱਥੇ ਇੱਕ ਲਾਈਨ ਐਡ ਕਰਨਾ ਚਾਹੂੰਗਾ ਵੀ ਜੋ ਕੰਪਿਊਟਰ ਹੈ ਉਸਨੂੰ ਆਪਾਂ ਦੋ ਤਰੀਕੇ ਨਾਲ ਸਿੱਖਦੇ ਹਾਂ। ਇੱਕ ਤਾਂ ਜਿਹੜੀਆਂ ਚੀਜ਼ਾਂ ਬਣੀਆਂ ਹੋਈਆਂ ਉਹਨੂੰ ਸਿੱਖਣਾ, ਇੱਕ ਨਵੀਆਂ ਚੀਜ਼ਾਂ ਬਣਾਉਣਾ। ਤੇ ਬੀਟੈਕ ਦਾ ਮਤਲਬ ਨਵੀਆਂ ਚੀਜ਼ਾਂ ਬਣਾਉਣਾ ਆ, ਜਿਹੜੀਆਂ ਚੀਜ਼ਾਂ ਬਣੀਆਂ ਹੋਈਆਂ ਉਹਨੂੰ ਸਿੱਖਣਾ ਨਹੀਂ ਹੈ। MS ਵਰਡ, ਐਕਸਲ, ਪਾਵਰਪੁਆਇੰਟ ਸਿੱਖਣਾ ਬੀਟੈਕ ਦਾ ਪਾਰਟ ਨਹੀਂ ਹੈ। ਬੀਟੈਕ ਦਾ ਪਾਰਟ ਹੈ ਆਪਣੇ MS ਵਰਡ, ਐਕਸਲ, ਪਾਵਰਪੁਆਇੰਟ ਬਣਾਉਣਾ। ਐਗਜ਼ੈਕਟਲੀ ਰਾਈਟ। ਤੇ ਉਦੋਂ ਇੱਕ ਛੋਟਾ ਜਿਹਾ ਇਨਸੀਡੈਂਟ, ਜੇ ਤੁਹਾਡੇ ਕੋਲ ਟਾਈਮ ਹੈਗਾ 1 ਮਿੰਟ ਦੀ ਇੱਕ ਗੱਲ ਸ਼ੇਅਰ ਕਰਨਾ ਚਾਹੂੰਗਾ ਮੈਂ। ਜਦੋਂ 2000 ਅਸੀਂ ਉਦੋਂ ਪੇਰੈਂਟਸ, ਫਾਦਰ ਸਾਹਿਬ ਮੇਰੇ ਉਸ 'ਚ ਹੈ, ਇਲੈਕਟ੍ਰਿਸਿਟੀ ਬੋਰਡ 'ਚ ਹੈ, ਠੀਕ ਹੈ, ਰਿਟਾਇਰ ਹੋ ਗਏ ਹੁਣ ਤਾਂ ਚਲੋ 5-6 ਸਾਲ ਹੋ ਗਏ। ਜਦੋਂ ਮੇਰੀ ਬੀਟੈਕ 'ਚ ਐਡਮਿਸ਼ਨ ਸੀ 97 ਦੇ ਵਿੱਚ, ਉਦੋਂ ਅਸੀਂ ਰਹਿੰਦੇ ਸੀ ਰੋਪੜ ਥਰਮਲ ਪਲਾਂਟ 'ਚ ਸੀ। ਫਰਾਈਡੇ ਲਾਈਕ ਜਿਵੇਂ 4-5 ਵਜੇ ਕਲਾਸਿਸ ਖਤਮ ਹੋਈਆਂ, ਫਿਰੋਜ਼ਪੁਰ ਤੋਂ ਮੈਂ ਟ੍ਰੇਨ ਲੈਂਦਾ ਸੀ 5:15 ਵਾਲੀ, ਜਲੰਧਰ ਆ ਜਾਂਦਾ ਸੀ ਆਪਣੇ ਮਾਮਾ ਜੀ ਵੱਲ, ਤੇ ਅਗਲੇ ਦਿਨ ਸਵੇਰੇ ਰੋਪੜ ਆਉਂਦਾ ਸੀ। ਠੀਕ ਹੈ ਨਾ, ਵੀ ਇੱਕ ਦਿਨ 'ਚ ਇੰਨਾ ਸਟ੍ਰੈਚ ਨਹੀਂ, ਮਾਮਾ ਜੀ ਨਾਲ ਨਾਲੇ ਮਿਲ ਹੋ ਜਾਂਦਾ ਸੀ। ਇੱਕ ਦਿਨ ਕੀ ਹੋਇਆ, ਮੈਂ ਉਦੋਂ ਫੋਨ ਵਗੈਰਾ ਨੇ ਬਿਲਕੁਲ ਵੀ ਕਾਮਨ ਨਹੀਂ ਸੀ, ਈਵਨ ਲੈਂਡਲਾਈਨ ਵੀ ਘਰ 'ਚ ਨਹੀਂ ਹੁੰਦਾ ਸੀ, ਠੀਕ ਹੈ ਨਾ। ਜੇ ਲੈਂਡਲਾਈਨ ਦੀ ਵੀ ਗੱਲ ਕਰੀਏ 20 ਸਾਲ ਪਹਿਲਾਂ ਦੀ, 20-25 ਸਾਲ ਪਹਿਲਾਂ, ਉਦੋਂ ਵੀ ਸ਼ਾਇਦ ਇੱਕ ਗਲੀ 'ਚ 1-2 ਜਣੇ ਦੇ ਘਰ ਹੀ ਹੁੰਦਾ ਸੀ ਲੈਂਡਲਾਈਨ ਫੋਨ ਵੀ। ਮੈਂ ਫਿਰੋਜ਼ਪੁਰ ਤੋਂ ਆ ਗਿਆ, ਮਾਮਾ ਜੀ ਵੱਲ ਆ ਗਿਆ ਰਾਤੀ। ਸਾਡੇ ਨੇਬਰ ਜੋ ਉੱਥੇ ਸੀ ਰੋਪੜ ਨਾਲ ਵਾਲਿਆਂ ਦੇ ਘਰ ਫੋਨ ਸੀ, ਮੈਂ ਉਹਨਾਂ ਦੇ ਘਰ ਫੋਨ ਕੀਤਾ ਵੀ ਮੰਮੀ ਪਾਪਾ ਨੂੰ ਬੁਲਾ ਦਿਓ ਵੀ ਮੈਂ ਕੱਲ ਆਣਾ, ਕੋਈ ਗੱਲ ਕਰਨੀ। ਕਹਿੰਦੇ ਉਹ ਤਾਂ ਜੀ ਇੱਥੋਂ ਟਰਾਂਸਫਰ ਕਰਕੇ ਚਲੇ ਗਏ, ਉਹਨਾਂ ਦੀ ਤਾਂ ਟਰਾਂਸਫਰ ਹੋ ਗਈ ਇੱਥੋਂ। ਮੈਂ ਉੱਥੇ ਜਲੰਧਰ, ਮੈਨੂੰ ਸਮਝ ਹੀ ਨਹੀਂ ਆਇਆ ਵੀ ਉਹ ਗਏ ਕਿੱਥੇ। ਸਾਰੀ ਫੈਮਿਲੀ, ਮੈਨੂੰ ਨਹੀਂ ਪਤਾ ਲੱਗਿਆ ਕਿ ਕਿੱਥੇ ਚਲ ਗਈ। ਜਦੋਂ 3-4 ਦਿਨ ਮੈਂ ਉੱਥੇ ਹੀ ਵੇਟ ਕੀਤੀ, ਜਲੰਧਰ ਹੀ ਰਿਹਾ। ਕਹਾਂ ਪੇ ਸੀ ਜਲੰਧਰ, ਮਾਮਾ ਜੀ ਵੱਲ ਰਿਹਾ। 5-6 ਦਿਨਾਂ ਬਾਅਦ ਉਹਨਾਂ ਦਾ ਫੋਨ ਆਇਆ ਵੀ ਉਹ ਬਠਿੰਡੇ ਸ਼ਿਫਟ ਹੋ ਗਏ, ਲਹਿਰਾ ਮੁਹੱਬਤ ਥਰਮਲ ਪਲਾਂਟ ਹੈ। ਫਿਰ ਮੈਂ ਜਲੰਧਰ, ਕਿਉਂਕਿ ਮੈਨੂੰ ਸੀਗਾ ਵੀ ਬਠਿੰਡੇ ਜਾ ਕੇ ਜੇ ਮੈਨੂੰ ਨਾ ਲੱਭੇ ਤਾਂ ਔਖੇ ਹੋ ਗਏ, ਮੈਂ ਸਵੇਰੇ 4-5 ਵਜੇ ਵਾਲੀ ਟ੍ਰੇਨ ਫੜ ਕੇ ਨਾ ਉੱਥੇ ਪਹੁੰਚ ਗਿਆ, ਲਹਿਰਾ ਮੁਹੱਬਤ ਬਠਿੰਡਾ। ਫਿਰ ਉੱਥੋਂ ਥਰਮਲ ਪਲਾਂਟ ਪਹੁੰਚਿਆ, ਫਿਰ ਉੱਥੋਂ ਘਰ ਪਹੁੰਚਿਆ। ਇਸ ਤਰੀਕੇ ਮੈਨੂੰ ਪਤਾ ਲੱਗਿਆ ਵੀ ਤੁਸੀਂ ਦੇਖ ਲਓ ਵੀ ਉਦੋਂ ਕਮਿਊਨੀਕੇਸ਼ਨ ਕਿੰਨਾ ਲੈਕ ਸੀ। ਯਾਨੀ ਕਿ ਕੋਈ ਬਹੁਤ ਜ਼ਿਆਦਾ ਜਨਰੇਸ਼ਨ ਦੀ ਗੈਪ ਵੀ ਨਹੀਂ ਕਰਦਾ ਵੀ 3 ਜਨਰੇਸ਼ਨ ਦਾ ਫਰਕ ਹੈ, ਮਤਲਬ ਇਹ 20 ਸਾਲਾਂ ਦੇ ਵਿੱਚ ਹੀ ਇੰਨਾ ਫਰਕ ਆ ਗਿਆ। ਹੁਣ ਆਪਾਂ ਨੂੰ 1-1 ਮਿੰਟ ਦਾ ਪਤਾ ਹੁੰਦਾ ਹੈ ਨਾ, ਵੀ ਇੱਥੇ ਚੱਲ ਗਿਆ, ਇਹ ਇੱਥੇ ਚੱਲ ਗਿਆ, ਇੱਥੇ ਚੱਲ ਗਿਆ। ਉਦੋਂ ਇਹ ਵੀ ਨਹੀਂ ਪਤਾ ਲੱਗਿਆ ਵੀ ਫੈਮਿਲੀ ਟਰਾਂਸਫਰ ਹੋ ਗਈ ਪਾਪਾ ਦੀ, ਤੇ ਉਹ ਰੋਪੜ ਤੋਂ ਬਠਿੰਡੇ ਸ਼ਿਫਟ ਹੋ ਗਏ। ਉਹ ਵੀ ਮੈਨੂੰ 4-5 ਦਿਨਾਂ ਬਾਅਦ ਪਤਾ ਲੱਗਿਆ। ਫਿਰ ਮੈਂ ਘਰ ਲੱਭਿਆ ਉੱਥੇ ਜਾ ਕੇ। ਚਲੋ ਉਹ ਇਨਸੀਡੈਂਟ ਕਿੰਨਾ ਵਧੀਆ ਯਾਦ ਹੈ ਮੈਨੂੰ, ਅੱਜ ਵੀ ਪਿਕਚਰ ਅੱਖਾਂ ਦੇ ਸਾਹਮਣੇ ਆ ਜਾਂਦੀ ਹੈ ਵੀ ਕਿਵੇਂ ਮੈਂ ਉੱਥੇ ਪਹੁੰਚਿਆ ਸੀ। ਇੰਨਾ ਬਿਲਕੁਲ ਜਿੰਨਾ ਸੌਖਾ ਹੋਇਆ ਟੈਕਨੋਲੋਜੀ ਨਾਲ, ਉਹਨੀਆਂ ਕੁਝ ਚੀਜ਼ਾਂ ਜਿਹੜੀਆਂ ਯਾਦਾਂ ਬਣਦੀਆਂ ਸੀ ਉਹ ਖਤਮ ਵੀ ਹੋ ਗਈਆਂ ਸ਼ਾਇਦ। ਜਿਹੜਾ ਵਰਤਨ ਉਦੋਂ ਜ਼ਿਆਦਾ ਸੀ, ਹੁਣ ਉਹਨਾਂ ਨਹੀਂ ਰਿਹਾ, ਹੈ ਨਾ। ਥੋੜਾ ਜਿਹਾ ਪਲੱਸ ਵੀ ਹੈ, ਫਰਕ ਤਾਂ ਹਰ ਪਾਸੇ ਪੈਂਦਾ। सर घर में 4-5 लोग होते हैं, वो अपने अपने फोन पे लगे होते हैं, आपस में बात कम कर रहे होते हैं। तो बिल्कुल। सर आपने
टीचिंग कब डिसाइड किया जैसे कि मुझे टीचिंग प्रोफेशन में जाना है? ਜਦੋਂ ਬੀਟੈਕ ਦੇ ਵਿੱਚ ਇੱਕ ਛੋਟਾ ਜਿਹਾ ਇਨਸੀਡੈਂਟ ਹੋਰ ਸ਼ੇਅਰ ਕਰਦਾ ਹਾਂ। ਜਦੋਂ ਲੈਬ ਸੀ, ਸਾਡੀ ਪਹਿਲੀ ਲੈਬ ਸੀ ਬੀਟੈਕ ਸੀ ਪ੍ਰੋਗਰਾਮਿੰਗ, ਉਦੋਂ ਵੀ ਸੀ ਹੀ ਹੁੰਦੀ ਸੀ ਪ੍ਰੋਗਰਾਮਿੰਗ, ਲਾਈਕ ਬੇਸ ਸਾਈਕਲ ਪ੍ਰੋਗਰਾਮਿੰਗ ਦਾ। ਮੈਂ ਤਾਂ ਅੱਜ ਵੀ ਕਹਿੰਦਾ ਸਟੂਡੈਂਟਸ ਨੂੰ ਵੀ ਅਗਰ ਸੀ ਨਹੀਂ ਆਉਂਦੀ, ਦਿਸ ਮੀਨਸ ਤੁਸੀਂ ਪ੍ਰੋਗਰਾਮਿੰਗ ਨਹੀਂ ਸਿੱਖ ਸਕਦੇ। ਸੀ ਸਿੱਖਣਾ ਤਾਂ ਪਹਿਲੀ ਪ੍ਰੈਫਰੈਂਸ ਹੋਣੀ ਚਾਹੀਦੀ ਹੈ, ਜਿਹੜਾ CSC ਕਰ ਰਿਹਾ ਜਾਂ ਇਲੈਕਟ੍ਰੋਨਿਕਸ ਕਰ ਰਿਹਾ, ਈਵਨ ਮਕੈਨੀਕਲ, ਉਸ ਤੋਂ ਬਿਨਾਂ ਤਾਂ ਬਿਲਕੁਲ ਹੀ ਨਹੀਂ। ਜਦੋਂ ਸਾਡੀ ਪਹਿਲੀ ਲੈਬ ਸੀ, ਮੈਂ ਸੀ, ਇੱਕ ਮੇਰਾ ਫਰੈਂਡ ਸੀ, ਹਰਕਮਲ ਨਾਮ ਹੈ ਉਸਦਾ, ਉਹ ਨੰਗਲਵਾਲ ਦਾ ਹੀ ਸੀ, ਉਹ ਵੀ ਹਰਕਮਲ। ਅਸੀਂ ਇਕੱਠੇ ਬੈਠੇ ਕੰਪਿਊਟਰ ਤੇ, ਸਾਨੂੰ ਟੀਚਰ ਨੇ ਕਹਿਤਾ ਵੀ ਪੈਲੈਂਡਰੋਮ ਦਾ ਪ੍ਰੋਗਰਾਮ ਬਣਾ ਲਓ, ਇਨਪੁਟ ਇਜ਼ ਸਟ੍ਰਿੰਗ ਇਜ਼ ਪੈਲੈਂਡਰੋਮ ਔਰ ਨੋਟ। ਉਹ ਜਿਹੜਾ ਨਾਲ ਵਾਲਾ ਹਰਕਮਲ ਸੀ, ਉਸਨੇ ਟਾਈਪ ਕਰਨਾ ਸਟਾਰਟ ਕਰਤਾ, ਸਟ੍ਰਿੰਗ ਇਜ਼ ਅ ਪੈਲੈਂਡਰੋਮ ਵੈਨ ਇਟਸ ਰਿਵਰਸ ਇਜ਼ ਆਲਸੋ ਪੈਲੈਂਡਰੋਮ, ਇੰਝ ਲਿਖੀ ਜਾਵੇ। ਮੈਂ ਤਾਂ ਸੋਚਿਆ, ਮੈਂ ਕਿਹਾ ਇਹ ਤਾਂ ਬੜਾ ਹੁਸ਼ਿਆਰ ਆ ਵੀ ਇਹਨੇ ਤਾਂ, ਟੀਚਰ ਨੇ ਇੱਕ ਕਿਹਾ ਪ੍ਰੋਗਰਾਮ ਇਹਨੇ ਲਿਖਤਾ ਹੈ। ਫਿਰ ਮੈਂ ਨਾਲ ਵਾਲੇ ਕੰਪਿਊਟਰ ਤੇ ਉਹਨੂੰ ਦੇਖ ਕੇ ਦੱਸਿਆ, ਮੈਂ ਕਿਹਾ ਯਾਰ ਉਹ ਤਾਂ ਕੋਈ ਲੂਪ ਲਾਪ ਲਾਈ ਜਾਂਦੇ ਆ, ਫੋਰ ਲੂਪ, ਵਾਈਲ ਲੂਪ, ਤੂੰ ਭਾਸ਼ਣ ਜਿਹਾ ਹੀ ਲਿਖੀ ਜਾਂਦਾ ਹੈ ਵੀ ਸਟ੍ਰਿੰਗ ਇਜ਼ ਪੈਲੈਂਡਰੋਮ, ਉਹ ਤਾਂ ਡੈਫੀਨੇਸ਼ਨ ਲਿਖਣ ਲੱਗ ਗਿਆ। ਮੈਂ ਕਿਹਾ ਇਹ ਨਹੀਂ ਹੁੰਦੀ ਵੀ ਪ੍ਰੋਗਰਾਮ ਨਾਲ ਵਾਲਿਆਂ ਦਾ ਦੇਖ ਕੁਝ ਹੋਰ ਲਿਖੀ ਜਾਂਦੇ ਆ। ਉਦੋਂ ਪਤਾ ਲੱਗ ਗਿਆ ਵੀ ਪ੍ਰੋਗਰਾਮਿੰਗ ਮੈਨੂੰ ਨਹੀਂ ਆਣੀ ਸਮਝ। ਤੇ ਪਹਿਲੇ 2-3 ਸਾਲ ਜੋ ਪ੍ਰੋਗਰਾਮਿੰਗ ਹੈ, ਪ੍ਰੋਗਰਾਮਿੰਗ ਨਹੀਂ ਕੀਤੀ ਮੈਂ, ਠੀਕ ਹੈ। ਬਟ ਜਿਹੜਾ ਮੇਰਾ ਇੰਟਰਸਟ ਸੀ, ਮੇਰਾ ਪਜ਼ਲ ਸੋਲਵਿੰਗ ਵਗੈਰਾ ਹੈ, ਜਿਹੜੇ ਹੁੰਦੇ ਨਾ, ਜਿਵੇਂ ਆਪਾਂ ਕਹਿੰਦੇ ਐਪਟੀਚਿਊਡ ਟੈਸਟ ਵਗੈਰਾ, ਜਾਂ ਜਿਹੜੀਆਂ ਕੋਈ ਬੁੱਕਸ ਹੁੰਦੀਆਂ, ਉਹ ਮੈਂ ਬਹੁਤ ਫੋਲੋ ਕਰਦਾ ਸੀ। ਤੇ 10th ਤੱਕ ਮੈਥਮੈਟਿਕਸ ਵੀ ਬਹੁਤ ਵਧੀਆ ਸੀ। ਤੇ ਜਿਹੜਾ ਪਜ਼ਲ ਸੋਲਵਿੰਗ ਸੀ, ਉਸ ਦੇ ਨਾਲ ਮੇਰੀ ਲੌਜਿਕ ਬਿਲਡਿੰਗ ਠੀਕ ਸੀ। ਪ੍ਰੋਗਰਾਮਿੰਗ ਤਾਂ ਮੈਂ ਸ਼ਾਇਦ ਬੀਟੈਕ 3rd ਈਅਰ ਤੱਕ ਨਹੀਂ ਆਉਂਦੀ ਸੀ ਮੈਨੂੰ। 4th ਈਅਰ ਦੇ ਵਿੱਚ ਕਿੰਨੀ ਕੁ ਆਉਂਦੀ ਸੀ, ਜੇ ਆਪਾਂ ਕਹੀਏ ਇਫ ਐਲਸ ਫੋਰ ਵਾਈਲ ਤੱਕ ਹੀ ਆਉਂਦੀ ਸੀ, ਇਸ ਤੋਂ ਜ਼ਿਆਦਾ ਨਹੀਂ ਆਉਂਦੀ ਸੀ ਮੈਨੂੰ ਪ੍ਰੋਗਰਾਮਿੰਗ। ਬਟ ਲੌਜੀਕਲੀ ਜਿਹੜੇ ਸੀ ਸਾਡੇ ਦੋਸਤਾਂ ਦਾ, ਜਿਵੇਂ ਗੱਲ ਇਸ ਤਰੀਕੇ ਦਾ ਬਿਹੇਵੀਅਰ ਸੀ, ਜਿਵੇਂ ਪਜ਼ਲਸ ਸੋਲਵਿੰਗ, ਕੋਈ ਬੁੱਕਸ ਆਉਂਦੀਆਂ ਕਾਫੀ, ਉਹ 'ਚ ਮਤਲਬ ਕਿ ਐਜ਼ ਏ ਜਿਹੜੀ ਕੋਈ ਕਨਫਿਊਜ਼ਿੰਗ ਵਾਲੀ ਪ੍ਰੋਬਲਮ ਸੀ, ਮਤਲਬ ਕੁਐਸਚਨ ਦੇਖ ਕੇ ਪਤਾ ਨਾ ਲੱਗੇ ਵੀ ਉਹਦਾ ਆਨਸਰ ਕੁਐਸਚਨ 'ਚ ਹੈ ਕਿ ਨਹੀਂ ਹੈ, ਬਟ ਉਸ 'ਚ ਲੱਭਣਾ ਹੁੰਦਾ ਸੀ ਨਾ, ਐਸੀ ਇੰਟਰਸਟ ਬਣਿਆ ਸੀ ਮੇਰਾ, ਜਿਸ ਦੇ ਨਾਲ ਮੇਰੇ ਲੌਜਿਕ ਠੀਕ ਬਣਦੇ ਗਏ। ਤੇ ਬੀਟੈਕ ਤੋਂ ਬਾਅਦ ਜਦੋਂ ਇੱਕ ਜਗ੍ਹਾ ਇੰਟਰਵਿਊ ਆਈ ਸੀ, ਇਹ ਬਠਿੰਡੇ ਹੀ PTU ਦੇ ਸਟੱਡੀ ਸੈਂਟਰ ਖੋਲ੍ਹੇ ਸੀ, ਉੱਥੇ ਉਹਨਾਂ ਨੇ ਇੰਟਰਵਿਊ ਸੀ ਮੇਰੀ, ਉਹ ਵੀ ਦੱਸਦਾ ਗੱਲ। ਉਹਨਾਂ ਨੇ ਇੱਕ ਇੰਟਰਵਿਊ ਦੇ ਵਿੱਚ ਮੈਨੂੰ ਕੁਐਸਚਨ ਪੁੱਛਿਆ ਵੀ ਸਵੈਪਿੰਗ ਆਫ 2 ਨੰਬਰ ਕਰੋ, ਠੀਕ ਹੈ। ਆਪਾਂ ਥਿਊਰੀ ਪੜ੍ਹੀ ਹੋਈ ਸੀ ਵੀ ਸਵੈਪਿੰਗ ਆਫ 2 ਨੰਬਰ, ਤੀਜਾ ਵੇਰੀਏਬਲ ਲਓ, ਐਵੇਂ ਕਰਕੇ ਹੋ ਜਾਂਦਾ ਹੈ ਨਾ, ਤੁਸੀਂ ਯਾਦ ਕੀਤਾ ਹੀ ਹੋਣਾ, C = A = C, ਹੈ ਨਾ। ਉਹਨਾਂ ਨੇ ਕਿਹਾ ਥਰਡ ਵੇਰੀਏਬਲ ਨਹੀਂ ਯੂਜ਼ ਕਰਨਾ ਹੈ, ਵੀ ਥਰਡ ਵੇਰੀਏਬਲ। ਮੈਂ ਕਿਹਾ ਵੀ ਥਰਡ ਵੇਰੀਏਬਲ ਯੂਜ਼ ਕੀਤੇ ਬਿਨਾਂ ਤਾਂ ਪੋਸੀਬਲ ਹੀ ਨਹੀਂ ਹੈ, ਕਿਉਂਕਿ ਨਹੀਂ ਸੁਣਿਆ ਹੋਇਆ ਸੀ, ਹੈ ਨਾ। ਉਹ ਕਹਿੰਦੇ ਨਹੀਂ, ਵੀ ਹੋ ਜਾਂਦਾ ਹੈ, ਵੀ ਪੋਸੀਬਲ ਹੈ। ਫਿਰ ਮੈਂ ਵੀ ਕਿਹਾ, ਮੈਂ ਕਿਹਾ ਵੀ ਜੇ ਵੈਸੇ ਤਾਂ ਮੈਨੂੰ ਲੱਗਦਾ ਵੀ ਨਹੀਂ ਹੁੰਦਾ ਹੈ, ਬਟ ਜੇ ਹੋ ਜਾਂਦਾ ਹੈ ਤਾਂ ਇਹ ਚਾਂਸ ਨਹੀਂ ਹੈ ਵੀ ਮੇਰੇ ਤੋਂ ਨਹੀਂ ਹੋਊਗਾ, ਫਿਰ ਮੇਰੇ ਤੋਂ ਵੀ ਹੋ ਜਾਊਗਾ। ਮੈਂ 10 ਮਿੰਟ, ਮੈਨੂੰ 2 ਮਿੰਟ ਦਿਓ, ਮੈਂ 2 ਮਿੰਟ ਲਏ, ਉਹ ਸੋਲਵ ਕਰ ਲਿਆ। ਆਪਾਂ ਐਡੀਸ਼ਨ ਮਲਟੀਪਲੀਕੇਸ਼ਨ ਵਾਲੇ ਮੈਥਡ ਨਾਲ ਹੋ ਜਾਂਦਾ ਹੈ ਨਾ, ਮੈਂ ਉਹਨਾਂ ਨੂੰ ਉਹਨਾਂ ਨੇ ਮੈਨੂੰ ਸਿਲੈਕਟ ਕਰ ਲਿਆ। ਉਦੋਂ ਤੱਕ ਪ੍ਰੋਗਰਾਮਿੰਗ ਨਹੀਂ ਆਉਂਦੀ ਸੀ, ਮਤਲਬ ਲੌਜਿਕ ਠੀਕ ਸੀ ਵੀ ਐਵੇਂ ਅਗਰ ਹੋ ਸਕਦਾ ਤਾਂ ਮੈਂ ਕਰ ਲੂੰਗਾ। ਜਦੋਂ ਫਿਰ ਮੈਂ ਉੱਥੇ ਪੜ੍ਹਾਉਣਾ ਸਟਾਰਟ ਕੀਤਾ, ਉਦੋਂ ਮੈਂ ਉਦੋਂ ਵੀ ਪ੍ਰੋਗਰਾਮਿੰਗ ਸਬਜੈਕਟ ਹੀ ਲਏ ਸੀ, C++, ਜਾਵਾ। ਬਟ ਉਦੋਂ ਜਦੋਂ ਪ੍ਰੋਗਰਾਮਿੰਗ ਸਬਜੈਕਟ ਉਦੋਂ ਮੈਂ ਸਟਾਰਟ ਕੀਤੇ, ਉਦੋਂ ਮੈਨੂੰ ਪਤਾ ਲੱਗਿਆ ਵੀ ਕੋਈ ਪ੍ਰੋਗਰਾਮਿੰਗ ਅਸਲ 'ਚ ਸਿੱਖਣ ਵਾਲੀ ਚੀਜ਼ ਹੀ ਨਹੀਂ ਹੈ। ਇਹ ਤਾਂ ਇਕੱਲੀ ਤੁਹਾਡੇ ਲੌਜਿਕ ਬਿਲਡਿੰਗ ਹੀ ਹੈ। ਕੋਈ ਵੀ ਪ੍ਰੋਗਰਾਮ ਦੇ, ਜਿਵੇਂ ਮੈਂ ਸ਼ਾਇਦ ਦੱਸਿਆ ਵੀ ਹੋਇਆ ਵੀ 2 ਪਾਰਟ ਆ, ਇੱਕ ਉਹਦਾ ਸਿੰਟੈਕਸ, ਇੱਕ ਹੈਗਾ ਲੌਜਿਕ। ਜਿਹੜੇ ਸਟੂਡੈਂਟ ਇੱਕ ਜਗ੍ਹਾ ਸਿੰਟੈਕਸ ਯਾਦ ਕਰਨ ਲੱਗ ਜਾਂਦੇ, ਲੌਜਿਕ ਨਹੀਂ ਸਮਝਦੇ। ਸਿੰਟੈਕਸ ਯਾਦ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ, ਉਹ ਤਾਂ ਆਪਣੇ ਆਪ ਹੀ 1 ਘੰਟੇ 'ਚ ਜਾਂ 2 ਘੰਟੇ 'ਚ ਹੀ ਸਾਰੇ ਯਾਦ ਹੋ ਜਾਂਦੇ ਆ। ਪਹਿਲੀ ਸਮਝਣ ਦੀ ਚੀਜ਼ ਕੀ ਹੈ, ਲੌਜਿਕ ਹੈ। ਜਦੋਂ ਮੈਂ ਲੌਜਿਕ ਮੇਰੀ ਠੀਕ ਸੀ, ਤੁਹਾਨੂੰ ਦੱਸਿਆ ਪਜ਼ਲਸ ਕਰਕੇ, ਜਦੋਂ ਮੈਂ ਪੜ੍ਹਾਉਣਾ ਸਟਾਰਟ ਕੀਤਾ ਤਾਂ ਮੈਨੂੰ ਲੱਗਦਾ ਹੈ ਕੋਈ ਵੀ ਪ੍ਰੋਗਰਾਮ ਐਸਾ ਨਹੀਂ ਸੀ ਜਿਹੜਾ ਮੇਰੇ ਤੋਂ ਨਾ ਬਣਿਆ ਹੋਵੇ। ਲਾਈਕ ਮੈਟ੍ਰਿਕਸ ਵਗੈਰਾ, ਮਲਟੀਪਲੀਕੇਸ਼ਨ ਵਗੈਰਾ, ਤਾਂ ਉਦੋਂ ਮੈਂ ਸੋਚ ਵੀ ਨਹੀਂ ਸਕਦਾ ਸੀ, ਜਿਹਨੂੰ ਲੂਪ ਵੀ ਨਹੀਂ ਆਉਂਦੀ ਵੀ ਇਹ ਕਿਵੇਂ ਬਣਨਗੇ, ਬਟ ਉਹ ਈਜ਼ੀਲੀ ਬਣਦੇ ਗਏ। ਅੱਜ ਤੱਕ ਹੁਣ ਪੰਜਾਬੀ ਲੈਂਗੁਏਜ ਲਈ ਅਸੀਂ ਕਾਫੀ ਪ੍ਰੋਜੈਕਟਸ ਵੀ ਬਣਾ ਰਹੇ ਹਾਂ। ਮਤਲਬ ਪ੍ਰੋਗਰਾਮਿੰਗ ਠੀਕ ਹੁੰਦੀ ਗਈ। ਤੇ ਮੈਂ ਸਟੂਡੈਂਟਸ ਨੂੰ ਜ਼ਰੂਰ ਕਹੂੰਗਾ ਵੀ ਲੌਜਿਕ ਵੱਲ ਧਿਆਨ ਦੇਣਾ, ਸਿੰਟੈਕਸ ਨਹੀਂ ਯਾਦ ਰੱਖਣੇ ਵੀ ਕਿੱਥੇ ਸੈਮੀਕੋਲਨ ਲਾਣਾ, ਕਿੱਥੇ ਨਹੀਂ ਲਾਣਾ, ਕਿੱਥੇ ਬ੍ਰੈਕਟ ਲਾਣੀ, ਕਿੱਥੇ ਨਹੀਂ ਲਾਣੀ, ਉਹਦੀ ਕੋਈ ਜ਼ਰੂਰਤ ਨਹੀਂ ਹੈ। ਉਹ ਆਪਣੇ ਆਪ ਹੀ ਯਾਦ ਹੋ ਜੂਗੀ ਜਦੋਂ 4 ਪ੍ਰੋਗਰਾਮ ਬਣਾਉਂਗੇ। ਕੇਵਲ ਆਪਾਂ ਅੰਡਰਸਟੈਂਡ ਕੀ ਕਰਨਾ ਹੈ, ਲੌਜਿਕ ਕਰਨੇ ਉਹਦੇ ਅੰਡਰਸਟੈਂਡ। ਲਾਈਕ ਆਪਾਂ ਸਵੈਪਿੰਗ ਆਫ 2 ਨੰਬਰ ਦੀ ਗੱਲ ਕੀਤੀ, ਆਪਾਂ ਸਟੂਡੈਂਟ ਕਾਫੀ ਕੀ ਕਰਦੇ ਆ, ਜਦ ਸਟਾਰਟਿੰਗ 'ਚ ਬੀਟੈਕ 'ਚ ਮੈਂ ਵੀ ਕੀ ਕੀਤਾ ਸੀ,
3 ਲਾਈਨ, ਬਾਕੀ ਸਾਰਾ ਕੁਝ ਸਮਝਣ ਦੀ ਕੋਸ਼ਿਸ਼ ਕਰੀ ਗਏ, ਪ੍ਰਿੰਟ ਐਫ, ਸਕੈਨ ਐਫ, ਜਿਹੜਾ ਲੌਜਿਕ ਸੀ C = A = B, B = C, ਉਹ 3 ਚੀਜ਼ਾਂ ਦਾ ਆਪਾਂ ਰੱਟਾ ਲਗਾ ਲਿਆ, ਉਹ ਸਮਝਿਆ ਨਹੀਂ, ਉਹਦਾ ਉਲਟ ਚਾਹੀਦਾ ਸੀ। ਉਹ 3 ਲਾਈਨਾਂ ਸਮਝਣ ਦੀ ਜ਼ਰੂਰਤ ਹੈ, ਬਾਕੀ ਚੀਜ਼ਾਂ ਰੱਟੇ ਦੀ ਜ਼ਰੂਰਤ ਹੈ, ਵੀ ਕਿੱਥੇ ਸੈਮੀਕੋਲਨ ਹੈ, ਕਿੱਥੇ ਕੀ ਹੈ, ਠੀਕ ਹੈ ਨਾ। ਬੀਟੈਕ ਦੇ ਵਿੱਚ ਹਾਂਜੀ ਉਦੋਂ ਹੀ ਫਿਰ ਚੱਲਦਾ ਗਿਆ ਪ੍ਰੋਗਰਾਮਿੰਗ ਦੇ ਵਿੱਚ। ਜਦੋਂ ਪ੍ਰੋਗਰਾਮਿੰਗ 'ਚ ਇੰਟਰਸਟ ਪੈ ਗਿਆ, ਉਦੋਂ ਫਿਰ ਪੜ੍ਹਾਉਣ 'ਚ ਵੀ ਉਦੋਂ ਇੰਟਰਸਟ ਪਿਆ ਵੀ ਸਟੂਡੈਂਟਸ ਨੂੰ ਵੀ ਪ੍ਰੋਗਰਾਮਿੰਗ ਲੈਂਗੁਏਜ ਕਰਾਈਆਂ ਜਾਣ। ਫਿਰ ਸਟੂਡੈਂਟਸ ਦਾ ਰਿਸਪੌਂਸ ਦੇਖ ਕੇ ਮੈਨੂੰ ਵਧੀਆ ਲੱਗਿਆ ਵੀ ਉਹ ਸ਼ਾਇਦ ਸਿੱਖ ਰਹੇ ਆ, ਜਿਹੜੀ ਚੀਜ਼ ਉਹਨਾਂ ਨੂੰ ਔਖੀ ਲੱਗਦੀ ਸੀ ਜਾਂ ਜਿਹੜੀ ਚੀਜ਼ ਮੈਨੂੰ ਔਖੀ ਲੱਗਦੀ ਸੀ, ਉਹ ਸਟੂਡੈਂਟਸ ਨੂੰ ਇੰਨੀ ਔਖੀ ਨਹੀਂ ਲੱਗੀ। ਮਤਲਬ ਕਿ ਆਪਾਂ ਇਹ ਨਹੀਂ ਕਹਿੰਦੇ 100% ਵੀ ਮੈਂ ਵੀ ਵਧੀਆ ਹੋਣਾ, ਬਟ ਸਟੂਡੈਂਟਸ ਸਮਝਣੇ ਸ਼ੁਰੂ ਕਰ ਗਏ। ਉਦੋਂ ਜਦੋਂ ਸਟੂਡੈਂਟ ਸਮਝਣੇ ਸ਼ੁਰੂ ਕਰ ਗਏ, ਫਿਰ ਮੇਰਾ ਵੀ ਇੰਟਰਸਟ ਵੱਧਦਾ ਗਿਆ ਟੀਚਿੰਗ ਦੇ ਵਿੱਚ, ਵੀ ਮੈਂ ਹੋਰ ਪੜ੍ਹਾਵਾਂ, ਜਿੰਨਾ ਹੋ ਸਕੇ ਉਹਨਾਂ ਟੀਚਰਸ ਸਟੂਡੈਂਟਸ ਨੂੰ ਉਹਨੇ ਵਧੀਆ ਤਰੀਕੇ ਕਰਾਵਾਂ ਪ੍ਰੋਗਰਾਮਿੰਗ ਲੈਂਗੁਏਜਸ। ਜਦ ਕਿ ਜਦੋਂ ਤੱਕ ਪਾਸ ਆਊਟ ਹੋਇਆ ਸੀ 2001 ਤੱਕ ਕੋਈ ਇੰਟਰਸਟ ਨਹੀਂ ਸੀ ਟੀਚਿੰਗ ਵਿੱਚ ਵੀ। ਟੀਚਿੰਗ 'ਚ ਉਦੋਂ ਮੇਰਾ ਸੀਗਾ ਵੀ ਸਪੋਰਟਸ ਵਗੈਰਾ 'ਚ ਕਿਤੇ ਜਾਵਾਂਗੇ, ਲਾਈਕ ਹਰੇਕ ਸਟੂਡੈਂਟ ਦਾ ਹੀ ਹੁੰਦਾ ਵੀ ਸਪੋਰਟਸ ਵਿੱਚ ਜਾਵਾਂਗੇ, ਹੈ ਨਾ। ਬਟ ਟਾਈਮ ਦੇ ਨਾਲ ਨਾਲ ਸਾਰੇ ਕੁਝ ਚੇਂਜਸ ਆਉਂਦੀਆਂ ਜਾਂਦੀਆਂ, ਤੇ ਜਿਹੜਾ ਮੇਰਾ ਇਹ ਪ੍ਰੋਫੈਸ਼ਨ ਹੈ, ਸ਼ਾਇਦ ਮੈਂ ਇਸ 'ਚ ਪੂਰੀ ਤਰ੍ਹਾਂ ਖੁਸ਼ ਹਾਂ। ਜਿਹੜਾ ਹੁੰਦਾ ਨਾ ਵੀ ਇੱਕ ਕਿਸੇ ਦਾ ਵੀ ਮੈਂ ਇਸ ਤੋਂ ਬਾਅਦ ਇਹ ਵੀ ਕਰਨਾ, ਫਿਲਹਾਲ ਮੇਰਾ ਇਹ ਉਹੀ ਚੀਜ਼ ਆ ਜਿਹੜੀ ਚੀਜ਼ ਮੈਂ ਚਾਹੁੰਦਾ ਸੀ ਵੀ ਟੀਚਿੰਗ ਦੇ ਵਿੱਚ। ਇੱਥੇ ਯੂਨੀਵਰਸਿਟੀ 'ਚ, ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ, ਉਹ ਵੀ ਇੱਕ ਸੱਚੀ ਡ੍ਰੀਮ ਕਮ ਟਰੂ ਵਾਲੀ ਇਹ ਗੱਲ ਹੈ। ਸਰ ਜਿਵੇਂ ਤੁਸੀਂ ਦੱਸਿਆ ਕਿ ਹੁਣ ਟੀਚਿੰਗ ਕਰਨਾ ਤੁਹਾਨੂੰ ਮਤਲਬ ਅੱਛਾ ਲੱਗ ਰਿਹਾ, ਜਿਵੇਂ ਪਹਿਲੇ ਜੋ ਚੀਜ਼ਾਂ ਤੁਸੀਂ ਆਪ ਨਹੀਂ ਸਮਝ ਪਾ ਰਹੇ ਸੀ, ਹੁਣ ਜੋ ਤੁਸੀਂ ਦੂਜਿਆਂ ਨੂੰ ਸਮਝਾਉਂਦੇ ਹੋ ਤੇ ਖੁਸ਼ੀ ਮਿਲਦੀ ਹੈ ਤੁਹਾਨੂੰ। ਕਦੀ ਇੰਜ ਹੋਇਆ ਕਿ ਜਿਵੇਂ ਇੰਨੇ ਸਾਲਾਂ ਤੋਂ ਟੀਚਿੰਗ ਕਰ ਰਹੇ ਹੋ, ਕਦੀ ਕੋਈ ਡਿਫਿਕਲਟੀਜ਼ ਤੁਸੀਂ ਫੇਸ ਕੀਤੀ ਹੋਣ ਟੀਚਿੰਗ ਪ੍ਰੋਫੈਸ਼ਨ ਦੇ ਵਿੱਚ, ਸਟੂਡੈਂਟਸ ਦੇ ਨਾਲ ਹੋ ਸਕਦਾ ਹੈ ਜਾਂ ਕੋਈ ਹੋਰ ਵੀ ਹੋ ਸਕਦੀ ਹੈ, ਉਹ ਜੇ ਤੁਸੀਂ ਦੱਸਣਾ ਚਾਹੋ। ਵੈਸੇ ਜਿਹੜੇ ਸਟੂਡੈਂਟ ਮੇਰੇ ਤੋਂ ਪੜ੍ਹੇ ਆ ਜਾਂ ਪੜ੍ਹ ਰਹੇ ਆ, ਉਹਨਾਂ ਨੂੰ ਪਤਾ ਵੀ ਮੈਨੂੰ ਗੁੱਸਾ ਜ਼ਿਆਦਾ ਨਹੀਂ ਆਉਂਦਾ ਵੈਸੇ, ਠੀਕ ਹੈ ਨਾ। ਇੰਜ ਨਹੀਂ ਵੀ ਮੈਨੂੰ ਬਹੁਤ ਗੁੱਸਾ ਆਉਂਦਾ, ਪਰ ਕਦੀ ਕਦੀ ਕੁਝ ਇੰਸੀਡੈਂਟ ਹੋ ਜਾਂਦੇ ਆ ਵੀ ਜਦੋਂ ਮੈਂ ਬਹੁਤ ਕੋਸ਼ਿਸ਼ ਕਰ ਰਿਹਾ ਪੜ੍ਹਾਉਣ ਦੀ ਤੇ ਸਟੂਡੈਂਟ ਸੁਣ ਵੀ ਨਹੀਂ ਰਹੇ। ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਸਮਝੋ, ਮੈਨੂੰ ਪਤਾ ਵੀ ਸਾਰਿਆਂ ਨੂੰ ਨਹੀਂ ਸਮਝ ਆ ਸਕਦੀ। ਪ੍ਰੋਗਰਾਮਿੰਗ ਲੈਂਗੁਏਜ ਐਗਜ਼ੈਕਟਲੀ ਮੈਥ ਵਰਗੀ ਹੈ, 2 ਚੀਜ਼ਾਂ ਹੀ ਹੈ, 0 1 ਨਹੀਂ ਹੈ, ਜਾਂ ਤਾਂ ਸਮਝ ਆਊਗੀ ਜਾਂ ਨਹੀਂ ਆਊਗੀ, ਇਹ ਵਿਚਕਾਰ ਨਹੀਂ ਰਹਿ ਸਕਦੀ ਪ੍ਰੋਗਰਾਮਿੰਗ ਲੈਂਗੁਏਜ। ਜਿਵੇਂ ਮੈਥਮੈਟਿਕਸ ਦੀ ਆਪਾਂ ਗੱਲ ਕਰੀਏ, ਜਾਂ ਤਾਂ 80 ਤੋਂ ਅਬਵ ਸਟੂਡੈਂਟ ਹੈ, 80% ਤੋਂ ਅਬਵ ਆਉਂਦੇ ਆ, ਜਾਂ 50 ਤੋਂ ਘੱਟ ਆਉਂਦੇ ਆ, 65 70 ਵਾਲੇ ਕੋਈ ਸਟੂਡੈਂਟ ਹੁੰਦਾ ਹੈ, ਠੀਕ ਹੈ ਨਾ। ਐਵੇਂ ਪ੍ਰੋਗਰਾਮਿੰਗ ਲੈਂਗੁਏਜ ਵੀ ਸੇਮ ਇਹੀ ਹੈ, ਜਾਂ ਤਾਂ ਬਿਲਕੁਲ ਹੀ ਨਹੀਂ ਸਮਝ ਆਣੀ ਜਾਂ ਸਾਰੀ ਸਮਝ ਆਣੀ ਹੈ। ਮੇਰਾ ਇਕੱਲਾ ਇਹੀ ਹੁੰਦਾ ਵੀ ਜਦੋਂ ਮੈਂ ਬਹੁਤ ਕੋਸ਼ਿਸ਼ ਕਰ ਰਿਹਾ ਵੀ ਜਿਹਨੂੰ ਨਹੀਂ ਸਮਝ ਆ ਰਹੀ ਐਟਲੀਸਟ ਇੱਕ ਵਾਰ ਸੁਣ ਕੇ ਤਾਂ ਦੇਖੇ, ਬਸ ਉਦੋਂ ਹੀ ਥੋੜਾ ਜਿਹਾ ਗੁੱਸਾ ਆਉਂਦਾ। ਬਾਕੀ ਮੇਰੇ ਸਟੂਡੈਂਟ ਨਾਲ ਕਦੀ ਕੋਈ ਪ੍ਰੋਬਲਮ ਵਾਲੀ ਗੱਲ ਕਦੀ ਵੀ ਨਹੀਂ ਹੋਈ। ਹੋ ਸਕਦਾ ਕਦੀ 1-2 ਵਾਰ ਡਾਂਟਿਆ ਹੋਵੇ स्टूडेंट्स ਨੂੰ, बट रेयरली हुई है। फिर एक चीज हम काफी बार सुनते हैं कि जो MNCs होती हैं, इंडियन MNCs, इन्फोसिस, TCS, ये अपने एम्प्लॉयज से काफी काम करवाते हैं, मतलब उतनी पेज नहीं देते लेकिन काम बहुत ज्यादा करवाते हैं, और सुबह से रात तक। तो फिर स्टूडेंट्स को आप इस बारे में क्या कहना चाहोगे? नहीं, काम ज्यादा ਦੀ ਨਹੀਂ ਗੱਲ ਹੁੰਦੀ, ਉਹ ਕੰਮ ਕਰਾਉਂਦੇ ਆ, ਉਹ ਤਾਂ ਸਾਡੀ ਕੈਪੇਬਿਲਿਟੀ ਹੈ, ਅਸੀਂ ਉਹ ਕੰਮ ਜਲਦੀ ਕਰ ਰਹੇ ਹਾਂ ਕਿ ਸਲੋ ਕਰ ਰਹੇ ਹਾਂ, ਠੀਕ ਹੈ। ਕੋਈ ਇੱਕ ਕੁਐਸਚਨ ਹੈ, ਸਪੋਜ਼ ਮੈਂ ਤੁਹਾਨੂੰ ਕੋਈ ਸਿੰਪਲ ਇੱਕ ਪ੍ਰੋਜੈਕਟ ਦੇਦਾ, ਮੈਂ ਪ੍ਰੋਜੈਕਟ ਦਿੱਤਾ ਹੈ, ਹੁਣ ਉਹ ਆਪਣੀ ਕੈਪੇਬਿਲਿਟੀ ਹੈ ਵੀ ਅਸੀਂ ਉਹਨੂੰ 1 ਘੰਟੇ 'ਚ ਬਣਾ ਰਹੇ ਹਾਂ ਕਿ 4 ਦਿਨ ਲਟਕਾ ਰਹੇ ਹਾਂ, ਠੀਕ ਹੈ ਨਾ। ਮੇਰੇ ਖਿਆਲ ਨਾਲ ਕੰਮ ਨਹੀਂ ਜ਼ਿਆਦਾ ਹੁੰਦਾ, ਸ਼ਾਇਦ ਆਪਾਂ ਉਨੀ ਵਧੀਆ ਤਰੀਕੇ ਨਾਲ ਐਫਰਟ ਨਹੀਂ ਕੀਤੀਆਂ ਹੁੰਦੀਆਂ। ਕੰਮ ਅਸਲ 'ਚ ਜੇ ਮੇਰੇ ਖਿਆਲ ਨਾਲ ਸਟੂਡੈਂਟ ਪਾਸ ਆਊਟ ਹੋ ਕੇ ਪਹਿਲੇ 3 ਸਾਲ ਦੇ ਵਿੱਚ ਇਹ ਕਹਿ ਰਿਹਾ ਵੀ ਮੈਨੂੰ ਕੰਮ ਜ਼ਿਆਦਾ ਮਿਲ ਰਿਹਾ, ਤਾਂ ਉਹ ਗਲਤ ਹੈ। ਉਹਦੇ 'ਚ ਤਾਂ ਮੈਂ ਕਹਿੰਦਾ ਪਹਿਲੇ 15 ਸਾਲ ਇੰਨੀ ਜ਼ਿਆਦਾ એનર્ਜੀ ਹੋਣੀ ਚਾਹੀਦੀ ਹੈ ਵੀ ਉਹਨੂੰ ਹੋਣਾ ਚਾਹੀਦਾ ਹੋਰ ਕੰਮ ਮਿਲੇ, ਠੀਕ ਹੈ ਨਾ। ਜਿਹੜੀ ਮੈਨੂੰ ਕੁਝ ਸਟੂਡੈਂਟਸ ਤੋਂ ਫੀਡਬੈਕ ਮਿਲਦੀ ਹੈ ਵੀ ਸ਼ਾਇਦ ਆਪਣੇ ਤੋਂ ਉਨੇ ਤਰੀਕੇ ਨਾਲ ਜਾਂ ਆਪਾਂ ਇੰਨੇ ਤਰੀਕੇ ਇੱਥੋਂ ਵਧੀਆ ਬਣ ਕੇ, ਜਿਵੇਂ ਮੈਂ ਪਹਿਲਾਂ ਹੀ ਕਿਹਾ ਸੀ ਵੀ ਜਿਹੜੀ C ਲੈਂਗੁਏਜ ਹੈ ਅਗਰ ਉਹ ਸਟਰੋਂਗ ਹੈ ਤਾਂ ਮੇਰੇ ਖਿਆਲ ਨਾਲ ਆਪਣੀ ਜਿਹੜੀ ਪ੍ਰੋਗਰਾਮਿੰਗ ਦੀ ਕੈਪੇਬਿਲਿਟੀ ਹੈ, ਜਾਂ ਜਿਹੜਾ ਆਪਾਂ ਕਹੀਏ ਵੀ ਜਿੰਨਾ ਆਪਾਂ ਟਾਈਮ ਲਗਾਉਂਦੇ ਹਾਂ ਪ੍ਰੋਗਰਾਮ ਦੇ ਵਿੱਚ, ਉਹ ਹਾਫ ਹੋ ਜਾਊਗਾ। ਜਿਹੜਾ ਕੰਮ ਸ਼ਾਇਦ ਅਸੀਂ 8 ਘੰਟੇ 'ਚ ਕਰਦੇ ਹਾਂ, ਸ਼ਾਇਦ 2-3 ਘੰਟੇ 'ਚ ਹੀ ਹੋ ਜਾਊਗਾ। ਫਿਰ ਸਾਨੂੰ ਐਵੇਂ ਨਹੀਂ ਲੱਗੂਗਾ ਵੀ ਸਾਡੇ ਤੋਂ ਕੰਮ ਜ਼ਿਆਦਾ ਲੈਂਦੇ ਆ। ਕੰਮ ਜ਼ਿਆਦਾ ਤਾਂ ਉਦੋਂ ਲੱਗਦਾ ਜਦੋਂ ਅਸੀਂ ਟਾਈਮ ਜ਼ਿਆਦਾ ਲਗਾ ਰਹੇ ਹਾਂ, ਠੀਕ ਹੈ ਨਾ। ਟਾਈਮ ਜ਼ਿਆਦਾ ਹੁੰਦਾ, ਕੰਮ ਕੋਈ ਜ਼ਿਆਦਾ ਨਹੀਂ ਹੁੰਦਾ ਵੀ ਸਾਡੇ ਤੋਂ ਟਾਈਮ ਸ਼ਾਇਦ ਜ਼ਿਆਦਾ ਲੱਗ ਰਿਹਾ, ਮੈਨੂੰ ਐਵੇਂ ਲੱਗਦਾ। ਬਾਕੀ ਕੁਝ ਗੱਲ ਇਹ ਬਿਲਕੁਲ ਗਲਤ ਵੀ ਨਹੀਂ ਹੈ ਸਟੂਡੈਂਟਸ ਦੀ ਵੀ ਕੰਮ ਜ਼ਿਆਦਾ ਵੀ ਲੈਂਦੇ ਆ, ਬਟ ਟਾਈਮ ਤਾਂ ਉਨਾ ਹੀ ਹੈ ਨਾ ਵੀ 10 ਘੰਟੇ 12 ਘੰਟੇ ਤੁਸੀਂ ਕੰਮ ਕਰਨਾ। ਤੇ ਮੇਰੇ ਖਿਆਲ ਨਾਲ ਜਿਹੜਾ ਸਟੂਡੈਂਟ ਹੈ, ਲਰਨਰ ਹੈ, ਅਗਰ ਉਹ ਇੰਨਾ ਟਾਈਮ ਲਗਾ ਰਿਹਾ ਆਪਣੇ ਫਿਊਚਰ ਲਈ ਤਾਂ ਉਹ ਬਹੁਤ ਜ਼ਰੂਰੀ ਹੈ, ਕਿਉਂਕਿ
ਜੇ ਆਪਾਂ ਦੇਖੀਏ ਬੀਟੈਕ ਪਾਸ ਆਊਟ ਤੱਕ ਅਸੀਂ ਆਪਣੀ, ਜੇ ਆਪਾਂ ਕਹੀਏ 12 ਪਲੱਸ 4 16 ਤੇ 3-4 ਸਾਲ ਪਹਿਲਾਂ 20 ਸਾਲ ਲਗਾਤੇ, 18-20 ਸਾਲ ਲਗਾਤੇ ਪੜ੍ਹਾਈ ਦੇ ਲਈ, ਹਨਾ, ਪੜ੍ਹਾਈ ਕਰਦੇ ਕਰਦੇ। ਹੁਣ ਅਗਲੇ 3 ਸਾਲ ਉਹ ਹੈ ਜਿਹੜੇ ਉਹ ਪਿਛਲੇ 20 ਸਾਲ ਨੂੰ ਸਪੋਰਟ ਕਰੂਗੇ। ਉਹ 20 ਸਾਲ ਨਾਲ ਸਾਨੂੰ ਇੱਕ ਚਾਂਸ ਮਿਲਿਆ, ਅਗਲੇ 3 ਸਾਲ ਤੁਸੀਂ ਪੂਰਾ ਜ਼ੋਰ ਲਗਾਓ। ਜਿੰਨਾ ਜ਼ਿਆਦਾ ਜ਼ੋਰ ਲਗਾਵਾਂਗੇ, 20 ਸਾਲ ਦੀ ਮਿਹਨਤ ਇੱਕ ਪਾਸੇ, ਉਹ 3 ਸਾਲ ਦੀ ਮਿਹਨਤ ਇੱਕ ਪਾਸੇ ਰੱਖ ਕੇ ਦੇਖੋ ਕਿੱਥੇ ਦਾ ਕਿੱਥੇ ਪਹੁੰਚ ਸਕਦਾ ਸਟੂਡੈਂਟ। ਬਟ ਐਕਸਕਿਊਜ਼ ਤਾਂ ਮੇਰੇ ਖਿਆਲ ਨਾਲ ਨਹੀਂ ਦੇਣਾ ਚਾਹੀਦਾ ਵੀ ਉਹ ਕੰਮ ਜ਼ਿਆਦਾ ਲੈਂਦੇ ਆ, ਠੀਕ ਹੈ ਨਾ। ਕੰਮ ਤੁਸੀਂ 1 ਸਾਲ ਜ਼ਿਆਦਾ ਕਰ ਲਓ, ਹੋ ਸਕਦਾ 1 ਸਾਲ ਸਾਡੇ ਤੋਂ ਜ਼ਿਆਦਾ ਕੰਮ ਲੈਣ, ਜਿੰਨੀ ਐਫਰਟ ਸਾਨੂੰ ਪੇ ਘੱਟ ਦੇਣ, ਕੋਈ ਜ਼ਰੂਰਤ ਨਹੀਂ ਹੈ ਹਲੇ ਫਿਲਹਾਲ। ਆਪਾਂ ਹਲੇ ਉਹਨੂੰ ਤੁਸੀਂ ਅਗਲੇ 2 ਸਾਲ ਵੀ ਆਪਾਂ ਨੂੰ ਸਟੱਡੀ ਮੰਨ ਕੇ ਹੀ ਚੱਲੋ ਵੀ ਸਾਡੀ ਸਟੱਡੀ ਹੋਈ ਹੋ ਰਹੀ ਹੈ। ਈਵਨ ਜੋ ਸਾਨੂੰ ਪੈਸੇ ਦੇ ਰਹੇ ਆ, ਪੇ ਦੇ ਰਹੇ ਆ, ਉਹ ਸਾਨੂੰ ਫ੍ਰੀ ਦੀ ਹੋਈ ਦੇ ਰਹੇ ਆ। ਇੰਝ ਮੰਨ ਕੇ ਜਦੋਂ ਇੱਕ ਵਾਰ ਚੱਲੋਗੇ ਤਾਂ ਈਜ਼ੀ ਲੱਗੂਗਾ ਸ਼ਾਇਦ, ਮੈਨੂੰ ਲੱਗਦਾ। ਸਰ ਇੱਕ ਕੁਐਸਚਨ ਹੋਰ ਅੱਜ ਕੱਲ ਬੜੇ ਬੱਚਿਆਂ ਦੇ ਦਿਮਾਗ 'ਚ ਆਉਂਦਾ, ਜਿਵੇਂ ਕਿ ਕਈ ਫੋਰਨ ਕੰਪਨੀਜ਼ ਨੇ ਜਿਹੜੀ ਬਹੁਤ ਵੱਡੀ MNCs ਨੇ, ਜਿਵੇਂ ਗੂਗਲ ਹੋ ਗਈ, ਐਮਾਜ਼ਨ ਹੋ ਗਈ, ਮਾਈਕਰੋਸੌਫਟ ਹੋ ਗਈ, ਤੇ ਉਹਨਾਂ ਨੇ ਮੋਸਟਲੀ ਜਿਹੜੀ ਕੰਪਨੀਜ਼ ਨੇ ਉਹਨਾਂ ਨੇ ਇੱਕ ਫਾਰਮਲ ਡਿਗਰੀ ਦੀ ਰਿਕੁਆਇਰਮੈਂਟ ਖਤਮ ਕਰਤੀ ਅੱਜ ਦੇ ਟਾਈਮ ਵਿੱਚ। ਉਹ ਬਸ ਕਹਿੰਦੇ ਤੁਹਾਡੇ ਕੋਲ ਜੇ ਸਕਿੱਲਸ ਹੈ ਨੇ ਤੇ ਤੁਸੀਂ ਆ ਸਕਦੇ ਹੋ, ਕੰਮ ਕਰ ਸਕਦੇ ਹੋ। ਤੇ ਫਿਰ ਇਸ ਟਾਈਮ ਦੇ ਵਿੱਚ ਜਿੱਥੇ ਉਹਨਾਂ ਨੇ ਮਤਲਬ ਜਿਹੜੀ ਕੰਪਨੀਜ਼ ਨੇ ਐਟ ਦ ਐਂਡ ਜਿੱਥੇ ਬੱਚਿਆਂ ਨੇ ਜਾਣਾ ਹੈ, ਜਦੋਂ ਉਹਨਾਂ ਨੇ ਇੱਕ ਡਿਗਰੀ ਦੀ ਰਿਕੁਆਇਰਮੈਂਟ ਖਤਮ ਕਰਤੀ ਆਪਣੇ ਵੱਲੋਂ, ਤੇ ਫਿਰ ਤੁਹਾਡੇ ਸਾਹਮਣੇ ਸਰ ਅੱਜ ਕੱਲ ਡਿਗਰੀ ਦੀ ਫਿਰ ਵੀ ਮਤਲਬ ਕੀ ਇੰਪੋਰਟੈਂਸ ਰਹਿ ਜਾਂਦੀ ਹੈ, ਜਾਂ ਫਿਰ ਕਿਸ ਤਰੀਕੇ ਨਾਲ ਹੋਰ ਵੀ ਉਹ ਜ਼ਰੂਰੀ ਹੈ? ਇਹ ਸ਼ਾਇਦ ਜਦੋਂ ਆਪਾਂ ਬੀਟੈਕ ਕਰਕੇ ਹਟੂਗੇ ਤੁਸੀਂ ਉਦੋਂ ਰਿਅਲਾਈਜ਼ ਕਰੋਗੇ। ਬੀਟੈਕ ਕਰਦੇ ਟਾਈਮ ਮੈਂ ਵੀ ਸੀ ਜਾਂ ਤੁਸੀਂ ਵੀ, ਸਾਰੇ ਇਹ ਸੋਚਦੇ ਆ ਵੀ ਪ੍ਰੈਕਟੀਕਲ ਸਬਜੈਕਟ ਹੋਣ, ਪ੍ਰੈਕਟੀਕਲ ਸਬਜੈਕਟਸ ਜ਼ਿਆਦਾ ਹੋਣ। ਪਰ ਜਦੋਂ ਬੀਟੈਕ ਖਤਮ ਹੁੰਦੀ ਹੈ ਨਾ, ਉਦੋਂ ਪਤਾ ਲੱਗਦਾ ਵੀ ਪ੍ਰੈਕਟੀਕਲ ਸਬਜੈਕਟਸ ਉਹ ਚੀਜ਼ ਹੈ ਜਿਹੜੀ ਅਸੀਂ ਸਿੱਖ ਸਕਦੇ ਹਾਂ ਬਾਹਰੋਂ, ਪਰ ਥਿਓਰੈਟੀਕਲ ਚੀਜ਼ ਉਹ ਹੈ ਜਿਹੜੀ ਅਸੀਂ ਨਹੀਂ ਸਿੱਖ ਸਕਦੇ। ਥਿਊਰੀ ਵੀ ਉਨੀ ਹੀ ਇੰਪੋਰਟੈਂਟ ਹੈ। ਲਾਈਕ ਆਪਾਂ ਕੰਪਿਊਟਰ ਦੀ, ਚਲੋ ਇੱਕ ਸਿੰਪਲ ਐਗਜ਼ਾਮਪਲ, ਇੱਕ ਕਾਮਨ ਐਗਜ਼ਾਮਪਲ ਲੈ ਲੈਂਦੇ ਹਾਂ, ਆਰਕੀਟੈਕਚਰ ਦੀ ਐਗਜ਼ਾਮਪਲ ਲੈ ਲੈਂਦੇ ਹਾਂ, ਹੈ ਨਾ। ਆਪਾਂ ਦੇਖਦੇ ਹਾਂ ਉਹ ਬਣਾ ਰਹੇ ਹੈ, ਘਰ ਬਣਾਉਂਦੇ ਆ ਕੋਈ, ਹੈ ਨਾ, ਠੇਕੇਦਾਰ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ, ਉਹਨਾਂ ਦਾ ਡਿਜ਼ਾਈਨ ਤੇ ਇੱਕ ਆਰਕੀਟੈਕਚਰ ਵੱਲੋਂ ਡਿਜ਼ਾਈਨ ਕੀਤਾ ਹੋਇਆ ਦੇ ਵਿੱਚ ਡਿਫਰੈਂਸ ਬਹੁਤ ਜ਼ਿਆਦਾ ਹੁੰਦਾ ਹੈ। ਇੱਕ ਸਟੱਡੀ ਕਰਕੇ ਕੋਈ ਚੀਜ਼ ਬਣਾਈ ਹੋਈ ਚੀਜ਼ ਦਾ ਮਤਲਬ ਹੀ ਕੁਝ ਹੋਰ ਹੈ, ਠੀਕ ਹੈ। ਇਹ ਗੱਲ ਬਿਲਕੁਲ ਸਹੀ ਹੈ ਵੀ MNC ਜਾਂ ਕੰਪਨੀਜ਼ ਇਹ ਪ੍ਰੈਫਰ ਤਾਂ ਕਰਦੀਆਂ ਵੀ ਤੁਸੀਂ, ਤੁਹਾਡੇ ਕੋਲ ਸਕਿੱਲਸ ਹੋਣੇ ਚਾਹੀਦੇ ਹੈ, ਠੀਕ ਹੈ ਨਾ। ਬਟ ਸਕਿੱਲਸ ਵੀ ਤਾਂ ਹੀ ਆਉਣਗੇ ਜਦੋਂ ਆਪਾਂ ਇੱਕ ਸਟੱਡੀ ਵੀ ਕੀਤੀ ਹੋਊਗੀ, ਠੀਕ ਹੈ ਨਾ। ਜਿਹੜੀ ਸਾਡੀ ਸਕਿੱਲਸ ਹੈ ਉਹ ਇੰਪਰੂਵ ਬੀਟੈਕ ਦੇ ਵਿੱਚ ਹਰ ਲੈਵਲ ਤੇ ਹੁੰਦੇ ਹੈ, ਚਾਹੇ ਹੋਸਟਲ ਹੈ, ਚਾਹੇ ਇੰਟਰੈਕਸ਼ਨ ਹੈ, ਚਾਹੇ ਸਾਡਾ ਕੌਨਫੀਡੈਂਸ ਹੈ। ਅਗਰ ਆਪਾਂ ਇੰਟਰੈਕਸ਼ਨ ਨਹੀਂ ਕੀਤੀ, ਤੁਸੀਂ ਇਕੱਲੀ ਇੱਕ ਸਪੋਜ਼ ਤੁਸੀਂ ਕੋਈ ਪ੍ਰੋਗਰਾਮਿੰਗ ਲੈਂਗੁਏਜਸ ਬਹੁਤ ਵਧੀਆ ਸਿੱਖ ਲਈਆਂ ਸਾਰੀਆਂ, ਪਰ ਜਿਹੜਾ ਕੌਨਫੀਡੈਂਸ ਲੈਵਲ ਹੈ ਉਹ ਤਾਂ ਤੁਹਾਡਾ ਇੱਕ ਗ੍ਰੈਜੂਏਸ਼ਨ ਲੈਵਲ ਤੇ ਜਿਹੜਾ ਆਊਗੀ, ਇੱਕ ਮੈਚਿਓਰਿਟੀ ਆਊਗੀ, ਉਹ ਸ਼ਾਇਦ ਉਸ 'ਚ ਨਹੀਂ ਆ ਸਕਦੀ। ਜੇ ਆਪਾਂ ਇਕੱਲੇ ਸਕਿੱਲਸ ਡਿਵੈਲਪਮੈਂਟ ਦੀ ਗੱਲ ਕਰੀਏ, ਸਕਿੱਲਸ ਡਿਵੈਲਪਮੈਂਟ ਨਾਲ 1 ਪਾਰਟ 2 ਪਾਰਟ ਤਾਂ ਆ ਸਕਦੇ, ਪਰ ਜਿਹੜੀ ਓਵਰਆਲ ਡਿਵੈਲਪਮੈਂਟ ਹੈ ਉਹ ਤਾਂ ਤੁਹਾਨੂੰ ਇੱਕ ਡਿਗਰੀ ਕਰਕੇ, ਇੱਕ ਐਜੂਕੇਸ਼ਨ ਲੈ ਕੇ ਹੀ ਆਊਗੀ। ਐਜੂਕੇਸ਼ਨ ਦੀ ਕੋਈ ਰਿਪਲੇਸਮੈਂਟ ਨਹੀਂ ਹੋ ਸਕਦੀ, ਮੇਰਾ ਇਹ ਮੰਨਣਾ ਹੈ। ਬਾਕੀ ਹਾਂ, ਇਹ ਵੀ ਐਗਜ਼ਾਮਪਲਸ ਹੈ ਵੀ ਕੁਛ ਹੋ ਸਕਦਾ ਵੀ ਜਿਨ੍ਹਾਂ ਨੇ ਕੋਈ ਡਿਗਰੀ ਨਹੀਂ ਲਿੱਤੀ, ਉਹ ਜਿਨ੍ਹਾਂ ਨੇ ਡਿਗਰੀ ਲਿੱਤੀ ਉਹਨਾਂ ਤੋਂ ਜ਼ਿਆਦਾ ਪੇ ਲੈਂਦੇ ਹੋਣ, ਜ਼ਿਆਦਾ ਸਮਾਰਟ ਹੋਣ, ਜ਼ਿਆਦਾ ਹੋਵੇ, ਹੋ ਸਕਦਾ, ਰੇਅਰ ਚਾਂਸਿਸ ਤਾਂ ਹੈ। ਬਟ ਜੇ ਅਸੀਂ ਬੀਟੈਕ ਕਰਕੇ, ਜਾਂ ਕੋਈ ਵੀ ਜ਼ਰੂਰੀ ਨਹੀਂ ਬੀਟੈਕ, ਕੋਈ ਵੀ ਆਪਾਂ ਗ੍ਰੈਜੂਏਸ਼ਨ ਕਰਕੇ ਕਰਦੇ ਹਾਂ, ਕੋਈ ਚੀਜ਼ ਡਿਗਰੀ ਲੈ ਕੇ ਕਰਦੇ ਹਾਂ, ਮੇਰੇ ਖਿਆਲ ਨਾਲ ਉਹ 'ਚ ਸਕਸੈਸ ਹੋਣ ਦੇ ਚਾਂਸਿਸ ਜ਼ਿਆਦਾ ਆ ਐਜ਼ ਕੰਪੇਅਰ ਟੂ ਜੇ ਆਪਾਂ ਵਿਦਆਊਟ ਐਨੀ एजुकेशन कर रहे हैं। सर, जो ऑनलाइन प्लेटफॉर्म्स पे कोर्सेज होते हैं या फिर जो भी हम सर्टिफिकेशंस करते हैं ऑनलाइन प्लेटफॉर्म्स पे, उनकी हाँ जी। सर्टिफिकेशंस हमारे रिज्यूम में कितना बड़ा इम्पैक्ट क्रिएट करती हैं? ਲਾਈਕ ਇੱਕ ਪਾਸੇ ਆਪਣੇ ਰਿਜ਼ਿਊਮ 'ਚ ਲਿਖਿਆ ਹੋਇਆ ਬੀਟੈਕ, ਹੈ ਨਾ, ਇੱਕ ਪਾਸੇ ਨਾਲ ਉਹਦੇ ਲਿਖਿਆ ਹੋਇਆ 2 month ਆਨਲਾਈਨ ਕੋਰਸ ਔਨ ਜਾਵਾ, ਠੀਕ ਹੈ। ਕੀ ਉਹਦੀ ਜ਼ਰੂਰਤ ਹੀ ਨਹੀਂ ਹੈ? ਮਤਲਬ ਕਿ ਕਰਦੇ ਤਾਂ ਹੈ, ਬਟ ਆਪਾਂ ਕਹੀਏ ਵੀ ਉਹਦੀ ਰਿਪਲੇਸਮੈਂਟ ਪ੍ਰੋਵਾਈਡ ਕਰ ਰਹੇ, ਉਹ ਨਹੀਂ ਹੈ। ਉਹਦੀ ਰਿਪਲੇਸਮੈਂਟ ਕਦੀ ਨਹੀਂ ਹੈ। ਬਟ ਹਾਂ, ਅਗਰ ਆਪਾਂ ਇਕੱਲੇ ਸਰਟੀਫਿਕੇਟ ਇਕੱਠੇ ਕੀਤੇ ਫਿਰ ਤਾਂ ਉਸਦਾ ਕੋਈ ਫਾਇਦਾ ਹੀ ਨਹੀਂ ਹੈ। ਉਹ ਤਾਂ ਆਪਾਂ ਜਿੰਨੀਆਂ ਚੀਜ਼ਾਂ ਜ਼ਿਆਦਾ ਲਿਖਾਂਗੇ, ਹੁਣ ਤੁਸੀਂ ਯਾਦ ਹੋਣਾ ਆਪਾਂ ਕਰਦੇ ਹੀ ਹਾਂ, ਸ਼ਾਇਦ ਅਸੀਂ ਵੀ ਕਰਦੇ ਸੀ, ਵੀ ਜਦੋਂ ਫਾਈਲ ਬਣਾਉਣੀ ਹੈ, ਫਾਈਲ 'ਚ ਉਹੀ ਕੁਐਸਚਨ ਲਿਖੋ ਜਿਹੜੇ ਆਉਂਦੇ ਆ, ਕਿਉਂਕਿ ਟੀਚਰ ਨੇ ਫਾਈਲ ਖੋਲ ਕੇ ਪੁੱਛ ਲੈਣੇ ਆ, ਹੈ ਨਾ। ਹੁਣ ਜੇ ਤੁਸੀਂ ਰਿਜ਼ਿਊਮ 'ਚ ਉਹੀ ਚੀਜ਼ ਲਿਖੋਗੇ ਆਉਂਦੀ ਹੈ, ਜੇ ਆਪਾਂ ਫਾਲਤੂ 10 ਸਰਟੀਫਿਕੇਟ ਲਗਾ ਵੀ ਲਿੱਤੇ, ਜੇ ਇੰਟਰਵਿਊ ਵਾਲੇ ਨੇ ਉਹ 'ਚ ਹੀ ਪੁੱਛ ਲਿਆ ਵੀ ਤੂੰ ਜਾਵਾ ਦਾ ਇਹ ਹਾਂਜੀ 2 month ਕੋਰਸ ਕੀਤਾ ਜਾਵਾ ਦਾ, ਇਹਦਾ ਇਹ ਚੀਜ਼ ਦੱਸ ਦੇ, ਆਪਾਂ 10 ਪਾਏ ਨਹੀਂ, ਦਿਸ ਮੀਨਸ ਜਿਹੜੀ ਆਪਾਂ ਉੱਤੇ ਬੀਟੈਕ ਲਿਖੀ ਹੈ ਉਹ ਵੀ ਫਿਰ ਕੁਐਸਚਨ ਮਾਰਕ 'ਚ ਹੀ ਆ ਜਾਂਦੀ ਹੈ ਵੀ ਸ਼ਾਇਦ ਉਹ ਵੀ ਐਵੇਂ ਕੀਤੀ ਹੋਣੀ, ਹੈ ਨਾ। ਬਟ ਅਗਰ ਆਪਾਂ ਐਜੂਕੇਸ਼ਨ ਲੈ ਕੇ ਸੱਚੀ ਕਰਕੇ ਹੀ ਕਰ ਰਹੇ ਹਾਂ,
ਵੀ ਸਰਟੀਫਿਕੇਟ ਵੀ ਲੈ ਰਹੇ ਆ ਤੇ ਉਹ ਚੀਜ਼ ਸਿੱਖ ਵੀ ਰਹੇ ਆ, ਤਾਂ ਉਹ ਵੀ ਵਧੀਆ ਚੀਜ਼ ਹੈ, ਜ਼ਰੂਰੀ ਆ, ਹੋਣਾ ਚਾਹੀਦਾ ਉਹ ਵੀ। ਸਰ ਕੋਈ ਇਨਸੀਡੈਂਟ ਸ਼ੇਅਰ ਕਰਨਾ ਚਾਹੋਗੇ ਜਿਹਨੇ ਤੁਹਾਨੂੰ ਕਦੀ ਬਹੁਤ ਇੰਸਪਾਇਰ ਕੀਤਾ ਹੋਏ ਕਿਸੇ ਵੀ ਫੀਲਡ ਦੇ ਵਿੱਚ? ਲਾਈਕ ਬੀਟੈਕ ਦੇ ਵਿੱਚ, ਕਿਉਂਕਿ ਬੀਟੈਕ ਦਾ ਇਹ ਬਹੁਤ ਵੱਡਾ ਫਾਇਦਾ ਆ, ਮੇਰੀ ਕੋਈ ਵੀ ਐਗਜ਼ਾਮਪਲ ਹੈ ਬੀਟੈਕ ਦੇ ਵਿੱਚ ਹੀ ਸ਼ੁਰੂ ਹੁੰਦੀ ਹੈ। ਜੇ ਸਪੋਜ਼ ਮੈਂ ਡਿਗਰੀ ਨਾ ਕੀਤੀ ਹੁੰਦੀ ਤਾਂ ਸ਼ਾਇਦ ਕੀ ਮੈਂ ਐਗਜ਼ਾਮਪਲ ਐਵੇਂ ਦੇ ਪਾਉਂਦਾ, ਠੀਕ ਹੈ ਨਾ। ਮੈਮਰੀਜ਼ ਬਣਦੀਆਂ ਉਹ ਉਹਨਾਂ ਚੀਜ਼ਾਂ ਨਾਲੋਂ ਕਿਤੇ ਜ਼ਿਆਦਾ ਹੋ ਜਾਂਦੀਆਂ, ਜਿਹੜੀ ਤੁਸੀਂ ਪੀਸ ਦੀ ਗੱਲ ਕਰਦੇ ਹੋ ਜਾਂ ਸਕਸੈਸ ਦੀ ਗੱਲ ਕਰਦੇ ਆ, ਠੀਕ ਹੈ। ਲਾਈਕ ਅਸੀਂ ਜੋ ਮੇਰੀ ਛੋਟੀ ਜਿਹੀ ਇੱਕ ਪ੍ਰੋਬਲਮ ਲਗਾ ਲਓ, ਜਾਂ ਜਿਹੜੀ ਮੇਰੇ 'ਚ ਕਮੀ ਆ, ਮੈਂ ਇੱਕ ਚੰਗਾ ਲਿਸਨਰ ਨਹੀਂ ਆ, ਠੀਕ ਹੈ ਨਾ। ਜਾਂ ਮੈਂ ਇੱਕ ਬਹੁਤ ਵਧੀਆ ਰੀਡਿੰਗ ਵੀ ਨਹੀਂ ਕਰ ਸਕਦਾ, ਵੀ ਮੈਂ ਬਹੁਤ ਜੇ 2 ਘੰਟੇ ਪੜ੍ਹ ਨਹੀਂ ਸਕਦਾ, ਨਾ ਮੈਂ 1-2 ਘੰਟੇ ਸੁਣ ਸਕਦਾ, ਠੀਕ ਹੈ ਨਾ। ਵੀ ਮਤਲਬ ਮੈਨੂੰ ਕੰਸਨਟ੍ਰੇਸ਼ਨ ਨਹੀਂ ਬਣ ਪੈਂਦੀ। ਕੋਸ਼ਿਸ਼ ਜ਼ਰੂਰ ਕਰਨਾ ਬਹੁਤ ਜ਼ਿਆਦਾ, ਲਾਈਕ ਪ੍ਰੋਗਰਾਮਿੰਗ ਦੇ ਵਿੱਚ ਕੰਸਨਟ੍ਰੇਸ਼ਨ ਪੂਰੀ ਬਣ ਜਾਂਦੀ ਹੈ, ਬਟ ਰੀਡਿੰਗ ਦੇ ਵਿੱਚ ਨਹੀਂ ਬਣਦੀ, ਠੀਕ ਹੈ ਨਾ, ਜਾਂ ਲਿਸਨਿੰਗ 'ਚ ਨਹੀਂ ਬਣਦੀ। ਜਿਵੇਂ ਹੁਣ ਮੈਂ ਸਟੂਡੈਂਟਸ ਨੂੰ ਕਹਿੰਦਾ ਵੀ ਲਿਸਨ ਕਰੋ ਮੈਨੂੰ, ਸ਼ਾਇਦ ਇਹ ਜਿਹੜੇ ਜਿਵੇਂ ਕਹਿੰਦੇ ਨਾ ਵੀ ਜਿਹੜੀ ਮੈਂ ਸ਼ੁਰੂ 'ਚ ਕਮੀਆਂ ਕਰਕੇ ਆਇਆ, ਸ਼ਾਇਦ ਮੈਨੂੰ ਉਹੀ ਨਤੀਜੇ ਮਿਲ ਰਹੇ ਆ, ਵੀ ਜਿਵੇਂ ਕਿਸੇ ਨੂੰ ਮੈਂ ਨਹੀਂ ਸੁਣਿਆ, ਸ਼ਾਇਦ ਸਟੂਡੈਂਟ ਤਾਂ ਹੀ ਕੁਝ ਨਹੀਂ ਸੁਣਦੇ ਮੈਨੂੰ, ਠੀਕ ਹੈ ਨਾ। ਕੁਝ ਸਟੂਡੈਂਟ ਦੀ ਗੱਲ ਕਰਨਾ, ਬਟ ਉਹ ਤਾਂ ਪੰਚੁਏਸ਼ਨ, ਜਿਵੇਂ ਆਪਾਂ ਕਹਿੰਦੇ ਪੰਚੁਅਲਿਟੀ ਵਗੈਰਾ ਹੈ, ਸਿੰਸੀਅਰਿਟੀ ਮੇਰੀ ਹਮੇਸ਼ਾ ਹੀ ਰਹੀ ਹੈ, ਮਤਲਬ ਇੰਜ ਨਹੀਂ ਹੈ ਵੀ ਡਿਸਟਰਬੈਂਸ ਨਹੀਂ ਕ੍ਰੀਏਟ ਕਰਨ ਦੀ ਕਦੀ ਵੀ ਕੋਸ਼ਿਸ਼ ਕੀਤੀ। ਇੱਕ ਵਾਰ ਸਾਡੇ ਜਿਵੇਂ ਮੋਟੀਵੇਸ਼ਨਲ ਸਪੀਕਰਸ ਹੈ, ਆਪਾਂ YouTube ਤੇ ਕਿੰਨੇ ਅੱਜ ਕੱਲ੍ਹ ਹੈ ਨਾ, ਵੀ ਮੋਟੀਵੇਸ਼ਨਲ ਸਪੀਕਰ ਬੀਟੈਕ ਦੇ ਵਿੱਚ 2001 ਦੀ ਗੱਲ ਹੈ, ਜਾਂ ਸ਼ਾਇਦ 1999 ਜਾਂ 2000 ਦੀ ਗੱਲ ਹੋਣੀ। ਕਿਸੇ ਮੋਟੀਵੇਸ਼ਨਲ ਸਪੀਕਰਸ ਨੇ ਆਉਣਾ ਸੀ ਸ਼ਹੀਦ ਭਗਤ ਸਿੰਘ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਦੇ ਵਿੱਚ। ਉਸ ਟਾਈਮ ਤੇ ਉਹਨਾਂ ਦੀ ਫੀਸ ਸੀ 200 ਰੁਪਏ ਪਰ ਸਟੂਡੈਂਟ, ਠੀਕ ਹੈ ਨਾ। 20 ਸਾਲ ਪਹਿਲਾਂ 200 ਰੁਪਏ ਬਹੁਤ ਮਾਇਨੇ ਰੱਖਦਾ ਸੀ। ਹੁਣ ਜੇ ਤੁਸੀਂ ਹੁਣ ਵੀ ਆਪਾਂ ਕਹਿ ਦਈਏ ਤੁਹਾਨੂੰ ਵੀ ਕੋਈ 1000 ਰੁਪਏ ਦੀ ਫੀਸ ਹੈ, ਵੀ ਤੁਸੀਂ ਸੁਣਨ ਜਾਣਾ ਕਿਸੇ ਨੂੰ, ਜਿਹੜੇ ਸੱਚੀ ਸੁਣਨਾ ਚਾਹੁੰਦੇ ਹੋ ਤਾਂ ਜਾ ਸਕਦੇ ਆ, ਪਰ ਜਿਵੇਂ ਨਹੀਂ ਸੁਣਨਾ ਚਾਹੁੰਦੇ, ਜਿਨ੍ਹਾਂ ਦਾ ਕੈਪੇਬਿਲਿਟੀ ਨਹੀਂ ਹੈਗੀ 3-4 ਘੰਟੇ ਬੈਠਣ ਦੀ, ਉਹ ਸ਼ਾਇਦ 1000 ਰੁਪਏ ਐਕਸਟਰਾ ਨਹੀਂ ਲਗਾਉਗੇ, ਹੈ ਨਾ। ਮੈਂ ਵੀ ਉਹਨਾਂ ਦੇ ਵਿੱਚੋਂ ਹੀ ਸੀ, ਵੀ ਮੈਨੂੰ ਔਖਾ ਲੱਗਦਾ ਸੀ ਵੀ ਇੱਕ ਤਾਂ 200 ਰੁਪਏ ਦੇ ਨੇ, ਉੱਤੋਂ ਅਸੀਂ 4 ਘੰਟੇ ਸੁਣਾਂਗੇ ਵੀ ਬੰਦੇ ਨੂੰ, ਹੈ ਨਾ। ਅਸੀਂ ਕੀ 5-6 ਬੰਦਿਆਂ ਨੇ ਮਿਲ ਕੇ ਅਸੀਂ ਜਦੋਂ ਸਾਨੂੰ ਇੰਝ ਲੱਗਿਆ ਨਾ ਵੀ 200-300 ਰੁਪਏ ਲੈ ਰਹੇ ਆ, ਸਾਨੂੰ ਇੱਕ ਕਰਿਓਸਿਟੀ ਤਾਂ ਸੀ ਵੀ ਕੁਛ ਤਾਂ ਚੀਜ਼ ਹੈ, ਵੀ 200 ਰੁਪਏ ਉਦੋਂ ਉਨੇ ਹੀ ਸੀ ਜਿਵੇਂ ਆਪਾਂ ਅੱਜ ਕੱਲ੍ਹ 3-4 ਹਜ਼ਾਰ ਦੀ ਗੱਲ ਕਰੀਏ। ਅਸੀਂ ਕੀ ਕੀਤਾ, ਥੋੜੇ ਸਟੂਡੈਂਟਸ ਨੇ ਮਿਲ ਕੇ, ਫਰੈਂਡਸ ਨੇ ਮਿਲ ਕੇ ਪੈਸੇ ਇਕੱਠੇ ਕਰ ਲਏ, ਫਿਰ ਇੱਕ ਸਟੂਡੈਂਟ ਲੱਭ ਲਿਆ ਜਿਹੜਾ ਸੁਣ ਸਕਦਾ ਸੀ, ਠੀਕ ਹੈ ਨਾ, ਵੀ ਜਿਹੜਾ ਕਾਫੀ ਦੇਰ ਬੈਠ ਸਕਦਾ ਸੀ 3-4 ਘੰਟੇ। ਅਸੀਂ ਉਹਦੀ ਟਿਕਟ ਲੈ ਕੇ ਉਹਨੂੰ ਦਿੱਤੀ। ਉਹ ਸ਼ਿਮਲੇ ਤੋਂ ਸੀ ਮੁੰਡਾ, ਠੀਕ ਹੈ ਨਾ। ਉਹ ਬੈਠੇ ਆ ਸੁਣ ਕੇ, ਸ਼ਾਮ ਨੂੰ ਜਦੋਂ ਸ਼ਾਮ ਨੂੰ ਇਕੱਠੇ ਹੋਏ ਅਸੀਂ, ਫਿਰ ਅਸੀਂ ਪੁੱਛੀਏ ਵੀ ਚਲੋ ਪੁੱਛਣ ਤਾਂ ਜਾਈਏ ਕੀ ਹੈ। ਉਹਨੇ ਸਾਨੂੰ ਛੋਟੀ ਛੋਟੀ ਸਟੋਰੀਜ਼ ਸੁਣਾਈਆਂ 3-4, ਉਹ ਬਹੁਤ ਵਧੀਆ ਸੀ। ਉਹਨਾਂ ਦੇ ਵਿੱਚ ਇੱਕ ਛੋਟੀ ਜਿਹੀ ਸ਼ੇਅਰ ਕਰਦਾ, ਵੈਸੇ ਮੋਸਟਲੀ ਮੈਨੂੰ ਤਾਂ ਸੁਣੀਆਂ ਹੀ ਹੋਣੀ ਹੈ। ਉਹ ਕੀ ਕਹਿੰਦਾ ਹੈ, ਉਹਨੇ ਜਿਵੇਂ ਸਾਨੂੰ ਇੰਟਰਪ੍ਰੀਟ ਕੀਤੀ ਵੀ ਇੱਕ ਬਿੱਲੀ ਹੈ, ਉਹਦਾ ਜਿਹੜਾ ਛੋਟਾ ਬੱਚਾ ਹੁੰਦਾ ਬਲੂੰਗੜਾ ਜਿਵੇਂ ਕਹਿੰਦੇ ਆ ਉਹਨੂੰ, ਠੀਕ ਹੈ, ਉਹਨਾਂ ਉਹਦੇ ਆਸੇ-ਪਾਸੇ ਚੱਕਰ ਕੱਟੀ ਜਾਵੇ ਤੇਜ਼ਮ ਤੇਜ਼, ਬਹੁਤ ਤੇਜ਼ੀ ਨਾਲ। ਔਰ ਬਿੱਲੀ ਕਹਿੰਦੀ ਵੀ ਤੈਨੂੰ ਕੀ ਹੋ ਗਿਆ, ਵੀ ਤੂੰ ਕਿਉਂ ਕਰ ਰਿਹਾ ਇਹ ਹਰਕਤਾਂ? ਕਹਿੰਦਾ ਮੰਮੀ ਹੁਣ ਮੈਨੂੰ ਛੱਡ ਦੇ, ਵੀ ਅੱਜ ਮੈਨੂੰ ਪਤਾ ਲੱਗ ਗਿਆ ਮੇਰੀ ਖੁਸ਼ੀ ਕਿਹਦੇ ਚ ਆ, ਵੀ ਹੁਣ ਮੈਨੂੰ ਬੁਲਾਈ ਨਾ। ਉਹ ਘੁੰਮੀ ਜਾਵੇ ਉਹਦੇ ਆਸੇ-ਪਾਸੇ ਤੇਜ਼ਮ ਤੇਜ਼। ਉਹਦੀ ਮਾਂ ਨੇ 3-4 ਵਾਰ ਪੁੱਛਿਆ, ਉਹਨੇ ਕੋਈ ਜਵਾਬ ਨਹੀਂ ਦਿੱਤਾ। ਫਿਰ ਉਹਨੂੰ ਪੁੱਛਿਆ, ਕਹਿੰਦੀ ਚੱਕਰ ਕੀ ਹੈ, ਵੀ ਤੂੰ ਘੁੰਮ ਕਿਉਂ ਰਿਹਾ? ਕਹਿੰਦਾ ਮੈਨੂੰ ਪਤਾ ਲੱਗ ਗਿਆ ਮੇਰੀ ਖੁਸ਼ੀ ਨਾ ਮੇਰੀ ਪੂਛ ਦੇ ਵਿੱਚ ਹੈ। ਕਹਿੰਦਾ ਅੱਜ ਮੈਂ ਪੂਛ ਫੜ ਹੀ ਲੈਣੀ ਹੈ ਆਪਣੀ, ਤੇ ਸਾਰੀ ਖੁਸ਼ੀ ਮੈਂ ਪ੍ਰਾਪਤ ਕਰ ਹੀ ਲੈਣੀ। ਫੇਰ ਘੁੰਮਣ ਲੱਗਿਆ, ਥੱਕ ਗਿਆ ਥੋੜੀ ਦੇਰ ਬਾਅਦ। ਉਹਦੀ ਮਾਂ ਕਹਿੰਦੀ ਅੱਛਾ ਹੁਣ ਉਹ ਸਾਹਮਣੇ ਨਾ ਕੋਈ ਚੀਜ਼ ਪਈ ਹੈ ਖਾਣ ਵਾਲੀ, ਉਹ ਲਿਆ। ਉਹ ਗਿਆ ਉਧਰ ਨੂੰ ਗਿਆ, ਚੀਜ਼ ਚੱਕੀ ਖਾਣ ਵਾਲੀ, ਚੱਕ ਕੇ ਵਾਪਸ ਲਿਆਇਆ। ਉਹਦੀ ਮਾਂ ਕਹਿੰਦੀ, ਹੁਣ ਬਿੱਲੀ ਕਹਿੰਦੀ ਵੀ ਦੇਖ, ਜਦੋਂ ਤੂੰ ਖੁਸ਼ੀ ਦੇ ਪਿੱਛੇ ਭੱਜ ਰਿਹਾ ਸੀ ਤੂੰ ਨਹੀਂ ਫੜੀ, ਪਰ ਜਦੋਂ ਤੂੰ ਚੀਜ਼ ਲੈਣ ਗਿਆ ਤੇਰੀ ਪੂਛ ਕਿੱਥੇ ਸੀ? ਉਹ ਕਹਿੰਦਾ ਮੇਰੇ ਪਿੱਛੇ ਪਿੱਛੇ ਆ ਰਹੀ ਸੀ। ਕਹਿੰਦਾ ਇਹੀ ਚੀਜ਼ ਹੈ, ਜਦੋਂ ਤੂੰ ਆਪਣੀ ਮਿਹਨਤ ਕਰੂੰਗਾ, ਜਿਹੜੀ ਤੇਰੀ ਖੁਸ਼ੀ ਹੈ ਉਹ ਤੇਰੇ ਪਿੱਛੇ ਪਿੱਛੇ ਆਊਗੀ, ਤੈਨੂੰ ਫੜਨ ਦੀ ਜ਼ਰੂਰਤ ਨਹੀਂ ਹੈ ਉਹਨੂੰ। ਉਹ ਸਾਨੂੰ ਉਹ ਐਸੇ ਇਨਸੀਡੈਂਟ, ਇੱਕ ਇਹ ਸੀ ਕਹਾਣੀ। 1 ਮਿੰਟ ਦੀ ਹੋਰ ਸਟੋਰੀ, ਇੱਕ ਛੋਟੀ ਜਿਹੜੀ ਉਹਨੇ ਹੋਰ ਸ਼ੇਅਰ ਕੀਤੀ ਵੀ ਇੱਕ ਆਥਰ ਦੱਸਦਾ ਵੀ, ਮੈਂ ਕਹਿੰਦਾ ਵੀ ਇੱਕ ਸਰਕਸ ਦੇਖਣ ਗਿਆ, ਸਰਕਸ ਦੇਖੀ, ਮੈਨੂੰ ਬਹੁਤ ਵਧੀਆ ਲੱਗੀ। ਕਹਿੰਦਾ ਮੈਂ ਸਰਕਸ ਦੇ ਮੈਨੇਜਰ ਨੂੰ ਕਿਹਾ ਵੀ ਮੈਨੂੰ ਪਿੱਛੇ ਵੀ ਦਿਖਾਓ ਵੀ ਹਾਥੀ ਕਿੱਥੇ ਬੰਨੇ ਹੋਏ ਆ ਤੁਸੀਂ, ਹਾਥੀ ਸ਼ੇਰ। ਕਹਿੰਦਾ ਮੈਂ ਦਿਖਾਏ, ਉਹਨਾਂ ਨੇ ਦਿਖਾਏ। ਇੱਕ ਦੇਖਿਆ ਬਹੁਤ ਵੱਡਾ ਹਾਥੀ ਇੱਕ ਛੋਟੀ ਜਿਹੀ ਤਾਰ ਨਾਲ ਨਾ ਇੱਕ ਕੁਰਸੀ ਨਾਲ ਬੰਨਿਆ ਹੋਇਆ।
ਜਿਹੜੀ ਪਲਾਸਟਿਕ ਦੀ ਚੇਅਰ ਹੁੰਦੀ ਉਹਦੇ ਨਾਲ ਬੰਨਿਆ ਹੋਇਆ, ਜਾਂ ਇੱਕ ਕਿੱਲੇ ਨਾਲ ਬੰਨਿਆ ਹੋਇਆ। ਕਿੱਲਾ ਮਤਲਬ ਜਿਸ ਨਾਲ ਟੈਂਟ ਬੰਨ੍ਹਦੇ ਆ ਆਪਾਂ, ਉਹ ਟੈਂਟ ਨਾਲ ਬੰਨਿਆ ਹੋਇਆ। ਉਹਨੂੰ ਮੈਂ ਕਿਹਾ ਮੈਨੇਜਰ ਨੂੰ ਵੀ ਤੁਸੀਂ ਇਸ ਵੱਡੇ ਵੱਡੇ ਹਾਥੀ ਨੂੰ ਇਹ ਕਿੱਲੇ ਨਾਲ ਬੰਨਿਆ ਹੋਇਆ, ਇਹਨੇ ਤਾਂ ਇੱਕ ਲੱਤ ਮਾਰਨੀ, ਤੁਹਾਡਾ ਟੈਂਟ ਵੀ ਟੁੱਟ ਜਾਣਾ, ਤਾਰ ਵੀ ਟੁੱਟ ਜਾਣੀ, ਸਾਰਾ ਕੁਝ ਟੁੱਟ ਜਾਣਾ। ਉਹ ਕਹਿੰਦਾ ਵੀ ਨਹੀਂ, ਇਹ ਨਹੀਂ ਕਰ ਸਕਦਾ ਇਹ ਕੰਮ। ਕਹਿੰਦੇ ਕਿਉਂ ਨਹੀਂ ਕਰ ਸਕਦਾ? ਵੀ ਇੰਨਾ ਤਾਕਤਵਰ ਹਾਥੀ ਆ, ਤੁਸੀਂ ਅੰਦਰ ਤਾਂ ਇੰਨਾ ਕੁਝ ਦਿਖਾਈ ਜਾਂਦੇ, ਇਹਨੇ ਕਿੰਨਾ ਕੁਝ ਤੋੜਤਾ, ਇਹ ਕਰਤਾ, ਇਹ ਕਰਤਾ, ਇੱਥੇ ਤੁਸੀਂ ਕਹਿੰਦੇ ਨਹੀਂ ਕਰ ਸਕਦਾ। ਕਹਿੰਦੇ ਕਿ ਵੀ ਜਦੋਂ ਅਸੀਂ ਇਹਨੂੰ ਬੰਨਿਆ ਸੀ ਨਾ, ਛੋਟੇ ਹੁੰਦੇ ਉਹਨੂੰ ਬੰਨਿਆ ਹੋਇਆ ਇੱਥੇ, ਕਹਿੰਦੇ ਸ਼ੁਰੂ 'ਚ ਬਹੁਤ ਟਰਾਈ ਕੀਤੀ ਕੰਮ ਇਹ ਕਰਨ ਦੀ, ਪਰ ਇਸ ਤੋਂ ਹੋਈ ਨਹੀਂ। ਸਾਲ 2 ਸਾਲ ਇਹਨੇ ਬਹੁਤ ਕੋਸ਼ਿਸ਼ ਕੀਤੀ ਵੀ ਮੈਂ ਤੋੜਾਂ, ਇਹ ਤੋਂ ਟੁੱਟੀ ਨਹੀਂ। ਹੁਣ ਇਹਦੇ ਦਿਮਾਗ 'ਚ ਇਹ ਚੀਜ਼ ਬੈਠੀ ਹੋਈ ਹੈ ਵੀ ਇਹ ਕੰਮ ਇਹ ਤੋਂ ਨਹੀਂ ਹੋ ਸਕਦਾ। ਇਹੀ ਚੀਜ਼ ਆਪਣੇ ਨਾਲ ਹੁੰਦੀ ਹੈ, ਜਾਂ ਮੈਨੂੰ ਲੱਗਦਾ ਸੀ ਮੇਰੇ ਨਾਲ ਹੁੰਦੀ ਹੈ, ਵੀ ਇਹ ਚੀਜ਼ ਮੇਰੇ ਤੋਂ ਉਦੋਂ ਨਹੀਂ ਹੋਈ ਸੀ, ਹੁਣ ਵੀ ਨਹੀਂ ਹੋਣੀ, ਹੁਣ ਮੇਰੇ ਤੋਂ ਕਦੀ ਵੀ ਨਹੀਂ ਹੋਣੀ, ਠੀਕ ਹੈ ਨਾ। ਬਟ ਐਸਾ ਨਹੀਂ ਹੈ, ਜਿਹੜੀ ਚੀਜ਼ ਉਦੋਂ ਨਹੀਂ ਹੋਈ ਸੀ ਸ਼ਾਇਦ ਅਗਲੇ ਦਿਨ ਜਾਂ 2 ਦਿਨ ਬਾਅਦ ਜਾਂ 4 ਦਿਨ ਬਾਅਦ ਸ਼ਾਇਦ ਹੋ ਜੇ। ਇਹੀ ਸ਼ਾਇਦ ਫਰਕ ਹੋਣਾ ਚਾਹੀਦਾ ਜਾਨਵਰ ਦੇ ਵਿੱਚ ਦਾ ਇਨਸਾਨ ਦੇ ਵਿੱਚ। ਇਹ 2-3 ਸਟੋਰੀ ਸੀ ਜੋ ਅਸੀਂ ਉਸ ਤੋਂ ਸੁਣੀਆਂ ਵੀ ਮੁੰਡੇ ਤੋਂ, ਤੇ ਸਾਨੂੰ ਲੱਗਿਆ ਵੀ ਹਾਂ ਫਰੂਟਫੁਲ ਰਿਹਾ ਵੀ। ਸਾਡੇ ਜਿਹੜੇ 20 ਰੁਪਏ 25 ਰੁਪਏ ਇਕੱਠੇ ਕੀਤੇ ਸੀ, ਉਹਨੇ ਸਾਨੂੰ 2-3 ਸਟੋਰੀਆਂ ਸੁਣਾਈਆਂ। ਉਹ ਚੀਜ਼ਾਂ ਮੈਨੂੰ ਵਧੀਆ ਲੱਗੀਆਂ ਵੀ ਇਹ ਚੀਜ਼ਾਂ ਐਗਜ਼ੈਕਟਲੀ ਫਰਕ ਪਾਉਂਦੀਆਂ ਆ ਜੇ ਸਾਡੀ ਥਿੰਕਿੰਗ ਥੋੜੀ ਜਿਹੀ ਵੀ ਬਦਲਦੀ ਹੈ। ਹੋ ਸਕਦਾ ਇੱਕ ਸਟੋਰੀ ਤੁਹਾਡੀ ਥਿੰਕਿੰਗ ਬਦਲ ਦੇ, ਹੋ ਸਕਦਾ ਤੁਹਾਡੀ ਇੱਕ ਛੋਟੀ ਜਿਹੀ ਕਹਾਣੀ, ਇੱਕ ਮੋਟੀਵੇਸ਼ਨਲ ਕੋਟ ਹੀ ਤੁਹਾਡੀ ਥੋੜੀ ਜਿਹੀ ਜਿਹੜੀ ਸੋਚਣ ਦੀ ਸ਼ਕਤੀ ਅਗਰ ਬਦਲ ਗਈ, ਅਗਰ ਪੋਜ਼ਿਟਿਵਨੈਸ ਆ ਗਈ ਤੁਹਾਡੇ ਦੇ ਵਿੱਚ, ਉਹ ਸੱਚੀ ਬਹੁਤ ਜ਼ਿਆਦਾ ਇਫੈਕਟ ਪਾਉਂਦੀ ਹੈ। ਇੱਕ ਸ਼ਾਇਦ ਇੱਕ ਬੁੱਕ ਵੀ ਹੈ, ਦ ਸੀਕ੍ਰੇਟ ਲਾਅ ਆਫ ਅਟਰੈਕਸ਼ਨ। ਹਾਂਜੀ ਬਹੁਤ ਫੇਮਸ बुक है सर ये। ਪੜ੍ਹੀ ਹੈ? नहीं पढ़ी नहीं है मैंने पढ़नी है। ਇਹ ਮਤਲਬ ਕਿ ਜਦੋਂ ਮੈਂ ਜਿਵੇਂ ਤੁਹਾਨੂੰ ਦੱਸਿਆ ਰੀਡਿੰਗ ਮੇਰੀ ਹੈਬਿਟ ਨਹੀਂ ਹੈ, ਠੀਕ ਹੈ ਨਾ, ਪਰ ਫਿਰ ਵੀ ਮੈਂ ਇਸ ਨੂੰ ਜਦੋਂ ਪੜ੍ਹਨਾ ਸਟਾਰਟ ਕੀਤਾ ਤਾਂ ਇੱਕ ਸੀਟਿੰਗ 'ਚ ਖਤਮ ਕੀਤੀ ਸੀ 2-3 ਘੰਟੇ। ਮਤਲਬ ਜੇ ਮੈਂ ਕਰ ਸਕਦਾ, ਦਿਸ ਮੀਨਸ ਬਾਕੀਆਂ ਲਈ ਤਾਂ ਇਹ ਮਤਲਬ ਕਿ ਕੋਈ ਉਹੀ ਨਹੀਂ ਹੈ, ਰਿਪਲੇਸਮੈਂਟ ਹੀ ਨਹੀਂ ਹੈ ਵੀ ਜਿਹੜਾ ਬੰਦਾ ਪੜ੍ਹ ਸਕਦਾ। ਜਿਵੇਂ ਮੈਂ ਨਹੀਂ ਪੜ੍ਹ ਸਕਦਾ ਸੀ, ਮੈਂ ਤਾਂ ਵੀ ਉਹਨੂੰ 1 ਸੈਕਿੰਡ ਦੇ ਵਿੱਚ ਇੱਕ ਸੀਟਿੰਗ 'ਚ ਹੀ ਸਾਰੀ ਪੜ੍ਹੀ। ਤੇ ਉਸਨੂੰ ਜਿਹੜੀ ਜਿਸ ਤਰੀਕੇ ਸ਼ਾਇਦ ਇਹ ਇੱਕ ਹੀ ਬੁੱਕ ਐਸੀ ਹੈ ਜਿਸ ਨੂੰ ਮੈਂ ਇੰਨੀ ਵਧੀਆ ਤਰੀਕੇ ਪੜ੍ਹਿਆ ਕਿ ਮੈਂ ਉਹਨੂੰ ਸਿੱਖ ਗਿਆ ਵੀ ਉਹਨੂੰ ਇੰਪਲੀਮੈਂਟ ਕਿਵੇਂ ਕਰਨਾ। ਜੋ ਤੁਸੀਂ ਚੀਜ਼ ਸੋਚੋ ਉਹ ਐਗਜ਼ੈਕਟਲੀ ਉਹ ਹੋਣੀ ਹੀ ਹੋਣੀ ਹੈ, ਬਸ ਤੁਹਾਨੂੰ ਸੋਚਣ ਦਾ ਤਰੀਕਾ ਆਉਣਾ ਚਾਹੀਦਾ। ਹਾਂਜੀ ਸਰ ਜਿਵੇਂ ਨੇ ਤੁਸੀਂ ਪਿੱਛੇ ਸ਼ੇਅਰ ਕੀਤਾ ਕਿ ਕਈ ਇਨਸੀਡੈਂਟਸ ਜਿਵੇਂ ਹੁੰਦੇ ਨੇ ਆਪਣੇ ਆਪ ਨੂੰ ਚੰਗਾ ਰਸਤਾ ਇੱਕ ਦਿਖਾ ਦਿੰਦੇ ਨੇ, ਲੇਕਿਨ ਜਿਵੇਂ ਤੁਸੀਂ ਸਰ ਕੋਈ ਹੋਰ ਮੈਥਡ ਜਾਂ ਟਿਪਸ ਜਾਂ ਕੋਈ ਵੇਜ਼ ਸ਼ੇਅਰ ਕਰਨਾ ਚਾਹੋਗੇ ਜਿਹਦੇ ਨਾਲ ਜਿਹੜੇ ਸਟੂਡੈਂਟਸ ਨੇ ਉਹ ਆਪਣੀ ਡੇਲੀ ਲਾਈਫ 'ਚ ਆਪਣੇ ਆਪ ਨੂੰ ਥੋੜਾ ਕਰਕੇ ਇੰਪਰੂਵ ਕਰਦੇ ਰਹਿਣ, ਨੌਲੇਜ ਹੋਏ ਜਾਂ ਸਕਿੱਲ ਹੋਏ ਜਾਂ ਫਿਰ ਓਵਰਆਲ ਉਹਨਾਂ ਦਾ ਕੈਰੈਕਟਰ ਹੋਵੇ, ਕੋਈ ਵੀ ਚੀਜ਼? ਲਾਈਕ ਇਹ ਤਾਂ ਆਪਾਂ ਵੀ ਇਹ ਲਾਈਫ ਲੌਂਗ ਪ੍ਰੋਸੈਸ ਜਾਂ ਇੰਪਰੂਵਮੈਂਟ ਤਾਂ ਹੁੰਦੀ ਹੀ ਰਹਿੰਦੀ ਹੈ ਪਰਸਨ ਦੀ, ਹੈ ਨਾ। ਆਪਾਂ ਇਹ ਨਹੀਂ ਕਹਿ ਸਕਦੇ ਵੀ ਇੰਪਰੂਵਮੈਂਟ ਕਦੋਂ ਰੁਕਣੀ ਹੈ। ਹਰੇਕ ਸਟੂਡੈਂਟ ਦਾ ਜਾਂ ਹਰੇਕ ਪਰਸਨ ਦਾ ਮੈਨੂੰ ਲੱਗਦਾ ਆਪਣਾ ਵੇ ਹੋਣਾ ਚਾਹੀਦਾ ਸ਼ਾਇਦ। ਜਿਵੇਂ ਕੋਈ ਸਪੋਰਟਸ ਹੈ, ਕੋਈ ਯੋਗਾ ਕਰਕੇ, ਕੋਈ ਥੋੜੀ ਦੇਰ ਅੱਧਾ ਘੰਟਾ ਸਪੋਰਟਸ ਖੇਡ ਕੇ ਹੀ, ਜਾਂ ਕੋਈ ਮਿਊਜ਼ਿਕ ਸੁਣ ਕੇ ਹੀ ਆਪਣੇ ਆਪ ਨੂੰ ਇੰਪਰੂਵ ਕਰ ਸਕਦਾ ਹੈ ਨਾ। ਹੁਣ ਕੋਈ ਐਸ ਸੱਚ ਮੇਰੇ ਖਿਆਲ ਨਾਲ ਇੱਕ ਜਿਹੜਾ ਮੈਨੂੰ ਲੱਗਦਾ ਇੱਕ ਡਿਸਿਪਲਿਨ ਇੱਕੋ ਹੀ ਚੀਜ਼ ਐਸੀ ਹੈ, ਅਗਰ ਤੁਹਾਡੇ 'ਚ ਡਿਸਿਪਲਿਨ ਹੈ ਤਾਂ ਤੁਸੀਂ ਆਪਣੇ ਆਪ ਹੀ ਬਾਕੀ ਚੀਜ਼ਾਂ ਸਾਰੇ ਉਹਦੇ ਨਾਲ ਪੈਰਲਲੀ ਆਪਣੇ ਆਪ ਹੀ ਚੱਲਦੀਆਂ ਰਹਿੰਦੀਆਂ। ਤੁਸੀਂ ਡਿਸਿਪਲਿਨ ਲਾਈਫ ਦੇ ਵਿੱਚ ਡਿਸਿਪਲਿਨ ਰੱਖਣਾ ਹੈ, ਠੀਕ ਹੈ ਨਾ। ਲਾਈਕ ਜਿਵੇਂ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਵੀ ਖੁਸ਼ ਰਹਿਣ ਦੀ ਕੋਸ਼ਿਸ਼ ਕਰਨੀ ਹੈ। ਅਗਰ ਤੁਸੀਂ ਖੁਸ਼ ਰਹਿਣ ਦੀ ਕੋਸ਼ਿਸ਼ ਕਰ ਰਹੇ ਹੈ, 4-5 ਦਿਨ ਕੋਸ਼ਿਸ਼ ਕਰਨੀ ਪੈਣੀ ਹੈ, ਉਸ ਤੋਂ ਬਾਅਦ ਕੋਸ਼ਿਸ਼ ਨਹੀਂ ਕਰਨੀ ਪੈਂਦੀ, ਉਹ ਆਪਣੇ ਆਪ ਹੀ ਤੁਹਾਡੀ ਹੈਬਿਟ ਬਣ ਜਾਂਦੀ ਹੈ। ਜਦੋਂ ਤੁਸੀਂ ਇੱਕ ਪੋਜ਼ਿਟਿਵਨੈਸ ਆ ਗਈ ਤੁਹਾਡੇ 'ਚ, ਖੁਸ਼ ਰਹਿਣਾ ਸ਼ੁਰੂ ਕਰਤਾ ਤਾਂ ਆਪਣੇ ਆਪ ਚੀਜ਼ਾਂ ਵੀ ਤੁਹਾਡੇ ਕੋਲ ਉਹੀ ਆਉਣਗੀਆਂ ਜਿਹੜੀਆਂ ਤੁਹਾਨੂੰ ਖੁਸ਼ ਕਰਨਗੀਆਂ, ਠੀਕ ਹੈ ਨਾ। ਈਵਨ ਜਿਹੜੀ ਚੀਜ਼ ਕੋਈ ਨੈਗੇਟਿਵ ਵੀ ਆਊਗੀ ਤੁਹਾਨੂੰ ਉਹ 'ਚ ਵੀ ਥੋੜਾ ਜਿਹਾ ਮਜ਼ਾ ਹੀ ਆਊਗਾ ਵੀ ਚਲੋ ਇਹ ਵੀ ਚੀਜ਼ ਹੋਣੀ ਹੀ ਚਾਹੀਦੀ ਹੈ, ਠੀਕ ਹੈ ਨਾ। ਇੰਨੀ ਸਮੂਥਲੀ ਲਾਈਫ ਹੀ ਨਹੀਂ ਚੱਲਣੀ ਚਾਹੀਦੀ, ਥੋੜੇ ਬਹੁਤੇ ਛੋਟੀ ਇੰਸੀਡੈਂਟ ਹੋ ਜਾਣੇ ਚਾਹੀਦੇ ਆ। ਬਸ ਉਹੀ ਚੀਜ਼ ਕਿ ਡਿਸਿਪਲਿਨ ਰੱਖੇ ਬੰਦਾ ਹੈ, ਠੀਕ ਹੈ ਨਾ, ਸਟੂਡੈਂਟ ਆਪਣੀ ਲਾਈਫ ਦੇ ਵਿੱਚ। ਬਹੁਤ ਜ਼ਿਆਦਾ ਨਹੀਂ ਆਪਾਂ ਕਹਿੰਦੇ, ਜਿਹੜੇ ਸਟੂਡੈਂਟ ਲਾਈਫ ਹੈ ਤੁਹਾਡੀ, ਇੰਜੋਏ ਦਾ ਵੀ ਇਹੀ ਟਾਈਮ ਹੈ, ਠੀਕ ਹੈ ਨਾ, ਘੁੰਮਣ ਦਾ ਵੀ ਇਹੀ ਟਾਈਮ ਹੈ। ਤੇ ਥੋੜੀ ਜਿਹੀ ਡਿਸਿਪਲਿਨ ਰੱਖਾਂਗੇ ਤਾਂ ਬਾਕੀ ਚੀਜ਼ਾਂ ਜਿਹੜੀਆਂ ਆਪਣੇ ਆਪ ਚੱਲਦੀਆਂ ਰਹਿੰਦੀਆਂ। ਤੇ ਆਪਣੀ ਕੰਪਿਊਟਰ ਬ੍ਰਾਂਚ ਹੈ, ਜੇ ਕੰਪਿਊਟਰ ਵਾਲੇ ਸਟੂਡੈਂਟਸ ਹੈ ਤਾਂ ਕੰਪਿਊਟਰ ਵਾਲੇ ਸਟੂਡੈਂਟਸ ਲਈ ਤਾਂ ਜਿਵੇਂ ਮੈਂ ਪਹਿਲਾਂ ਵੀ ਬਾਰ-ਬਾਰ ਕਹਿ ਰਿਹਾ ਵੀ ਲੌਜਿਕ ਬਿਲਡਿੰਗ ਹੀ ਇੱਕ ਐਸੀ ਚੀਜ਼ ਹੈ ਜਿਹੜੀ ਉਹਨਾਂ ਨੂੰ 100% ਇੰਪਰੂਵ ਕਰਨੀ ਚਾਹੀਦੀ ਹੈ। ਪਲੱਸ ਜਿਵੇਂ ਮੈਂ ਕੁਝ ਸਟੂਡੈਂਟਸ ਨੂੰ ਕਹਿੰਦਾ ਹੁੰਦਾ ਵੀ ਸਾਨੂੰ ਮੈਥਮੈਟਿਕਸ ਆਉਣਾ ਹੀ ਚਾਹੀਦਾ, ਪ੍ਰੋਗਰਾਮਿੰਗ ਉਹਨੂੰ ਹੀ ਆਊਗੀ ਜਿਹਨੂੰ ਮੈਥਮੈਟਿਕਸ ਆਉਂਦਾ ਆ, ਠੀਕ ਹੈ ਨਾ। ਤੇ ਮੈਥਮੈਟਿਕਸ ਇਹ ਨਹੀਂ ਵੀ ਆਪਾਂ ਕਹਿੰਦੇ ਵੀ +1 +2 ਦਾ ਜਾਂ ਬੀਟੈਕ ਵਾਲਾ ਮੈਥ 10th ਤੱਕ ਦਾ ਹੀ ਲਗਾ ਲਓ, ਤੁਸੀਂ 9th ਤੱਕ ਦਾ ਹੀ ਲਗਾ ਲਓ। ਅਗਰ ਉਹਨਾਂ ਕੁ ਮੈਥਮੈਟਿਕਸ ਤੁਸੀਂ ਬਹੁਤ ਜ਼ਿਆਦਾ ਸਟਰੋਂਗ ਵਧੀਆ ਆ, ਜਿਸ ਮੀਨਸ ਤੁਹਾਨੂੰ ਪ੍ਰੋਗਰਾਮਿੰਗ ਆਉਂਦੀ ਹੈ, ਫਿਰ ਤੁਹਾਨੂੰ ਪ੍ਰੋਗਰਾਮਿੰਗ ਸਿੱਖਣ ਦੀ ਜ਼ਰੂਰਤ ਨਹੀਂ, ਠੀਕ ਹੈ ਨਾ। ਮਤਲਬ ਅਸੀਂ ਜਿਹੜੇ ਸਕਿੱਲਸ ਦੇ ਲਈ ਮੇਰੀ ਕੋਈ ਇਹੀ ਸਟੂਡੈਂਟਸ ਨੂੰ ਸੁਜੈਸ਼ਨ ਹੀ ਹੈ ਵੀ ਜਿਹੜੇ ਸਕਿੱਲਸ ਹੈ ਉਹ ਕਿਸੇ ਲੈਂਗੁਏਜ 'ਚ ਨਹੀਂ ਸਿੱਖਣੇ ਅਸੀਂ,
ਇਹ ਨਹੀਂ ਕਹਿਣਾ ਵੀ ਮੈਂ C++ ਨਹੀਂ, ਮੈਂ ਤਾਂ ਸਿੱਧਾ ਜਾਵਾ ਹੀ ਸਿੱਖੂੰਗਾ, ਠੀਕ ਹੈ, ਵੀ ਉਹ ਸੀ ਸਿੱਖੀ ਜਾਂਦਾ, ਮੈਂ ਤਾਂ ਸਿੱਧਾ ਜਾਵਾ ਹੀ ਸਿੱਖੂੰਗਾ, ਹੈ ਨਾ। ਇਹ ਚੀਜ਼ ਨਹੀਂ ਹੋਣੀ ਨਹੀਂ ਚਾਹੀਦੀ ਇਹ ਚੀਜ਼, ਠੀਕ ਹੈ ਨਾ। ਈਵਨ ਸੀ ਤੋਂ ਪਹਿਲਾਂ ਵੀ ਐਲਗੋਰਿਥਮ ਹੈ, ਫਲੋ ਚਾਰਟਸ ਹੈ, ਮੈਥਮੈਟੀਕਲ ਫਾਰਮੂਲੇਜ਼ ਹੈ, ਉਹ ਚੀਜ਼ ਜਿੰਨੀ ਆਪਾਂ ਸਟਰੋਂਗ ਕਰਦੇ ਆਵਾਂਗੇ, ਅਗਲੀਆਂ ਚੀਜ਼ਾਂ ਤਾਂ ਆਪਣੇ ਆਪ ਹੀ ਆਉਂਦੀਆਂ ਜਾਣਗੀਆਂ। ਅਗਰ ਤੁਹਾਨੂੰ C++ ਆਉਂਦੀ ਹੈ, ਮੈਂ ਸਟੂਡੈਂਟਸ ਨੂੰ ਵੀ ਕਹਿਣਾ ਹੁੰਦਾ, ਅਗਰ C ਆਉਂਦੀ ਹੈ ਤਾਂ C++ ਦੇ ਜਿਹੜੇ ਟੌਪਿਕਸ ਹੈ ਤੁਸੀਂ ਇੱਕ ਹਫ਼ਤੇ 'ਚ ਸਿੱਖ ਲਓਗੇ। ਸਿਮਿਲਰਲੀ ਜਾਵਾ ਦੇ ਟੌਪਿਕਸ ਜਿਹੜੇ ਬੇਸਿਕ ਟੌਪਿਕਸ ਹੈ ਉਹ ਤੁਸੀਂ ਇੱਕ ਹਫ਼ਤੇ ਦੇ ਵਿੱਚ ਹੀ ਗ੍ਰੈਬ ਕਰ ਲਓਗੇ, ठीक है। सर मैं जैसे आपसे पहले बात कर रहा था और मुझे पता चला कि आप कई अलग अलग तरह के प्रोजेक्ट्स पे काम कर रहे हो, और आपने भी जैसे इस टॉक के स्टार्टिंग में मेंशन किया था पंजाबी लैंग्वेज पे प्रोजेक्ट्स के बारे में। सो मैंने वो देखे एंड दे आर वेरी इंटरेस्टिंग प्रोजेक्ट्स। सो आप उसके बारे में कुछ बताना चाहोगे कि पंजाबी लैंग्वेज पे क्या क्या प्रोजेक्ट्स किए? ਜਦੋਂ ਮੇਰੇ ਇੱਥੇ ਮੈਂ ਯੂਨੀਵਰਸਿਟੀ ਜਾਣ ਤੋਂ ਪਹਿਲਾਂ ਨਾ, ਮੇਰੇ ਯੂਨੀਵਰਸਿਟੀ ਦੇ ਆਪੋਜ਼ਿਟ ਇੱਕ ਮੇਰੇ ਕਜ਼ਨ ਦੇ ਨਾਲ ਮੇਰਾ ਕੰਪਿਊਟਰ ਸੈਂਟਰ ਸੀ, ਜਿਸ 'ਚ ਅਸੀਂ ਥੋੜ੍ਹੀ ਬਹੁਤੀ ਡਿਵੈਲਪਮੈਂਟ ਵਗੈਰਾ ਜਾਂ ਵੈਬਸਾਈਟਸ ਵਗੈਰਾ ਡਿਵੈਲਪਮੈਂਟ ਦਾ ਵਰਕ ਸੀ। ਯੂਨੀਵਰਸਿਟੀ ਦੇ ਅਸਿਸਟੈਂਟ ਪ੍ਰੋਫੈਸਰ ਹੀ ਆ ਪੰਜਾਬੀ ਡਿਪਾਰਟਮੈਂਟ ਦੇ, ਡਾਕਟਰ ਰਾਜਵਿੰਦਰ ਸਿੰਘ। ਇੱਕ ਦਿਨ ਉਹ ਮੇਰੇ ਕੋਲ ਆਏ ਵੀ ਮੈਂ ਕਹਿੰਦੇ ਮੈਂ ਸਿੱਖਣਾ ਆ, ਵੀ ਲੈਂਗੁਏਜ ਸਿੱਖਣੀ ਹੈ, ਮੈਂ ਨਾ ਤੁਹਾਡਾ ਪੈਂਫਲੇਟ ਜਿਹਾ ਪੜ੍ਹਿਆ ਸੀ ਕਿਤੋਂ, ਵੀ ਮੈਂ ਪ੍ਰੋਜੈਕਟ ਬਣਾਉਣਾ। ਮੈਂ ਉਹਨਾਂ ਨੂੰ ਕਿਹਾ ਵੀ ਅਸੀਂ ਪ੍ਰੋਜੈਕਟ ਬਣਾਉਣਾ ਨਹੀਂ ਸਿਖਾਉਂਦੇ, ਵੀ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਮੈਂ ਆਊਟਪੁੱਟ ਨਹੀਂ ਸਿਖਾਉਂਦਾ ਵੀ ਆਊਟਪੁੱਟ ਪ੍ਰੋਜੈਕਟ ਬਣਾ ਲਓ। ਮੈਂ ਕਿਹਾ ਮੈਂ ਤਾਂ ਪ੍ਰੋਗਰਾਮਿੰਗ ਤੁਹਾਡੀ ਸਕਿੱਲਸ ਇੰਪਰੂਵ ਕਰੂੰਗਾ, ਪ੍ਰੋਜੈਕਟ ਤਾਂ ਤੁਸੀਂ ਆਪ ਬਣਾਓਗੇ, ਫਿਰ ਮੈਂ ਤੁਹਾਨੂੰ ਇੰਨਾ ਵਧੀਆ ਕਰ ਦੂੰਗਾ ਪ੍ਰੋਜੈਕਟ ਬਣਾਉਣ ਨੂੰ। ਕਹਿੰਦੇ ਨਹੀਂ, ਮੈਂ ਪ੍ਰੋਜੈਕਟ ਹੀ ਬਣਾਉਣਾ। ਮੈਂ ਉਹਨਾਂ ਨੂੰ ਉਂਝ ਸੋਚਦਾ ਸੀ ਵੀ ਉਹ ਥੋੜ੍ਹੇ ਜਿਹੇ ਸਿੰਪਲ ਹੀ ਹੈ, ਮਤਲਬ ਕਿ ਜਿਵੇਂ ਆਮ ਬੰਦਾ ਆਉਂਦਾ ਹੀ ਹੈ ਨਾ, ਬਟ ਉਹਨਾਂ ਦੀ ਲਗਨ ਇੰਨੀ ਜ਼ਿਆਦਾ ਜ਼ਬਰਦਸਤ, ਉਹਨਾਂ ਜਿੰਨੀ ਸਿਟਿੰਗ ਮੈਂ ਨਹੀਂ ਦੇਖੀ ਕਿਸੇ ਪਰਸਨ ਦੀ, ਵੀ ਉਹ 20 ਘੰਟੇ ਲਗਾਤਾਰ ਕੰਪਿਊਟਰ ਤੇ ਪ੍ਰੋਗਰਾਮਿੰਗ ਕਰ ਸਕਦੇ ਆ ਪੰਜਾਬੀ ਦੇ ਹੋ ਕੇ, ਠੀਕ ਹੈ ਨਾ। ਪੰਜਾਬੀ ਦੇ ਹੋ ਕੇ 20 ਘੰਟੇ ਅਗਰ ਕੰਪਿਊਟਰ ਤੇ ਬੈਠ ਰਿਹਾ ਬੰਦਾ ਬਿਨਾਂ ਖਾਧੇ ਪੀਤੇ, ਦਿਸ ਮੀਨਸ ਉਹਦੀ ਰਿਪਲੇਸਮੈਂਟ ਹੀ ਨਹੀਂ ਹੈ। ਮੈਂ ਦੇਖਿਆ ਵੀ ਨਹੀਂ ਕਿ ਕਿਸੇ ਨੂੰ ਇੰਝ। ਉਹਨਾਂ ਨੇ ਬਣਾਉਣੇ ਸ਼ੁਰੂ ਕੀਤੇ। ਅਸੀਂ ਸਭ ਤੋਂ ਪਹਿਲਾਂ ਸ਼ਾਇਦ ਪ੍ਰੋਜੈਕਟ ਟਾਈਪਿੰਗ ਟਿਊਟਰ ਬਣਾਇਆ ਸੀ, ਉਦੋਂ ਪੰਜਾਬੀ ਦੀ ਟਾਈਪਿੰਗ ਨਹੀਂ ਹੁੰਦੀ ਸੀ, ਇਹ ਟਾਈਪਿੰਗ ਟਿਊਟਰ ਅਵੇਲੇਬਲ ਨਹੀਂ ਸੀ, ਜਾਂ ਹੋਣਾ ਯਾਨੀ ਕਿ ਮਤਲਬ ਸਾਨੂੰ ਨਹੀਂ ਲੱਭਿਆ, ਮਾਈਟ ਵੀ ਹੋਣਾ ਕਿਤੇ ਨਾ ਕਿਤੇ। ਤਾਂ ਸ਼ਾਇਦ ਇਹ 2000 ਦਾ ਇਹ ਹੋਣੀ ਗੱਲ, ਮੈਨੂੰ ਲੱਗਦਾ 8-9 ਦੀ ਹੋਣੀ, 2019 ਜਾਂ 19 ਨਹੀਂ, ਸੌਰੀ 2009 ਦੀ ਗੱਲ ਹੋਣੀ, ਜਾਂ 10 ਜਾਂ 11, ਮਤਲਬ ਇੰਨੀ 10 ਸਾਲ ਪੁਰਾਣੀ ਗੱਲ ਹੈ। ਉਹਨਾਂ ਨੇ ਉਦੋਂ ਫਿਰ ਨਾ ਇੱਕ ਟਾਈਪਿੰਗ ਟਿਊਟਰ ਬਣਾਇਆ, ਫਿਰ ਉਸ ਦੇ ਨਾਲ ਅਸੀਂ ਛੋਟੇ ਛੋਟੇ ਹੋਰ ਪ੍ਰੋਜੈਕਟ ਬਣਾਉਣੇ ਸਟਾਰਟ ਕਰਤੇ। ਇੱਕ ਅਸੀਂ ਬਣਾਇਆ ਪੰਜਾਬੀ ਗਿਆਨ.com ਵੈਬਸਾਈਟ ਵੀ ਹੈ, ਉਹਦੇ ਵਿੱਚ ਪੰਜਾਬੀ ਸਿੱਖਣ ਲਈ ਸੌਫਟਵੇਅਰ ਬਣਾਇਆ, ਠੀਕ ਹੈ। ਫਿਰ ਅਸੀਂ ਲੈਂਗੁਏਜ ਆਇਡੈਂਟੀਫਾਇਰ ਬਣਾਇਆ, ਫੌਂਟ ਕਨਵਰਟਰ ਬਣਾਇਆ। ਇੱਕ ਫੌਂਟ ਕਨਵਰਟਰ ਜੋ ਪੰਜਾਬੀ ਲੈਂਗੁਏਜ ਹੈ ਨਾ, ਉਸ ਦੇ ਵਿੱਚ ਫੌਂਟ ਦੀ ਕੋਈ ਲੇਆਊਟ ਮੈਂਸ਼ਨ ਨਹੀਂ ਹੈ, ਜਿਵੇਂ ਕੀਬੋਰਡ ਤੇ ਲੇਆਊਟ A ਇੱਥੋਂ ਪੈਂਦਾ, B ਇੱਥੋਂ ਪੈਂਦਾ, C ਇੱਥੋਂ ਪੈਂਦਾ, ਪੰਜਾਬੀ ਦੇ ਵਿੱਚ ਇਹ ਫਿਕਸ ਨਹੀਂ ਹੈ ਵੀ ਊੜਾ ਕਿੱਥੋਂ ਪੈਣਾ। ਅਗਰ 500 ਫੌਂਟ ਹੈ, 500 ਦੇ 500 ਬਦਲੇ ਹੋਏ ਆ। ਅਸੀਂ ਉਹ ਕਨਵਰਟਰ ਬਣਾਏ ਸੀ ਵੀ ਇੱਕ ਦੂਜੇ ਨੂੰ ਕਨਵਰਟ ਕਰ ਸਕੇ। ਉਹ ਇੱਥੇ ਮੈਂ ਇੱਕ ਚੀਜ਼ ਹੋਰ ਜੋੜਨਾ ਚਾਹੂੰਗਾ, ਰਾਜਵਿੰਦਰ ਸਰ ਜਿਨ੍ਹਾਂ ਦੀ ਮੈਂ ਗੱਲ ਕੀਤੀ ਹੈ, ਉਹਨਾਂ ਨੇ ਅੰਦਾਜ਼ਨ 8000 ਪੇਜਾਂ ਦਾ ਡਾਕੂਮੈਂਟ ਤਿਆਰ ਕੀਤਾ ਸੀ, ਐਰੇ ਤਿਆਰ ਕੀਤਾ ਸੀ ਇਸ ਪ੍ਰੋਜੈਕਟ ਨੂੰ ਬਣਾਉਣ ਦੇ ਲਈ। ਮੈਪਿੰਗ ਜਿਹਨੂੰ ਕਹਿੰਦੇ ਕਰੈਕਟ, 8000 ਠੀਕ ਹੈ ਨਾ। ਤੁਸੀਂ ਦੇਖ ਲਓ ਵੀ ਕੰਸੈਂਟਰੇਸ਼ਨ, ਉਹਨਾਂ ਤੋਂ ਇਨਸਪੀਰੇਸ਼ਨ ਮਿਲਦੀ ਹੈ। ਜਦੋਂ ਅਸੀਂ ਪ੍ਰੋਜੈਕਟ ਬਣਾਉਣੇ ਸਟਾਰਟ ਕੀਤੇ, ਨਾਲ ਇੱਕ ਆਪਣੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਹੈ, ਤੁਹਾਨੂੰ ਪਤਾ ਹੀ ਹੈ ਨਾ, ਜਲੰਧਰ ਦੇ ਵਿੱਚ। ਮਾਰਚ ਦੇ ਵਿੱਚ ਇੱਕ ਇਨੋਟੈਕ ਹੁੰਦਾ ਹੈ, ਜਿਸ 'ਚ ਤੁਸੀਂ ਪ੍ਰੋਜੈਕਟਸ ਵਗੈਰਾ ਆਪਣੇ ਡਿਸਪਲੇ ਕਰ ਸਕਦੇ ਆ, ਠੀਕ ਹੈ। ਸਟੂਡੈਂਟਸ ਨੂੰ ਮੈਂ ਕਹੂੰਗਾ ਵੀ ਉੱਥੇ ਜ਼ਰੂਰ ਜੁਆਇਨ ਕਰਿਆ ਕਰੋ। ਸ਼ਾਇਦ 19, 20 ਜਾਂ 28, 29 ਕੁਛ ਇੰਨੀ ਕੁ ਤਰੀਕ ਹੈ ਮਾਰਚ ਦੀ, ਜਦੋਂ ਹੁੰਦਾ ਹੀ ਹੁੰਦਾ, ਹਰ ਸਾਲ ਹੁੰਦਾ ਹੈ ਉਹ। ਕੁਛ ਹਰੇਕ ਪੰਜਾਬ ਤੋਂ ਵੀ ਹੈ, ਈਵਨ ਅਦਰ ਸਟੇਟਸ ਤੋਂ ਵੀ ਬੱਚੇ ਆਪਣੇ ਪ੍ਰੋਜੈਕਟਸ ਲੈ ਕੇ ਆਉਂਦੇ, ਹਰੇਕ ਤਰ੍ਹਾਂ ਦੇ, ਆਟੋਮੋਬਾਈਲ ਦੇ ਹੋ ਗਏ, ਕੰਪਿਊਟਰ ਦੇ ਹੋ ਗਏ। ਅਸੀਂ ਵੀ ਉੱਥੇ ਲੈ ਕੇ ਜਾਂਦੇ ਸੀ, ਠੀਕ ਹੈ ਨਾ। ਸਾਡਾ ਗੁੱਡ ਲੱਕ ਸੀ, ਜਾਂ ਪ੍ਰੋਗਰਾਮ ਸਾਡੇ ਲੈਂਗੁਏਜ ਨਾਲ ਰਿਲੇਟਡ ਸੀ, ਪੰਜਾਬੀ ਲੈਂਗੁਏਜ ਨਾਲ। ਸਾਨੂੰ 4-5 ਵਾਰ ਲਗਾਤਾਰ ਫਸਟ ਪ੍ਰਾਈਜ਼ ਮਿਲਦਾ ਆਇਆ ਹਰੇਕ ਪ੍ਰੋਜੈਕਟ ਦੇ ਵਿੱਚ। ਸਾਡਾ ਇੱਕ ਪ੍ਰੋਜੈਕਟ ਬਣਾਇਆ ਸੀ ਅਸੀਂ, ਪੰਜਾਬੀ ਪੀਡੀਆ ਉਦੋਂ। ਉਹ ਫਿਰ ਰਾਜਵਿੰਦਰ ਸਰ, ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਉਹ ਡਿਪਾਰਟਮੈਂਟ 'ਚ ਹੀ ਸੀ, ਮੈਂ ਉਦੋਂ ਮੰਡੀ ਬੋਰਡ 'ਚ ਸੀ। ਉਹਨਾਂ ਨੇ VC ਸਰ ਸੀਗੇ ਆਪਣੇ ਜਸਪਾਲ ਸਿੰਘ ਜੀ, ਉਹਨਾਂ ਨਾਲ ਸ਼ੇਅਰ ਕੀਤਾ ਵੀ ਪੰਜਾਬੀ ਪੀਡੀਆ ਪ੍ਰੋਜੈਕਟ ਐਸਾ ਹੋਣਾ ਚਾਹੀਦਾ ਹੈ। ਉਹਨਾਂ ਨੇ ਉਹਨਾਂ ਨੂੰ ਲਾਈਮਲਾਈਟ 'ਚ ਲਿਆਂਦਾ ਵੀ ਹਾਂ ਪੰਜਾਬੀ ਪੀਡੀਆ ਪ੍ਰੋਜੈਕਟ ਕਰੋ, ਤੁਸੀਂ ਯੂਨੀਵਰਸਿਟੀ ਦੇ ਵਿੱਚ ਕਰੋ। ਤੇ ਅਸੀਂ ਫਿਰ ਪੰਜਾਬੀ ਪੀਡੀਆ ਪ੍ਰੋਜੈਕਟ ਬਣਾਉਣਾ ਸਟਾਰਟ ਕਰਤਾ। ਉਦੋਂ ਪੰਜਾਬੀ ਪੀਡੀਆ, ਉਦੋਂ ਮੈਂ ਯੂਨੀਵਰਸਿਟੀ 'ਚ ਨਹੀਂ ਸੀ, ਉਦੋਂ ਮੈਂ ਮੰਡੀ ਬੋਰਡ 'ਚ ਸੀ, ਠੀਕ ਹੈ। ਉਦੋਂ ਚਾਂਸ ਜਿਵੇਂ ਬਣਦੇ ਗਏ, ਮੇਰਾ ਨੈਟ ਕਲੀਅਰ ਹੋ ਗਿਆ, UGC ਨੈਟ, ਉਹ ਮੇਰਾ ਇੱਕ ਪਲੱਸ ਪੁਆਇੰਟ ਸੀ ਇੰਟਰਵਿਊ ਦੇ ਵਿੱਚ। ਉਦੋਂ ਮੇਰੀ ਸਿਲੈਕਸ਼ਨ ਵੀ ਹੋ ਗਈ। ਫਿਰ ਪੰਜਾਬੀ ਪੀਡੀਆ ਪ੍ਰੋਜੈਕਟ ਤੇ ਅਸੀਂ ਹੁਣ ਮੇਨ ਵਰਕ ਕਰ ਰਹੇ ਹਾਂ, ਜੋ ਇੱਕ ਵਿਕੀਪੀਡੀਆ ਹੈ, ਜਿਵੇਂ ਸਾਰਿਆਂ ਨੂੰ ਪਤਾ ਹੀ ਹੈ ਨਾ। ਉਹ 'ਚ ਸਾਰੇ ਰਿਸੋਰਸਿਸ ਵਗੈਰਾ ਆਪਣੇ
ਆਪਣਾ हाँ जी, हाँ जी, हाँ जी। ਪੰਜਾਬੀ ਪੀਡੀਐਫ ਚ ਮੋਸਟਲੀ ਇਨਫੋਰਮੇਸ਼ਨ ਅਸੀਂ ਪੰਜਾਬੀ ਚ ਰੱਖ ਰਹੇ ਹਾਂ ਤੇ ਯੂਨੀਕੋਡ ਫਾਰਮੈਟ ਦੇ ਵਿੱਚ ਰੱਖ ਰਹੇ ਹਾਂ, ਠੀਕ ਹੈ ਨਾ। ਤੇ ਇੱਕ ਚੀਜ਼ ਮੈਂ ਹੋਰ ਐਡ ਕਰਨਾ ਹੈ, ਇੱਕ ਯੂਨੀਕੋਡ ਹੈ, ਇੱਕ ਸਕਾਈ ਕੋਡ ਹੈ। ਇਸ ਬਾਰੇ ਨੌਲੇਜ ਜ਼ਰੂਰ ਤੁਸੀਂ ਲਈਓ, ਕਾਫੀ ਲੰਬੀ ਗੱਲ ਚੱਲ ਪੂਗੀ ਅਗਰ ਮੈਂ ਸਮਝਾਉਣ ਲੱਗ ਗਿਆ, ਠੀਕ ਹੈ ਨਾ। ਸ਼ਾਇਦ ਮੇਰਾ ਇੱਕ ਛੋਟਾ ਜਿਹਾ ਵੀਡੀਓ ਚ ਦੇਖ ਲਿਓ। ਇਹ ਚੀਜ਼ ਇੱਕ ਸਭ ਤੋਂ ਇੱਕ ਬੇਸਿਕ ਚੀਜ਼ ਹੈ, ਅਗਰ ਇਹ ਨਹੀਂ ਪਤਾ ਤਾਂ ਇਹ ਆਪਣੇ ਜਿਹੜੇ ਕੰਪਿਊਟਰ ਵਾਲੇ ਸਟੂਡੈਂਟ ਆ ਉਹ ਤਾਂ ਮਤਲਬ ਸਹੀ ਤਰੀਕੇ ਸਮਝ ਲਓ ਆਪਾਂ ਸਿੱਖ ਨਹੀਂ ਰਹੇ ਕੰਪਿਊਟਰ। ਇਹ ਛੋਟੀ ਚੀਜ਼ ਜ਼ਰੂਰ ਪਤਾ ਕਰਿਓ ਵੀ ਯੂਨੀਕੋਡ ਕੀ ਚੀਜ਼ ਹੈ, ਠੀਕ ਹੈ ਨਾ। ਵੀ ਉਸ ਚ ਅਸੀਂ ਪੀਡੀਐਫ ਜਿਹੜੀ ਸਾਡੀ ਵੈਬਸਾਈਟ ਹੈ ਉਸ ਬੇਸਡ ਹੀ ਬਣਦੀ ਹੈ। ਫਿਰ ਗੁਰਮੁਖੀ ਫੌਂਟ ਕਨਵਰਟਰ ਬਣਾਇਆ ਹੋਇਆ ਹੈ, ਟਾਈਪਿੰਗ ਟਿਊਟਰ ਬਣਾਏ ਹੋਏ ਹੈ, ਜਿਹੜਾ ਫੌਂਟ ਕਨਵਰਟਰ ਹੈ। ਫਿਰ ਅਸੀਂ ਛੋਟੀ ਛੋਟੀ ਐਪਸ ਬਣਾਈਆਂ ਆ, ਠੀਕ ਹੈ, ਮੋਬਾਈਲ ਐਪਸ ਬਣੀ ਹੋਈ ਹੈ। ਫਿਰ ਕੀਬੋਰਡ ਲੇਆਊਟਸ ਤਿਆਰ ਕੀਤੇ ਹੈ, ਡਿਕਸ਼ਨਰੀਜ਼ ਤਿਆਰ ਕੀਤੀਆਂ ਪੰਜਾਬੀ ਦੇ ਲਈ। ਥੋੜ੍ਹਾ ਜਿਹਾ ਇੰਜ ਵਰਕ ਹੋਰ ਵੀ ਚੱਲ ਰਿਹਾ, ਗ੍ਰਾਮਰ ਚੈਕਿੰਗ ਵਗੈਰਹ ਦਾ ਪੰਜਾਬੀ ਲੈਂਗੁਏਜ ਦੇ ਲਈ। ਇਹ ਐਕਸਟਰਾ ਇੱਕ ਡਿਪਾਰਟਮੈਂਟ ਵੀ ਬਣਿਆ ਹੋਇਆ ਹੁਣ ਪੰਜਾਬੀ ਪੀਡੀਐਫ ਤੇ ਵੈਬਸਾਈਟ ਦਾ ਨਾਮ punjabipdf.org ਹੈ। ਜਿਹੜਾ ਡਿਪਾਰਟਮੈਂਟ ਉਹ ਜਿਹੜੀ ਆਪਣੀ ਮੇਨ ਲਾਇਬ੍ਰੇਰੀ ਹੈ ਪੰਜਾਬੀ ਯੂਨੀਵਰਸਿਟੀ, ਉਹਦੇ ਨਾਲ ਇੱਕ ਜਸਪਾਲ ਡਿਪਾਰਟਮੈਂਟ ਵੀ ਐਸਟੈਬਲਿਸ਼ ਕੀਤਾ ਸੀ। ਕੁਛ ਮੈਂ ਵੀ ਹੈ, ਰਾਜਵਿੰਦਰ ਸਰ ਜਿਹੜੇ ਸਾਡੇ ਟੀਮ ਦੇ ਇੱਕ ਤਰ੍ਹਾਂ ਦੇ ਮੁਖੀ ਹੈ, ਤੇ ਉਸ ਪ੍ਰੋਜੈਕਟ ਜਿਹੜਾ ਸਾਡਾ ਪ੍ਰੋਜੈਕਟ ਹੈ ਉਹਨਾਂ ਦੇ ਮੇਨ ਹੈਡ ਸਾਡੇ ਦਵਿੰਦਰ ਸਰ ਹੈ ਜੂਲੋਜੀ ਡਿਪਾਰਟਮੈਂਟ ਦੇ ਜਿਹੜੇ ਕੋਆਰਡੀਨੇਟਰ ਹੈ। ਉਹਨਾਂ ਦੀ ਕੋਆਰਡੀਨੇਸ਼ਨ ਦੇ ਵਿੱਚ ਹੀ ਮੈਂ ਤੇ ਰਾਜਵਿੰਦਰ ਸਰ ਤੇ ਸਾਡਾ ਹੋਰ ਸਟਾਫ ਵਰਕ ਕਰਦਾ ਹੈ। ਸਰ ਜਿਵੇਂ ਪੰਜਾਬੀ ਪੀਡੀਐਫ ਦੇ ਵਿਕੀਪੀਡੀਆ ਸੁਣਨ ਚ ਕਾਫੀ ਸਿਮਿਲਰ ਸਾਊਂਡ ਕਰਦੇ ਨੇ, ਕੋਈ ਤੁਸੀਂ ਸਿਮਿਲੈਰਿਟੀਜ਼ ਤੇ ਜਿਵੇਂ ਦੱਸਦੀ ਹੈ ਕੁਝ ਡਿਫਰੈਂਸਸ ਜੇ ਕੁਝ ਹੈ ਨੇ ਤੇ ਦੱਸਣਾ ਚਾਹੋਗੇ ਸਰ? ਉਹ ਮੈਂ ਬੇਸਿਕਲੀ ਦੱਸਣਾ ਚਾਹੁੰਦਾ ਵੀ ਪੰਜਾਬੀ ਪੀਡੀਐਫ ਦਾ ਜਿਹੜਾ ਮੇਨ ਡਿਫਰੈਂਸ ਇੱਕੋ ਹੀ ਮੰਨ ਕੇ ਚੱਲਦੇ ਆ। ਜਿਹੜਾ ਵਿਕੀਪੀਡੀਆ ਹੈ ਨੋ ਡਾਊਟ ਉਹ ਬਹੁਤ ਵਧੀਆ ਆ, ਠੀਕ ਹੈ ਨਾ। ਵੀ ਜਦੋਂ ਇੰਨੀ ਇਨਫੋਰਮੇਸ਼ਨ ਹੈ, ਇੰਨੀ ਲੈਂਗੁਏਜਸ ਦੀ ਇਨਫੋਰਮੇਸ਼ਨ ਹੈ, ਠੀਕ ਹੈ ਨਾ। ਬਟ ਜਿਹੜੇ ਉਸ 'ਚ ਪੰਜਾਬੀ ਲੈਂਗੁਏਜ ਹੈ ਉਸ 'ਚ ਸ਼ਾਇਦ ਉਨੀ ਇਨਫੋਰਮੇਸ਼ਨ ਨਹੀਂ ਹੈਗੀ। ਪਲੱਸ ਜਿਹੜਾ ਇੱਕ ਚੀਜ਼ ਹੋਰ ਹੈ, ਉਸਨੂੰ ਆਪਾਂ ਐਜ਼ ਏ ਰੈਫਰੈਂਸ ਨਹੀਂ ਯੂਜ਼ ਕਰਦੇ, ਠੀਕ ਹੈ ਨਾ। ਕੋਈ ਚੀਜ਼ ਕਰਨੀ ਹੈ ਮੀਨਸ ਉਹ ਇੱਕ ਜ਼ਰੂਰੀ ਨਹੀਂ ਹੈ ਵੀ ਉਹ ਰੈਫਰੈਂਸਡ ਹੋਵੇ, ਕਿਉਂਕਿ ਉਹ ਚੇਂਜੇਬਲ ਹੈ। ਹਰੇਕ ਪਰਸਨ ਉਸਨੂੰ ਚੇਂਜ ਕਰ ਸਕਦਾ ਹੈ। ਮਤਲਬ ਆਪਣਾ ਉਹ ਐਡਮਿਨ ਉਹਨੂੰ ਕਲੀਅਰ ਤਾਂ ਕਰਦਾ ਹੈ, ਠੀਕ ਹੈ ਨਾ। ਉੱਧਰੋਂ ਯੈਸ ਨੋ ਤਾਂ ਹੁੰਦਾ ਹੈ, ਮਤਲਬ ਚੇਂਜਿਸ ਪੋਸੀਬਲ ਹੈ ਉਸਦੇ ਵਿੱਚ। ਉਹਦੀ ਇਨਫੋਰਮੇਸ਼ਨ ਤੇ ਹੋ ਸਕਦਾ ਉਨੀ ਰਿਲਾਇਬਿਲਿਟੀ ਆਪਾਂ ਨਾ ਦਿਖਾ ਸਕੀਏ। ਪਰ ਪੰਜਾਬੀ ਪੀਡੀਆ ਜਿਹੜਾ ਉਸਦੇ ਵਿੱਚ ਟੋਟਲੀ ਪੰਜਾਬੀ ਦੇ ਵਿੱਚ ਹੈ। ਅੰਦਾਜ਼ਨ ਫਿਲਹਾਲ ਅਰਾਊਂਡ 2 ਲੱਖ ਐਂਟਰੀਜ਼ ਅਸੀਂ ਕਰਤੀਆਂ, 2 ਲੱਖ ਐਂਟਰੀਜ਼ ਪੈ ਗਈਆਂ ਪੰਜਾਬੀ ਦੇ ਵਿੱਚ ਯੂਨੀਕੋਡ ਦੇ ਵਿੱਚ, ਤੇ ਹੋਰ ਵੀ ਇਨਕਰੀਜ਼ ਹੋ ਰਹੀਆਂ ਡੇ ਬਾਏ ਡੇ। ਤੇ ਪਲੱਸ ਉਹ ਸਾਰੀਆਂ ਐਂਟਰੀਜ਼ ਉਹ ਹੈ ਜੋ ਕਿਸੇ ਬੁੱਕ ਦੇ ਵਿੱਚੋਂ ਹੈ। ਮੋਸਟਲੀ ਜਿਹੜੇ ਪੰਜਾਬੀ ਯੂਨੀਵਰਸਿਟੀ ਨੇ ਪਬਲਿਸ਼ ਕੀਤੀਆਂ ਬੁੱਕਸ, ਮਤਲਬ ਰੈਫਰੈਂਸਡ ਦੇ ਤੌਰ ਤੇ ਹੀ ਸਟੂਡੈਂਟ ਉਹਨੂੰ ਪੜ੍ਹ ਸਕਦਾ, ਠੀਕ ਹੈ ਨਾ। ਕੋਈ ਵੀ ਟੌਪਿਕ ਹੈ ਉਸਦਾ ਰੈਫਰੈਂਸ ਦਿੱਤਾ ਹੋਇਆ ਹਰੇਕ ਟੌਪਿਕ ਦੇ ਥੱਲੇ, ਵੀ ਇਹ ਟੌਪਿਕ ਇਸ ਪਬਲਿਸ਼ਰ ਦੇ ਇਸ ਬੁੱਕ ਦੇ ਵਿੱਚੋਂ ਇਸ ਆਥਰ ਦੁਆਰਾ ਲਿਖਿਆ ਗਿਆ, ਠੀਕ ਹੈ ਨਾ। ਮਤਲਬ ਐਜ਼ ਅ ਰੈਫਰੈਂਸ ਆਪਾਂ ਡਾਇਰੈਕਟਲੀ ਯੂਜ਼ ਕਰ ਸਕਦੇ ਹਾਂ ਸਟੂਡੈਂਟ ਆਪਣੇ ਰਿਸਰਚ ਪੇਪਰ ਵਗੈਰਾ ਦੇ ਵਿੱਚ। ਜੋ ਪੰਜਾਬੀ ਡਿਪਾਰਟਮੈਂਟ ਹੈ ਜਾਂ ਜਿਹੜੇ ਪੰਜਾਬੀ ਰਿਲੇਟਡ ਸਟੂਡੈਂਟ ਵਰਕ ਕਰ ਰਹੇ ਆ ਉਹਨਾਂ ਲਈ ਤਾਂ ਇਹ ਵੈਬਸਾਈਟ ਬਹੁਤ ਵਧੀਆ ਚੀਜ਼ ਸਾਬਿਤ ਹੋ ਰਹੀ ਹੈ, ਕਿਉਂਕਿ ਇਸ ਦੇ ਵਿੱਚ ਸਰਚਿੰਗ ਦੀ ਫੈਸਿਲਿਟੀ ਬਹੁਤ ਵਧੀਆ ਤਰੀਕੇ ਨਾਲ ਦਿੱਤੀ ਹੋਈ ਹੈ। ਅਸੀਂ ਵੀ ਈਜ਼ੀਲੀ ਟੌਪਿਕਸ ਵਗੈਰਾ ਸਰਚ ਹੁੰਦੇ ਆ, ਤੇ ਸਟੂਡੈਂਟ ਡਾਇਰੈਕਟਲੀ ਪੰਜਾਬੀ ਪੀਡੀਐਫ ਦਾ ਰੈਫਰੈਂਸ ਹੀ ਦੇ ਸਕਦਾ ਹੈ, ਜੋ ਸ਼ਾਇਦ ਵਿਕੀਪੀਡੀਆ ਦਾ ਸਟੂਡੈਂਟ ਅਵੋਇਡ ਕਰਦਾ ਦੇਣਾ। ਇਹ ਇੱਕ ਬੇਸਿਕ ਡਿਫਰੈਂਸ ਕਹਿ ਸਕਦੇ ਹਾਂ ਆਪਾਂ ਇਹਦੇ ਵਿੱਚ। अमेजिंग सर, अमेजिंग। मतलब ये प्रोजेक्ट्स सारे बहुत बहुत मतलब सुनने में काफी अमेजिंग लग रहे हैं। और अगर कोई स्टूडेंट इनके बारे में आपसे जानना चाहे, थोड़ा काम करना चाहे इन प्रोजेक्ट्स पे आपके साथ, तो कैन ही? जुड़े भी हुए हैं, काफी स्टूडेंट जुड़े भी हुए हैं। ਇੱਕ ਆਪਣੇ ਇੱਥੋਂ ਐਮਟੈਕ ਕਰਕੇ ਗਏ ਸੀ ਸਟੂਡੈਂਟ ਕਵੀਸ਼, ਉਹ ਵੀ ਹਲੇ ਤੱਕ ਜੁੜਿਆ ਹੋਇਆ, 4-5 ਸਾਲ ਪਹਿਲਾਂ ਪਾਸ ਆਊਟ ਸੀ, ਫਿਰ ਉਹ ਸਾਡੇ ਨਾਲ ਕਨੈਕਟਡ ਹੈ ਹਲੇ। ਤੇ ਮਤਲਬ ਜਿਹੜੇ ਸਟੂਡੈਂਟ ਕਿਸੇ ਨੂੰ ਕਿਸੇ ਤਰ੍ਹਾਂ ਦੀ ਹੈਲਪ ਚਾਹੀਦੀ ਹੈ ਅਸੀਂ ਹੈਲਪ ਵੀ ਕਰਦੇ ਆ, ਠੀਕ ਹੈ। ਜੇ ਕਿਸੇ ਨੇ ਕੋਈ ਟੌਪਿਕ ਸਮਝਣਾ ਹੈ, ਮਤਲਬ ਕੋਈ ਪ੍ਰੋਗਰਾਮਿੰਗ ਲੈਂਗੁਏਜ ਉਹਨੂੰ ਲੱਗਦਾ ਵੀ ਉਹਦਾ ਵੀ ਇਸ ਲਾਈਨ 'ਚ ਇੰਟਰਸਟ ਬਣ ਰਿਹਾ, ਅਸੀਂ ਉਹਨੂੰ ਟੌਪਿਕ ਸਮਝਾ ਕੇ ਉਹ ਸਾਡੀ ਹੈਲਪ ਵੀ ਕਰ ਸਕਦਾ। ਈਵਨ ਅਸੀਂ ਬਹੁਤ ਸਾਨੂੰ ਖੁਸ਼ੀ ਹੁੰਦੀ ਹੈ ਅਗਰ ਕੋਈ ਸਾਡੇ ਨਾਲ ਸਟੂਡੈਂਟ ਜੁੜਦਾ, ਕਿਉਂਕਿ ਸਟੂਡੈਂਟ ਦਾ ਸੋਚਣ ਦਾ ਨਜ਼ਰੀਆ ਸਾਡੇ ਨਾਲੋਂ ਅਲੱਗ ਹੋਊਗਾ। ਤੇ ਪ੍ਰੋਗਰਾਮਿੰਗ ਦੇ ਵਿੱਚ ਟੀਮ ਵਰਕ ਹੀ ਇੱਕ ਮੇਨ ਚੀਜ਼ ਹੈ, ਕਿਉਂਕਿ ਇੱਕ ਪਰਸਨ ਦੀ ਥਿੰਕਿੰਗ ਇੱਕ ਜਗ੍ਹਾ ਸਟਿਕ ਕੀਤੀ ਹੁੰਦੀ ਹੈ ਵੀ ਇਹ ਪ੍ਰੋਬਲਮ ਇਸ ਤਰੀਕੇ ਹੀ ਸੋਲਵ ਹੋ ਸਕਦੀ ਹੈ। ਪਰ ਜਦੋਂ ਟੀਮ 'ਚ ਕਰਦੇ ਆ ਤਾਂ ਇੱਕ ਪ੍ਰੋਬਲਮ ਦੇ 10 ਸੋਲਿਊਸ਼ਨਸ ਨਿਕਲਦੇ ਆ, 10 ਦੇ ਵਿੱਚ ਹੋ ਸਕਦਾ ਕਿਹੜਾ ਜ਼ਿਆਦਾ ਵਧੀਆ ਹੋਵੇ ਉਹ ਇੰਪਲੀਮੈਂਟ ਹੋ ਜਾਂਦਾ। ਤੇ ਇਹ ਜ਼ਰੂਰੀ ਨਹੀਂ ਹੁੰਦਾ ਵੀ ਉਹ ਜਿਹੜਾ ਸੋਲਿਊਸ਼ਨ ਹੈ ਉਹ ਸੀਨੀਅਰ ਪਰਸਨ ਤੋਂ ਹੀ ਆਵੇ ਜਾਂ ਟੀਚਰ ਤੋਂ ਹੀ ਆਵੇ। ਹੋ ਸਕਦਾ ਜਿਹੜੇ ਸਟੂਡੈਂਟਸ ਹੈ ਉਹ ਜ਼ਿਆਦਾ ਵਧੀਆ ਮੈਥਡ ਨਾਲ, ਜ਼ਿਆਦਾ ਵਧੀਆ ਵੇ ਨਾਲ ਸਾਨੂੰ ਦੱਸ ਸਕਣ। ਸਾਨੂੰ ਬਹੁਤ ਖੁਸ਼ੀ ਹੋਊਗੀ ਅਗਰ ਕੋਈ ਵੀ ਸਟੂਡੈਂਟ ਸਾਡੇ ਨਾਲ ਜੁੜਨਾ ਚਾਹਵੇ। ਤੁਹਾਨੂੰ ਦੱਸਿਆ ਵੀ ਪੰਜਾਬੀ ਜਿਹੜੀ ਪੰਜਾਬੀ ਯੂਨੀਵਰਸਿਟੀ ਦੀ ਮੇਨ ਲਾਇਬ੍ਰੇਰੀ ਉਹਦੇ ਨਾਲ ਹੀ ਸਾਡਾ ਆਫਿਸ ਹੈ ਪੰਜਾਬੀ ਪੀਡੀਐਫ। ओके ओके
सर अभी कुछ क्विक क्वेश्चंस हैं कुछ, सो वी वुड लाइक टू आस्क दैट सर, इज बिल्कुल देयर अ बिल्कुल, you can। कोट और सेइंग जो कोई ऐसी कहावत जो आपको लाइफ में बहुत इंस्पायर करती है? ਜੋ ਚੀਜ਼ਾਂ ਜਿਵੇਂ ਮੈਂ ਤੁਹਾਨੂੰ ਦੋ ਸਟੋਰੀਜ਼ ਦੱਸੀਆਂ ਹੈ ਨਾ, ਉਹਨਾਂ ਨੇ ਮੈਨੂੰ ਚੇਂਜ ਕੀਤਾ। ਇੱਕ ਚੀਜ਼ ਹੋਰ ਛੋਟੀ ਜਿਹੀ ਲਾਈਨ ਹੀ ਹੈ, ਠੀਕ ਹੈ, ਮੈਨੂੰ ਐਗਜ਼ੈਕਟ ਵਰਡਿੰਗ ਤਾਂ ਯਾਦ ਨਹੀਂ, ਮੈਂ ਉਹਨੂੰ ਪੰਜਾਬੀ ਹਿੰਦੀ 'ਚ ਟਰਾਂਸਲੇਟ ਕਰਕੇ ਦੱਸਦਾ। ਇੱਕ ਵਾਰ ਕੀ ਹੋਇਆ, ਜਦੋਂ ਅਸੀਂ ਨਾ ਸ਼ਿਮਲੇ ਜਾ ਰਹੇ ਸੀ, ਸ਼ਿਮਲੇ ਜਾਂਦੇ ਜਾਂਦੇ ਜਦੋਂ ਮੈਂ ਸ਼ਿਮਲੇ ਪਹੁੰਚੇ, ਮੈਨੂੰ ਸਹੀ ਨਹੀਂ ਲੱਗਿਆ, ਬੋਰ ਜੇ ਹੋ ਗਏ ਅਸੀਂ, 2 ਕੁ ਦਿਨ ਰਹਿ ਕੇ ਵਾਪਿਸ ਆ ਗਏ। ਫਿਰ ਇੱਕ ਕੋਟ ਮੈਂ ਪੜ੍ਹਿਆ ਵੀ ਜਦੋਂ ਤੁਸੀਂ ਕਿਤੇ ਜਾਣਾ ਆ, ਆਪਣੀਆਂ ਖੁਸ਼ੀਆਂ ਤੁਹਾਨੂੰ ਨਾਲ ਲੈ ਕੇ ਜਾਣੀਆਂ ਪੈਣੀਆਂ। ਆਪਣੇ ਜੇ ਤੁਸੀਂ ਖੁਸ਼ੀ ਉੱਥੇ ਜਾ ਕੇ ਲੱਭਣ ਜਾ ਰਹੇ ਹੋ, ਤੁਹਾਨੂੰ ਕੁਝ ਨਹੀਂ ਲੱਭੂਗਾ, ਬਲੈਂਕ ਹੀ ਵਾਪਸ ਆ ਜਾਓਗੇ, ਜਿਵੇਂ ਉਦੋਂ ਮੈਂ ਆਇਆ ਸੀ। ਹੁਣ ਜਦੋਂ ਵੀ ਮੈਂ ਕਿਤੇ ਟੂਰ ਤੇ ਜਾਣਾ ਹੈ, ਮਤਲਬ ਉਹ ਪੈਕੇਟ ਖੁਸ਼ੀਆਂ ਦਾ ਨਾਲ ਲੈ ਕੇ ਹੀ ਜਾਣਾ ਹੈ। ਤੇ ਸ਼ਾਇਦ ਉਸ ਤੋਂ ਬਾਅਦ ਟੂਰ ਇੰਨੇ ਬਣਾਏ ਆ ਮੈਂ ਫੈਮਿਲੀ ਨਾਲ, ਅਸੀਂ ਥਾਈਲੈਂਡ ਜਾਂ ਇੰਡੀਆ ਸਾਰਾ ਘੁੰਮੇ ਅਸੀਂ, ਮੈਂ ਵਾਈਫ ਬੇਟਾ ਬੇਟੀ, ਪੂਰਾ ਇੰਜੋਏ ਕਰਕੇ, ਪੂਰਾ ਆਪਣੇ ਆਪ ਪਲੈਨਿੰਗ ਕਰਕੇ। ਉਨਾ ਮਜ਼ਾ ਮੈਨੂੰ ਲੱਗਦਾ ਕਦੀ ਨਹੀਂ ਆਇਆ ਸੀ ਜਿੰਨਾ ਉਸ ਤੋਂ ਬਾਅਦ ਆਉਣਾ ਸ਼ੁਰੂ ਹੋ ਗਿਆ। ਪਿਛਲੇ 8-10 ਸਾਲ ਤੋਂ ਹਰੇਕ ਟੂਰ ਬਹੁਤ ਇੰਜੋਏ 'ਚ ਜਾ ਰਿਹਾ। ਮਤਲਬ ਇੰਝ ਦੀ ਛੋਟੀ ਛੋਟੀ ਚੀਜ਼ਾਂ ਹੈ ਜਿਹਨੂੰ ਮੈਨੂੰ ਸਿੱਖਦਾ ਮੈਂ ਬਹੁਤ ਜਲਦੀ ਹੈ, ਚਾਹੇ ਕੋਈ ਵੀ ਹੈ, ਕਿਸੇ ਤੋਂ ਵੀ ਹੈ, ਮੈਂ ਈਜ਼ੀਲੀ ਗ੍ਰੈਬ ਕਰ ਲੈਂਦਾ ਚੀਜ਼ ਵੀ ਹਾਂ ਇਹਨੂੰ ਇੰਪਲੀਮੈਂਟ ਕਰ ਲੈਣੀ ਚਾਹੀਦੀ ਹੈ, ਜਿਹੜੀ ਚੀਜ਼ ਵਧੀਆ ਲੱਗਦੀ। ਸਰ ਜਿਵੇਂ ਨੇ ਤੁਸੀਂ ਟੂਰ ਦੀ ਗੱਲ ਕੀਤੀ ਤੇ ਕੁਐਸਚਨ ਪੁੱਛਣਾ ਚਾਹਾਂਗਾ ਕਿ ਬੈਸਟ ਟ੍ਰਿਪ ਤੁਹਾਡੇ ਹਿਸਾਬ ਨਾਲ ਜਿਹੜਾ ਤੁਸੀਂ ਅੱਜ ਤੱਕ ਕਦੀ ਮਾਰਿਆ ਹੋਵੇ, ਬੈਸਟ ਟ੍ਰਿਪ। ਇਹਦੀ ਜਿਹੜੇ ਚੀਜ਼ ਜਿੰਨੇ ਸ਼ਾਇਦ ਸਟੂਡੈਂਟਸ ਦੀ ਲਾਈਫ ਦੇ ਵਿੱਚ ਉਦੋਂ ਟ੍ਰਿਪ ਜ਼ਿਆਦਾ ਨਹੀਂ ਲਗਾਏ, ਤੁਸੀਂ ਹੁਣ ਕਰਦੇ ਹੋਣੇ ਟ੍ਰਿਪ ਇੱਕ ਐਸੀ ਚੀਜ਼ ਹੈ ਜਿਹਨੂੰ ਸੁਣ ਕੇ ਹੀ ਖੁਸ਼ੀ ਜੀ ਆ ਜਾਂਦੀ ਹੈ ਨਾ। ਜਦੋਂ ਜਾਣਾ ਤਾਂ ਬਾਅਦ ਦੀ ਗੱਲ ਹੈ, ਇਹ ਵੀ ਨਹੀਂ ਪਤਾ ਵੀ ਆਪਾਂ ਜਾਣਾ ਹੁੰਦਾ ਕਿ ਨਹੀਂ, ਪਰ ਟ੍ਰਿਪ ਦਾ ਨਾਮ ਸੁਣ ਕੇ ਹੀ ਖੁਸ਼ੀ ਜੀ ਆਣੀ ਸ਼ੁਰੂ ਹੋ ਜਾਂਦੀ। ਉਹੀ ਚੀਜ਼ ਮੇਰੀ ਹੈ ਵੀ ਜਦੋਂ ਟ੍ਰਿਪ ਕਰਨਾ ਉਸ ਤੋਂ ਪਹਿਲਾਂ ਜਿਹੜੀ ਪਲੈਨਿੰਗ ਹੈ 1 ਮਹੀਨੇ ਦੀ, ਉਹ ਐਗਜ਼ੈਕਟ ਬਹੁਤ ਵਧੀਆ ਹੋ ਜਾਂਦੀ ਹੈ। ਅਸੀਂ ਫੂਕਟ ਜਾ ਕੇ ਆਏ ਸੀ ਫੈਮਿਲੀ ਨਾਲ, ਫਿਰ ਰਾਜਸਥਾਨ ਸਾਰਾ ਘੁੰਮੇ ਸੀ, ਫਿਰ 1 ਦਿਨ 15 ਦਿਨਾਂ ਦਾ ਸਾਡਾ ਟੂਰ ਸੀ ਇੱਧਰ ਦਾ। ਪਹਿਲਾਂ ਬੰਗਲੌਰ ਗਏ, ਫਿਰ ਆਪਣਾ ਬੈਕ ਵਾਟਰ ਹੈ ਇਹਦੇ ਵਿੱਚ ਐਲਪੇ ਵਿੱਚ, ਦੈਨ ਕੇਰਲਾ ਗਏ, ਫਿਰ ਰਾਮੇਸ਼ਵਰਮ ਦਾ ਰਾਮ ਸੇਤੂ ਜਿਹੜਾ ਆਪਣਾ ਬ੍ਰਿਜ ਹੈ ਨਾ ਉਹ ਦੇਖਿਆ। ਮਤਲਬ ਕਿ 15 ਦਿਨਾਂ 'ਚ ਅਸੀਂ ਬਹੁਤ ਵਧੀਆ ਇੰਝ ਘੁੰਮੇ। ਕਦੀ ਕਿਤੇ ਮਤਲਬ ਟੂਰ ਸਾਡੇ ਲੱਗਦੇ ਹੀ ਰਹਿੰਦੇ। ਈਵਨ ਕੈਨੇਡਾ ਜਦੋਂ ਮੈਂ ਗਿਆ ਸੀ 2015 ਦੇ ਵਿੱਚ, ਉਹ ਵੀ ਮੈਂ ਇਕੱਲਾ ਆਪ ਪਲੈਨਿੰਗ ਕਰਕੇ ਹੀ ਚੱਲ ਗਿਆ। ਇੰਡੀਆ ਦੇ ਵਿੱਚ ਨਹੀਂ ਗਏ, ਉੱਥੇ ਜਾ ਕੇ ਸਾਰਾ ਘੁੰਮਿਆ। ਜਿਨ੍ਹਾਂ ਦੇ ਘਰ ਗਿਆ ਸੀ, ਮੇਰੇ ਫਰੈਂਡ ਦੇ ਗੁਰਅਵਤਾਰ ਸੰਧੂ ਹੈ ਦੋਸਤ, ਉਹਦੇ ਜਿਹੜੇ ਲੈਂਡਲੋਰਡ ਸੀ, ਉਹ ਕਹਿੰਦੇ ਸਾਨੂੰ ਨਹੀਂ ਪਤਾ ਲੱਗਿਆ ਵੀ ਕੈਨੇਡਾ ਦੇ ਵਿੱਚ ਜਾਂ ਟੋਰਾਂਟੋ ਦੇ ਵਿੱਚ ਇੰਨੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਤੂੰ 6 ਦਿਨ 'ਚ ਜਾਂ 7 ਦਿਨਾਂ 'ਚ ਹੀ ਘੁੰਮ ਲਿਆ। ਕਿਉਂਕਿ ਆਪਣੇ ਆਪ ਹੀ ਸਾਰੀ ਪਲੈਨਿੰਗ ਕਰਕੇ, ਤੇ ਹਰੇਕ ਟ੍ਰਿਪ ਕੋਈ ਘਟੀਆ ਵਧੀਆ ਨਹੀਂ ਆ, ਸਾਰੇ ਇੱਕ ਤੋਂ ਵੱਧ ਹੀ ਹੁੰਦੇ ਆ। ਤੇ ਫੂਕਟ ਜਿਹੜਾ ਆ ਉਹ ਨੇਚਰ ਦੇ ਇੰਨਾ ਕੁ ਵਧੀਆ ਲੱਗਿਆ ਵੀ ਆਪਾਂ ਉਹਨੂੰ ਫਿਰ ਵੀ ਵਧੀਆ ਕਹਿ ਸਕਦੇ ਹਾਂ। ਸਾਊਥ ਇੰਡੀਆ ਟੂਰ ਸੀ ਜਿਹੜਾ ਤੁਹਾਨੂੰ ਦੱਸਿਆ, ਬੈਕ ਵਾਟਰ ਵਗੈਰਾ, ਉਹ ਵੀ ਬਹੁਤ ਵਧੀਆ ਸੀ। ਰਾਜਸਥਾਨ ਦਾ ਵੀ ਵਧੀਆ ਸੀ, ਸਾਰੇ ਵਧੀਆ ਹੀ ਹੁੰਦੇ ਆ ਛੋਟੇ ਛੋਟੇ ਟੂਰ। ਹੁਣੀ ਪਿਛਲੇ ਹਫਤੇ ਮੈਂ ਆਪਣੇ ਨਵਦੀਪ ਕੰਵਲ ਸਰ, ਭੰਡਾਰੀ ਸਰ ਜਾ ਕੇ ਆਏ ਇੱਥੇ ਟ੍ਰੇਨੁਡ ਦੀ ਟਰੈਕਿੰਗ ਤੇ, ਉਹ ਵੀ ਬਹੁਤ ਵਧੀਆ ਟੂਰ। ਹਰੇਕ ਮਤਲਬ ਟੂਰ ਜਿਹੜਾ ਹੁੰਦਾ ਸਾਡਾ ਹੁੰਦਾ ਹੀ ਆ ਖਾਸ ਹੀ, ਵਧੀਆ ਹੀ ਲੱਗਦਾ ਹੈ। ਅਗਰ ਸਟੂਡੈਂਟ ਨੂੰ ਕੋਈ ਵੀ ਹੈਲਪ ਚਾਹੀਦੀ ਹੋਈ ਕਿਸੇ ਬਾਰੇ, ਮੈਂ ਹੈਲਪ ਕਰਨ 'ਚ ਮੈਨੂੰ ਸੱਚੀ ਖੁਸ਼ੀ ਮਹਿਸੂਸ ਹੀ ਹੋਊਗੀ ਅਗਰ ਕਿਸੇ ਨੂੰ ਚਾਹੀਦੀ ਹੋਈ। सर व्हेन यू वर अ टीनेजर, सो तब कौन से फैमिली मेंबर के पास आप अक्सर जाया करते थे एडवाइस लेने? कोई भी आपको एडवाइस चाहिए हो, तो कौन से फैमिली मेंबर के पास जाते थे? ਇਹ ਮਦਰ ਹੀ ਹੁੰਦੇ ਸੀ, ਮਦਰ ਤੋਂ ਜ਼ਿਆਦਾ, ਕਿਉਂਕਿ ਫਾਦਰ ਸਾਹਿਬ ਤਾਂ ਹੁਣ ਤਾਂ ਚਲੋ ਜਿਹੜੇ ਨਵੀਂ ਜਨਰੇਸ਼ਨ ਦੇ ਫਾਦਰ ਹੈ ਸਾਡੇ ਵਰਗੇ, ਉਹ ਥੋੜੇ ਜਿਹੇ ਲੀਨੀਅੰਟ ਹੈ। ਉਸ ਤੋਂ ਪਹਿਲੀ ਜਨਰੇਸ਼ਨ ਵਾਲੇ ਤਾਂ ਸਖਤ ਹੁੰਦੇ ਸੀ, ਸੋ ਮਦਰ ਕੋਲ ਹੀ ਜਾਂਦੇ ਸੀ ਜ਼ਿਆਦਾਤਰ, ਕੋਈ ਵੀ ਰਾਏ ਲੈਣੀ ਹੈ ਜਾਂ ਕੁਝ ਵੀ ਕਰਨਾ। ਸਰ ਪਰ ਫਾਦਰ ਸਾਹਿਬ ਨੇ ਜਿਵੇਂ ਤੁਹਾਨੂੰ ਦੱਸਿਆ ਵੀ ਮੈਥੇਮੈਟਿਕਸ ਬਹੁਤ ਸਟਰੋਂਗ ਸੀ, ਤਾਂ ਜਿਹੜਾ ਮੇਰਾ ਮੈਥੇਮੈਟਿਕਸ ਦੇ ਵਿੱਚ ਜਾਂ ਜਿਹੜਾ ਪਜ਼ਲ ਸੋਲਵਿੰਗ 'ਚ ਮੇਰਾ ਇੰਟਰਸਟ ਹੈ, ਉਹ ਫਾਦਰ ਸਾਹਿਬ ਕਰਕੇ ਹੀ ਹੈ। ਜਿਹੜੇ ਲੌਜਿਕ ਬਿਲਡਿੰਗ ਦੇ ਵਿੱਚ ਜਿਹੜਾ ਆ, ਕਿ ਆਪਾਂ ਕਹੀਏ, ਉਹ ਉਹਨਾਂ ਦਾ ਹੀ ਹੱਥ ਹੈ। ਸਰ ਇੱਕ ਹੋਰ ਕੁਐਸਚਨ, ਮਦਰ ਕੋਲ ਕੇ ਫਾਦਰ ਕੋਲ ਕੇ ਕਿਵੇਂ? ਅਸੀਂ ਹਾਂਜੀ ਸਰ ਮਦਰ ਕੋਈ, ਸਰ ਫਾਦਰ ਦਾ ਤੇ ਸਾਡਾ ਵੀ ਸੇਮ ਹੀ ਹਾਲ ਹੈ ਤੁਹਾਡੇ ਵਰਗਾ। ਅਸੀਂ ਮਦਰ ਕੋਈ ਜਾਂਦੇ ਹਾਂ। ਠੀਕ ਹੈ ਸਰ ਇੱਕ ਕੁਐਸਚਨ ਹੋਰ, ਹਾਊ ਵੁੱਡ ਯੂ ਰਿਐਕਟ ਜਦੋਂ ਤੁਹਾਨੂੰ ਪਤਾ ਲੱਗਿਆ ਹੋਏਗਾ ਜਾਂ ਕਦੀ ਲੱਗਿਆ ਕਿ ਮਤਲਬ ਕਿਸੇ ਨੇ ਤੁਹਾਡੇ ਲੈਕਚਰ 'ਚ ਕਿਸੇ ਬੱਚੇ ਦੀ ਪ੍ਰੋਕਸੀ ਮਾਰਕ ਕਰਤੀ ਅਟੈਂਡੈਂਸ ਦੀ, ਕਦੀ ਲੱਗਿਆ ਹੋਇਆ ਪਤਾ? ਟੀਚਰ ਹੈ ਨਾ, ਟੀਚਰ ਨੂੰ
ਟੀਚਰ 'ਚ ਹਰ ਇੱਕ ਪ੍ਰੋਫੈਸ਼ਨ ਦੇ ਵਿੱਚ ਦੇ ਆਪਣੀ ਉਹਦੀ ਚੀਜ਼ਾਂ ਆ ਜਾਂਦੀਆਂ ਵੀ ਉਹ 'ਚ ਕੁਛ ਖਾਸੀਅਤ ਹੁੰਦੀ ਹੈ। ਟੀਚਰ ਦੇ ਵਿੱਚ ਇਹ ਖਾਸੀਅਤ ਹੁੰਦੀ ਹੈ, ਉਹਨੂੰ ਪਤਾ ਲੱਗਦਾ ਹੁੰਦਾ ਵੀ ਸਟੂਡੈਂਟ ਕੀ ਸੋਚ ਰਿਹਾ, ਕੀ ਬੋਲ ਰਿਹਾ, ਸੱਚ ਬੋਲ ਰਿਹਾ ਕਿ ਝੂਠ ਬੋਲ ਰਿਹਾ, ਠੀਕ ਹੈ ਨਾ। ਬਟ ਟੀਚਰ ਇਗਨੋਰ ਕਰ ਦਿੰਦੇ ਆ, ਠੀਕ ਹੈ ਨਾ। ਮੈਂ ਵੀ ਮਤਲਬ ਇਗਨੋਰ ਹੀ ਕਰ ਦਈਦਾ, ਕਿਉਂਕਿ ਸ਼ਾਇਦ ਹੁਣ ਨਹੀਂ ਪ੍ਰੋਕਸੀ ਬੋਲੂਗੇ ਤਾਂ ਕਦੋਂ ਬੋਲੂਗੇ। ਠੀਕ ਹੈ ਨਾ, ਇਗਨੋਰ ਕਰ ਦਿੰਦੇ। ਬਟ ਇਹ ਨਹੀਂ ਹੈ ਵੀ ਟੀਚਰ ਨੂੰ ਪਤਾ ਨਹੀਂ ਲੱਗਦਾ, ਟੀਚਰ ਨੂੰ ਹਰੇਕ ਚੀਜ਼ ਪਤਾ ਲੱਗ ਜਾਂਦੀ, ਹਰੇਕ ਹਾਵ ਭਾਵ ਤੋਂ ਕੌਣ ਸੱਚ ਬੋਲ ਰਿਹਾ, ਝੂਠ ਬੋਲ ਰਿਹਾ, ਸਾਰੀ ਚੀਜ਼ ਦਿਖਦੀ ਹੁੰਦੀ ਹੈ। ਬਟ ਇਹ ਹੈ ਵੀ ਤੁਸੀਂ ਇਗਨੋਰ ਕਰ ਰਹੇ ਹੋ ਕਿ ਨਹੀਂ। ਇਗਨੋਰ ਕਰਨਾ ਠੀਕ ਰਹਿੰਦਾ, ਥੋੜ੍ਹਾ ਜਿਹਾ ਕਲਾਸ ਦਾ ਮਾਹੌਲ ਥੋੜ੍ਹਾ ਲੀਨੀਅੰਟ ਰਹਿੰਦਾ ਹੈ। ਨਹੀਂ ਤਾਂ ਫਿਰ ਟੀਚਰ ਵੀ ਗੁੱਸਾ ਹੋ ਜਾਏ, ਸਟੂਡੈਂਟ ਨੂੰ ਵੀ ਜਦੋਂ ਇੱਕ ਟੀਚਰ ਗੁੱਸਾ ਹੋ ਜਾਏ ਤਾਂ ਸ਼ਾਇਦ ਉਹ ਵਧੀਆ ਤਰੀਕੇ ਪੜ੍ਹਾ ਹੀ ਨਹੀਂ ਪਾਉਂਦਾ ਫਿਰ, ਠੀਕ ਹੈ ਨਾ। ਇਸ ਕਰਕੇ ਸ਼ੁਰੂ 'ਚ ਇਗਨੋਰ ਕਰਨਾ ਹੀ ਜ਼ਿਆਦਾ ਵਧੀਆ ਰਹਿੰਦਾ, वो ज़्यादा बेटर रहता भी क्लास स्मूथली वधिया चलती रहती है। सर एक लास्ट क्वेश्चन है, हमारे एक टीम मेंबर ने ये क्वेश्चन पूछा है और वो आपसे पढ़े हुए हैं, तो वो कह रहे हैं कि सर आपका ड्रेसिंग सेंस उनको बहुत अच्छा लगता है और इस ड्रेसिंग सेंस की इंस्पिरेशन कहाँ से आती है और कैसे अपने आप को मेंटेन रख सकते हो इतना? नहीं नहीं, कोई अच्छा नहीं है, तो ਸਿੰਪਲ ਜੀ ਡਰੈਸਿੰਗ ਸੈਂਸ ਹੈ, ਕੋਈ ਨਹੀਂ। ਬਸ 1 ਸਾਲ ਪਹਿਲਾਂ ਜਦੋਂ ਡਿਸਕਾਊਂਟ ਲੱਗਦਾ ਉਦੋਂ ਚੀਜ਼ਾਂ ਲੈ ਲੈਂਦੇ ਆ। ਠੀਕ ਹੈ ਨਾ, 75% ਚ ਚੀਜ਼ਾਂ ਲੈ ਲਓ, ਫਾਇਦਾ ਦੇ ਜਾਂਦੀਆਂ ਇੰਸਟੈਡ ਆਫ ਕਿ ਆਪਾਂ ਨਵੀਆਂ ਲਈਏ। ਬਸ ਉਹਨਾਂ ਕੀ ਫਾਇਦਾ ਹੋ ਜਾਂਦਾ, ਹੋਰ ਕੋਈ ਡਰੈਸਿੰਗ ਸੈਂਸ ਨਹੀਂ ਵਧੀਆ, ਬਾਕੀ ਸਾਰਿਆਂ ਦੀ ਹੀ ਵਧੀਆ ਹੈ। ਥੈਂਕ ਯੂ। ਬਾਕੀ ਜਿਨ੍ਹਾਂ ਨੇ ਵੀ ਕੁਐਸਚਨ ਪੁੱਛਿਆ, ਜਿਨ੍ਹਾਂ ਨੂੰ ਲੱਗਿਆ ਵੀ ਡਰੈਸਿੰਗ ਸੈਂਸ ਵਧੀਆ, ਉਹਨਾਂ ਨੂੰ ਮੇਰਾ ਥੈਂਕ ਯੂ ਕਹਿ ਦਿਓ। हाँ जी सर, जरूर। यस सर। तो थैंक यू सो मच, आपने अपना टाइम निकाला और इस स्टूडेंट्स को अपना थोड़ा सा टाइम दिया। ਬਾਕੀ ਸਟੂਡੈਂਟਸ ਦੇ ਲਈ ਟਾਈਮ ਦੀ ਕਦੀ ਇੰਝ ਨਹੀਂ ਹੁੰਦਾ ਮੇਰੇ ਕੋਲ, ਜੇ ਟਾਈਮ ਨਹੀਂ ਹੈ ਤਾਂ ਇਕੱਲਾ ਬਹਾਨਾ ਹੀ ਹੋਊਗਾ। ਕਦੀ ਇੰਝ ਨਹੀਂ ਹੁੰਦਾ ਵੀ ਮੈਂ ਸਟੂਡੈਂਟ ਨੂੰ ਕਹਾਂ ਵੀ ਮੇਰੇ ਲਈ ਤੁਹਾਡੇ ਲਈ ਮੇਰੇ ਕੋਲ ਟਾਈਮ ਨਹੀਂ ਹੈ। ਸਟੂਡੈਂਟ ਕਿਸੇ ਵੀ ਟਾਈਮ ਕੁਛ ਵੀ ਕੁਐਸਚਨ, ਜਿਵੇਂ ਇਹ ਟਾਕ ਹੈ ਵੀ ਸਟੂਡੈਂਟ ਦੁਆਰਾ ਅਰੇਂਜ ਕੀਤੀ ਗਈ ਦਿਸਮਿਸ, ਇਹਦੇ ਲਈ ਮੇਰੇ ਕੋਲ ਟਾਈਮ ਹੈ। ਹੋ ਸਕਦਾ ਲੇਟ ਤਾਂ ਮੈਂ ਹੋ ਗਿਆ ਸ਼ਾਇਦ ਹਫਤਾ 10 ਦਿਨ, ਬਟ ਐਸਾ ਨਹੀਂ ਹੈ ਵੀ ਮੇਰੇ ਕੋਲ ਟਾਈਮ ਨਹੀਂ ਹੈਗਾ ਕਦੀ ਵੀ ਕਿਸੇ ਸਟੂਡੈਂਟ ਲਈ, ਠੀਕ ਹੈ ਨਾ। ਕਦੀ ਵੀ ਕੋਈ ਵੀ ਚੀਜ਼ ਹੈ, ਲਾਈਕ ਇਹ ਟਾਕ ਹੀ ਹੈ, ਕਾਫੀ ਦੇਰ ਬਾਅਦ ਆਪਾਂ ਮਤਲਬ ਵੀ ਪੜ੍ਹਾਈ ਤੋਂ ਸਿਵਾਏ ਕੁਛ ਹੋਰ ਗੱਲਾਂ ਕੀਤੀਆਂ, ਸ਼ਾਇਦ ਇਸ 'ਚ ਵੀ ਓਨਾ ਹੀ ਮਜ਼ਾ ਆਇਆ ਜਿੰਨਾ ਆਪਾਂ ਨੂੰ ਪੜ੍ਹ ਕੇ ਆਉਂਦਾ ਜਾਂ ਪੜ੍ਹਾ ਕੇ ਆਉਂਦਾ। जी हाँ जी। ਬਹੁਤ ਵਧੀਆ ਰਿਹਾ ਮੇਰੇ ਲਈ ਵੀ ਇਹ।